ਸੋ ਦੇਖੋ ਆਪਾਂ ਸਭ ਤੋਂ ਪਹਿਲਾਂ ਜਨਰਲ ਗੱਲ ਕਰਦੇ ਕਿ ਸੀਰੀਜ਼ ਦੇ ਵਿੱਚ ਮੰਨ ਲਓ ਆਪਣੇ ਕੋਲ ਕੈਪੈਸਿਟਰਸ ਨੇ, ਆਪਾਂ ਕੀ ਕਰਦੇ ਆ ਇੱਥੇ ਆਪਣੇ ਕੋਲ ਮੰਨ ਲਓ ਇੱਕ ਬੈਟਰੀ ਲੱਗੀ ਹੋਈ ਹੈ ਇਹਦੇ ਅਕ੍ਰੋਸ। ਜੇ ਬੈਟਰੀਜ਼ ਇੱਕ ਤੋਂ ਜ਼ਿਆਦਾ ਹੋ ਜਾਣ ਤਾਂ ਤੁਹਾਨੂੰ ਪਤਾ ਸੀਰੀਜ਼ ਪੈਰਲਲ ਦੇ ਕੰਬੀਨੇਸ਼ਨ 'ਚ ਆਪਾਂ ਪੈਂਦੇ ਹੀ ਨਹੀਂ ਚੱਕਰ 'ਚ, ਫਿਰ ਤਾਂ ਆਪਣੇ ਗੱਲ ਨਿਕਲ ਜਾਂਦੀ ਹੈ KVL ਤੇ ਚਲ ਜਾਂਦੀ ਹੈ, ਨੋਡਲ ਮੈਥਡ ਤੇ ਚਲ ਜਾਂਦੀ ਹੈ ਨਾ। ਅਦਰਵਾਈਜ਼ ਜੇ ਇੱਕ ਬੈਟਰੀ ਵਾਲਾ ਸਿਸਟਮ ਹੋਵੇ ਇਸ ਤਰ੍ਹਾਂ ਦਾ ਸਿੰਪਲ ਜਿਹਾ, ਬੈਟਰੀ ਦਾ ਵੋਲਟੇਜ ਮੰਨ ਲਓ V ਹੋਵੇ, ਕੈਪੈਸਿਟਰਸ ਆਪਾਂ ਨੂੰ ਗਿਵਨ ਹੁੰਦੇ ਨੇ C1 C2 ਐਂਡ C3, ਤਾਂ ਤੁਹਾਨੂੰ ਪਤਾ ਹੈ ਕਿ ਇੱਥੇ C ਇਫੈਕਟਿਵ ਕਿਹਦੇ ਬਰਾਬਰ ਆਉਂਦਾ ਦੱਸੋ? C ਇਫੈਕਟਿਵ ਕਿਵੇਂ ਕੈਲਕੂਲੇਟ ਕਰਦੇ ਹਾਂ? ਚਲੋ ਆਪਾਂ ਪ੍ਰੋਪਰ ਬਣਾ ਲਿਖਿਆ, ਆਪਾਂ ਸਿੱਧਾ ਲਿਖਦੇ ਹਾਂ C ਇਫੈਕਟਿਵ ਦੀ ਇਕੁਏਸ਼ਨ ਆ ਹੁੰਦੀ ਹੈ 1/C ਇਫੈਕਟਿਵ ਇਜ਼ ਇਕੁਅਲ ਟੂ 1/C1 ਪਲੱਸ 1/C2 ਪਲੱਸ 1/C3। ਇੱਥੇ ਤੱਕ ਤਾਂ ਕਲੀਅਰ ਹੈ ਨਾ ਗੱਲ? यस ਤੁਹਾਨੂੰ ਵੋਲਟੇਜ ਡਿਵੀਜ਼ਨ ਕਰਨੀ ਨਹੀਂ ਆ ਰਹੀ ਤੇਜ਼ੀ ਨਾਲ, ਤੁਸੀਂ ਐਨ ਪੂਰਾ ਲੈ ਕੇ ਬੈਠੇ ਹੁੰਦੇ ਹੋ, ਸਾਰਾ ਸੋਲਵ ਕਰਨ ਬੈਠੇ ਹੁੰਦੇ ਹੋ। ਹੁਣ ਗੱਲ ਨੂੰ ਸਮਝੋ, ਇਹਦੇ ਵਿੱਚ ਜਿਹੜਾ ਚਾਰਜ ਆਏਗਾ C ਇਫੈਕਟਿਵ ਤੁਸੀਂ ਇਸ ਇਕੁਏਸ਼ਨ ਤੋਂ ਸੋਲਵ ਕਰ ਲੋਗੇ, ਜਿਹੜਾ ਚਾਰਜ ਬੈਟਰੀ ਤੋਂ ਰਿਲੀਜ਼ ਹੋਣਾ ਉਹ ਇੱਕ ਹੀ ਹੋਏਗਾ ਕਿ ਕਈ ਚਾਰजेस ਹੋਣਗੇ? ਇੱਕ ਹੀ ਹੋਏਗਾ ਨਾ ਚਾਰਜ। ਤੇ ਜਦੋਂ ਤੁਹਾਨੂੰ ਆਹ ਵਾਲਾ ਚਾਰਜ Q ਮਿਲ ਜਾਏਗਾ, ਜਿਹੜਾ Q ਜਿਹੜਾ ਕਿ ਬਰਾਬਰ ਹੋਏਗਾ C ਇਫੈਕਟਿਵ ਮਲਟੀਪਲਾਈਡ ਬਾਈ ਵੋਲਟੇਜ ਦੇ, ਤਾਂ ਆਹ ਵਾਲਾ Q ਮਿਲ ਗਿਆ ਤਾਂ ਤੁਹਾਨੂੰ ਹਰ ਇੱਕ ਕੈਪੈਸਿਟਰ ਦੇ ਉੱਪਰ ਚਾਰਜ ਮਿਲ ਗਿਆ ਨਾ ਕਿ ਨਹੀਂ? यस ਤੁਹਾਨੂੰ ਅਲੱਗ ਤੋਂ ਕੁਝ ਥੋੜੀ ਸੋਲਵ ਕਰਨਾ ਪਏਗਾ, ਗੱਲ ਇੱਥੇ ਹੀ ਮੁੱਕ ਜਾਣੀ ਹੈ। ਪਰ ਤੁਹਾਨੂੰ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਤੁਹਾਨੂੰ ਕਿਸੇ ਪਾਰਟਿਕੂਲਰ ਇੱਕ ਕੈਪੈਸਿਟਰ ਦੇ ਅਰਾਊਂਡ ਵੋਲਟੇਜ ਪੁੱਛ ਲਿਆ ਜਾਵੇ, ਕੀ ਹੋਏਗਾ? ਜਿਵੇਂ ਕਿਉਂਕਿ ਹਰ ਇੱਕ ਕੈਪੈਸਿਟਰ ਦੇ ਅਕ੍ਰੋਸ ਵੋਲਟੇਜ ਅਲੱਗ-ਅਲੱਗ ਹੋਏਗਾ, V1 V2 ਤੇ V3, ਐਂਡ ਤੁਸੀਂ ਇਸ ਵੋਲਟੇਜ ਨੂੰ ਕੈਲਕੂਲੇਟ ਕਰਨਾ ਹੁੰਦਾ ਹੈ, ਜਿਹੜਾ ਬੇਸਿਕ ਤੁਹਾਡਾ ਮੈਥਡ ਹੈ ਹਨਾ। ਤਾਂ ਤੁਸੀਂ ਮੈਨੂੰ ਇਹ ਦੱਸੋ, ਜੇ ਤੁਸੀਂ ਕਿਸੇ ਵੀ ਇੱਕ ਕੈਪੈਸਿਟਰ ਦੇ ਅਕ੍ਰੋਸ C1 ਦੇ ਅਕ੍ਰੋਸ ਜੇ ਤੁਸੀਂ ਪਤਾ ਕਰਨਾ ਹੈ ਅਕ੍ਰੋਸ C1, ਅਗਰ ਮੈਂ ਵੋਲਟੇਜ ਪਤਾ ਕਰਨਾ ਹੈ ਤਾਂ ਉਹ ਕਿੰਨਾ ਹੈ? ਉਹ ਆਪਣੇ ਕੋਲ ਬਾਈ ਫਾਰਮੂਲਾ ਆਪਾਂ ਲਿਖੀਏ ਤਾਂ ਕੀ ਆਊਗਾ? V1 ਦੱਸੋ, ਜਿੰਨਾ ਉੱਤੇ ਚਾਰਜ ਹੈ ਅਪੋਨ ਜਿੰਨਾ ਉਹਦਾ ਕੈਪੈਸਿਟੈਂਸ ਹੈ, ਆਹੀ ਆਏਗਾ ਨਾ? यस सर। यस ਤੇ ਜੇ ਮੈਂ ਇਸ ਦੇ ਵਿੱਚੋਂ ਹੀ ਇਕੁਏਸ਼ਨ ਕੱਢ ਕੇ ਦਿਖਾਵਾਂ ਤੁਹਾਨੂੰ, ਦੇਖੋ Q ਜਿਹੜਾ ਹੈ Q ਆਪਣਾ ਬੇਸਿਕਲੀ ਕੀ ਬਣੇਗਾ? Q ਆਪਣਾ ਬਣ ਰਿਹਾ C ਇਫੈਕਟਿਵ ਇਨਟੂ V ਡਿਵਾਈਡਡ ਬਾय C1। ਸਮਝ ਲੱਗ ਰਹੀ ਗੱਲ? यस यस सर। ਕੀ ਤੁਸੀਂ ਇਸ ਨੂੰ ਐ ਲਿਖ ਸਕਦੇ ਹੋ 1/C1 into V divided by 1/C effective? ਕੀ ਇਸ ਤਰ੍ਹਾਂ ਲਿਖ ਕੇ ਸਰ ਜਾਏਗਾ? ਦੇਖੋ ਇੱਕ ਹੀ ਉੱਪਰਲੀ ਇਕੁਏਸ਼ਨ ਆ ਰਹੀ ਵਾਪਸ, ਦੇਖੋ ਬਈ यस सर। ਆ ਰਹੀ ਹੈ ਨਾ? यस सर ਤਾਂ ਇਹਦਾ ਮਤਲਬ ਕੀ ਹੈ? ਇਹਨੂੰ ਮੈਂ ਲਿਖ ਸਕਦਾ 1/C1 times V divided by 1/C1 plus 1/C2 plus 1/C3। ਬਣ ਗਈ ਗੱਲ? यस ਬਾ ਹੋ ਗਿਆ ਕੰਮ, यस ਸਿੱਧਾ ਹੀ ਆ ਗਿਆ ਕੰਮ। ਆ ਕੈਲਕੂਲੇਸ਼ਨ ਕਰਨੀ, ਗੱਲ ਖਤਮ। ਜਿਹਨੇ ਵੀ ਅਕ੍ਰੋਸ ਪੁੱਛਿਆ, ਅੱਛਾ ਦੇਖੋ ਹੁਣ ਇਸੇ ਤਰ੍ਹਾਂ ਜੇ ਮੰਨ ਲਓ ਤੁਹਾਨੂੰ ਅਕ੍ਰੋਸ C2 ਪੁੱਛਿਆ ਆ, ਹੁਣ ਤੁਸੀਂ ਸਾਰੀ ਗੱਲ ਇਹੀ ਕਰੋਗੇ ਤਾਂ ਬਾਕੀ ਸਾਰੀ ਚੀਜ਼ ਤਾਂ ਠੀਕ ਹੈ। ਤੁਹਾਡਾ ਵੋਲਟੇਜ ਆਏਗਾ V2, ਤੁਹਾਡਾ V2 ਵੋਲਟੇਜ ਕੀ ਆਏਗਾ? ਟੋਟਲ ਵੋਲਟੇਜ ਜਿੰਨਾ ਬੈਟਰੀ ਦਾ ਹੈ ਜਿਹੜਾ ਡਿਵਾਈਡ ਹੋਣਾ ਨਾ ਸਾਰਿਆਂ ਚ, V ਨੇ ਡਿਵਾਈਡ ਹੋਣਾ ਨਾ, ਉੱਪਰ ਕੀ ਆ ਜਾਏਗਾ 1/, सी ਤੇ ਨੀਚੇ ਕੀ ਆ ਜਾਏਗਾ? C इफेक्टिव ਆ ਜਾਏਗਾ ਨਾ। ਇਸ ਤਰ੍ਹਾਂ ਜਦੋਂ ਤੁਸੀਂ ਅਕ੍ਰੋਸ C3 ਪਤਾ ਕਰਨਾ ਹੈ ਤਾਂ ਤੁਹਾਡਾ V3 ਕੀ ਆਏਗਾ? 1/C3 ਉੱਪਰ ਆਏਗਾ V ਡਿਵਾਈਡਡ ਬਾय 1/C1 ਪਲੱਸ 1/C2 ਪਲੱਸ 1/C3। ਇਹਦੇ ਨਾਲ ਤੁਹਾਨੂੰ ਡਾਇਰੈਕਟਲੀ ਜਿਹੜੇ ਮਰਜ਼ੀ ਕੈਪੈਸਿਟਰ ਦੇ ਅਕ੍ਰੋਸ ਮਿਲ ਜਾਏਗਾ ਵੋਲਟੇਜ। ਦੱਸੋ ਗੱਲ ਕਲੀਅਰ ਹੋਈ ਕਿ ਨਹੀਂ ਹੋਈ? यस सर। यस ਠੀਕ ਹੈ ਨਾ? ਸੋ ਇਹ ਉਦੋਂ ਹੈ ਜਦੋਂ ਇੱਕ ਬੈਟਰੀ ਲੱਗੀ ਹੋਈ ਹੈ ਸਿੰਪਲੀ ਕਿਸੇ ਵੀ ਸੀਰੀਜ਼ ਸਰਕਟ ਨੂੰ। ਇਹ ਮੈਥਡ ਪਤਾ ਲੱਗ ਗਿਆ ਸਾਰਿਆਂ ਨੂੰ? ਅਨੁਰਾਗ ਪਤਾ ਲੱਗਿਆ ਇਹ ਗੱਲ? ਮੈਂ ਹੁਣ ਇਹਨੂੰ ਹੋਰ ਸਬਬ ਕਰਦਾ, ਉਹਲੇ ਕੁਐਸਚਨ ਜਿਹੜਾ ਮੈਂ ਕਹਿ ਰਿਹਾ ਨਾ ਤੁਸੀਂ ਜ਼ਿਆਦਾ ਸੋਲਵ ਕੀਤਾ ਉਸ ਲੰਬਾ, ਉਹਦੀ ਲੋੜ ਨਹੀਂ ਪੈਣੀ ਆਪਾਂ ਨੂੰ, ਦੇਖਿਓ ਹੁਣੇ ਹੋ ਜਾਊਗਾ। ਚਲੋ ਸੀਰੀਜ਼ ਤੋਂ ਬਾਅਦ ਹੁਣ ਗੱਲ ਕਰ ਦਿੰਦੇ ਆ ਪਹਿਲਾਂ ਪੈਰਲਲ ਦੀ। ਮੈਂ ਨਾ ਪ੍ਰੈਕਟਿਸ ਸ਼ੀਟ ਤੇ ਤੁਸੀਂ ਦੇਖਿਓ ਫਿਰ ਤੇਜ਼ ਕੁਐਸਚਨ ਨਿਕਲਦੇ ਸਾਡੇ। ਪੈਰਲਲ, ਜੇ ਪੈਰਲਲ ਚ ਲੱਗੇ ਹੋਣ ਕੈਪੈਸਿਟਰ ਤਾਂ ਤੁਸੀਂ ਦੱਸੋ ਫਿਰ ਵੋਲਟੇਜ ਡਿਵਾਈਡ ਹੋਏਗਾ? ਨਹੀਂ ਹੋਏਗਾ। ਵੋਲਟੇਜ ਤਾਂ ਹੁਣ ਸੇਮ ਹੀ ਰਹਿਣਾ, ਤਾਂ ਵੋਲਟੇਜ ਦਾ ਤਾਂ ਕੋਈ ਪੰਗਾ ਨਹੀਂ ਨਾ, ਜਿੰਨੀ ਬੈਟਰੀ ਲੱਗੀ ਹੋਈ ਹੈ ਆਪਾਂ ਬਸ ਉਹਦੀ ਗੱਲ ਕਰਾਂਗੇ। ਤਾਂ ਹੁਣ ਇੱਥੇ ਹੁੰਦਾ ਕੀ ਹੈ, ਜਦੋਂ ਆ ਆਪਣੀ ਬੈਟਰੀ ਲੱਗੀ ਹੈ 20 ਵੋਲਟੇਜ ਦੀ, ਤਾਂ ਇੱਥੇ ਤੁਸੀਂ C ਇਫੈਕਟਿਵ ਪਤਾ ਕਰਦੇ ਹੋ C1 C2 C3 ਚ, ਹਨਾ? C ਇਫੈਕਟਿਵ ਤੁਹਾਡਾ ਕੀ ਆ ਜਾਂਦਾ? C1 plus C2 plus C3 C2 plus C3 ਤੇ ਫਿਰ ਤੁਹਾਡਾ ਜਿਹੜਾ ਚਾਰਜ ਟੋਟਲ ਨਿਕਲੇਗਾ ਬੈਟਰੀ ਵਿੱਚ ਉਹ ਹੁੰਦਾ V into C ਇਫੈਕਟਿਵ, ਜਿਹੜਾ ਇੱਥੋਂ ਨਿਕਲੇਗਾ।
ਹੁਣ ਤੁਹਾਡਾ ਚਾਰਜ ਜਾ ਕੇ ਡਿਵਾਈਡ ਹੋਣਾ ਹੈ ਨਾ, Q1 ਇੱਧਰ ਚਲ ਜਾਏਗਾ, Q2 ਇੱਧਰ ਚਲ ਜਾਏਗਾ ਤੇ Q3 ਇੱਧਰ ਚਲ ਜਾਏਗਾ ਤੇ ਬਾਅਦ ਜਿੱਥੋਂ ਕਲੈਕਟ ਹੋ ਕੇ ਫਿਰ Q ਬਣ ਜਾਏਗਾ, ਹਨਾ। Yes, sir. Yes. ਹੁਣ ਤੁਹਾਨੂੰ ਕੱਲੇ ਕੈਪੈਸਿਟਰ ਦਾ ਵੋਲਟੇਜ ਤੰਗ ਨਹੀਂ ਕਰ ਰਿਹਾ, ਉਹ ਤਾਂ ਉਹੀ ਆ ਜੋ ਹੈ, ਸਭ ਦਾ ਸੇਮ ਹੈ, ਹਨਾ। ਤੁਹਾਨੂੰ ਤੰਗ ਕੀ ਕਰ ਰਿਹਾ? ਤੰਗ ਕਰ ਰਿਹਾ ਕਰੰਟ, ਸੌਰੀ ਚਾਰਜ। ਤਾਂ ਜਿਹੜਾ Q1 ਚਾਰਜ ਪਹਿਲੇ ਕੈਪੈਸਿਟਰ ਤੇ ਗਿਆ, ਉਹ ਮੈਂ ਤੁਹਾਨੂੰ ਸਮਝਾਇਆ ਸੀ ਵੀ ਟੋਟਲ ਇੱਥੇ ਵੋਲਟੇਜ ਡਿਵਾਈਡ ਹੋ ਰਿਹਾ ਸੀ ਨਾ ਪਿਛਲੇ ਕੇਸ, ਦੇਖੋ ਤਾਂ ਟੋਟਲ ਵੋਲਟੇਜ ਇੱਥੇ ਲਿਖਤਾ ਸੀ ਨਾ ਨਾਲ ਮੈਂ ਟੋਟਲ, ਹਨਾ, ਜਿਹਨੂੰ ਡਿਵਾਈਡ ਕਰਨਾ, ਹਨਾ। Yes. ਇੱਥੇ ਕੀ ਆਏਗਾ ਟੋਟਲ? ਇੱਥੇ Q ਆਏਗਾ। C1 ਦੇ ਵਿੱਚੋਂ ਕੀ ਹੈ? C1 ਡਿਵਾਈਡ ਬਾय ਪਲੱਸ C3। ਸਮਝ ਲੱਗੀ ਗੱਲ? ਇਹ ਤਾਂ ਤੁਹਾਨੂੰ ਕਰਵਾਇਆ ਸੀ, ਇਹ ਤਾਂ ਤੁਹਾਨੂੰ ਮੈਨੂੰ ਲੱਗਦਾ ਯਾਦ ਹੋਣਾ। C2 into Q over C1 plus C2 plus C3, ਇਹਨੂੰ ਵੀ ਕਰਕੇ ਦੇਖ ਲਿਓ ਏਦਾਂ ਹੀ। ਤੇ ਥਰਡ ਵਿੱਚ ਚਾਰਜ ਕਿੰਨਾ ਆਏਗਾ? C3 into Q over C1 plus C2 plus C3, ਜਿਹੜਾ ਟੋਟਲ ਡਿਵਾਈਡ ਕਰਨਾ ਉਹਨੂੰ ਕਰ ਦਿੰਦੇ ਆ। ਸਮਝ ਲੱਗ ਰਹੀ ਗੱਲ? Yes, sir. ਵੋਲਟੇਜ ਡਿਵੀਜ਼ਨ ਚ ਕੀ ਹੁੰਦਾ? ਵੋਲਟੇਜ ਡਿਵੀਜ਼ਨ ਟੋਟਲ ਵੋਲਟੇਜ ਦੇ ਨਾਲ 1 over C1 1 over C2 1 over C3 ਆਉਂਦਾ, ਕਿਉਂਕਿ ਇੱਥੇ ਆਪਣਾ C ਇਫੈਕਟਿਵ ਆ ਜਾਏਗਾ ਤੇ ਤੁਹਾਡਾ ਟੋਟਲ Q ਜਿਹੜਾ ਆਏਗਾ, ਬੇਸਿਕਲੀ ਟੋਟਲ Q ਤੁਹਾਡਾ ਆਏਗਾ C ਇਫੈਕਟਿਵ into V, ਤੇ ਜਦੋਂ ਤੁਸੀਂ ਬਾਅਦ ਵਿੱਚ ਕਰੋਗੇ ਇਹਦੇ ਅਕ੍ਰੋਸ ਵੋਲਟ ਕੱਲੇ ਦੇ ਅਕ੍ਰੋਸ ਚਾਰਜ, ਤਾਂ Q1 ਚਾਰਜ ਜਿਹੜਾ ਆਏਗਾ ਤੁਹਾਡਾ ਆਏਗਾ Q1 ਚਾਰਜ ਕਿੰਨਾ? C1 V1 ਨਾ, C1 into V ਆਏਗਾ ਨਾ, Yes, sir. ਹਨਾ। ਫਿਰ V ਦੀ ਵੈਲਿਊ ਇੱਥੋਂ ਤੁਸੀਂ Q by C ਇਫੈਕਟਿਵ ਪੁੱਟ ਕਰ ਦੋਗੇ। ਪਤਾ ਲੱਗ ਰਹੀ ਗੱਲ? ਤੇ ਆਹ ਦੇਖ ਲਓ ਹੁਣ C ਇਫੈਕਟਿਵ ਇੱਥੇ ਕੀ ਸੀ, ਆਹੀ ਹੈ ਨਾ। Yes, sir. ਕਲੀਅਰ ਹੋ ਗਈ ਗੱਲ? ਤੀਸਰਾ ਕਨਸੈਪਟ ਜਿਹੜਾ ਹੋਰ ਜ਼ਿਆਦਾ ਜ਼ਰੂਰੀ ਸਮਝਣਾ ਚਾਹੀਦਾ ਤੁਹਾਨੂੰ, ਤੁਸੀਂ ਬ੍ਰਾਂਚਿਸ ਨਹੀਂ ਦੇਖ ਰਹੇ ਹਲੇ ਵੀ, ਮੇਨ ਬ੍ਰਾਂਚ ਤੇ ਅਗਲਾ ਬ੍ਰਾਂਚ ਚੰਗੀ ਤਰ੍ਹਾਂ ਸਮਝਾਈ ਸੀ ਤੁਹਾਨੂੰ ਗੱਲ, ਫੇਰ ਭੁੱਲ ਗਏ ਹੋ ਸਾਰਿਆਂ ਨੇ। ਆਹ ਮੰਨ ਲਓ ਬੈਟਰੀ ਹੈ, ਬੈਟਰੀ ਦੇ ਨਾਲ ਮੇਨ ਬ੍ਰਾਂਚ ਦੇ ਵਿੱਚ ਇੱਥੇ ਤੁਹਾਡੇ ਕੋਲ ਕੋਈ ਵੀ ਹੋਰ ਕੈਪੈਸਿਟਰ ਜਾਂ ਕੋਈ ਹੋਰ ਰਜਿਸਟਰ ਅਗਲੇ ਵਿੱਚ ਆਊਗਾ ਨਹੀਂ ਹੋਣਾ ਚਾਹੀਦਾ। ਆਹ ਮੇਨ ਬ੍ਰਾਂਚ ਹੈ ਤੁਹਾਡੀ, ਐਂਡ ਤੁਸੀਂ ਦੇਖੋ ਕਿ ਮੇਨ ਬ੍ਰਾਂਚ ਤੇ ਬਾਕੀ ਬ੍ਰਾਂਚ ਆਪਣੇ ਆਪ ਦੇਖ ਲਿਆ ਕਰੋ। ਉਸ ਤੋਂ ਬਾਅਦ ਮੰਨ ਲਓ ਇੱਕ ਬ੍ਰਾਂਚ ਇਹ ਹੈ, ਮੰਨ ਲਓ ਇਹ 'ਚ ਇੱਕ ਕੈਪੈਸਿਟਰ ਲੱਗਿਆ ਆ, ਇੱਕ ਬ੍ਰਾਂਚ ਇਹ ਹੈ ਜਿਹਦੇ ਵਿੱਚ ਮੰਨ ਲਓ 2 ਕੈਪੈਸਿਟਰ ਲੱਗੇ ਹੋਏ ਨੇ, ਇੱਕ ਬ੍ਰਾਂਚ ਇਹ ਹੈ ਮੰਨ ਲਓ ਜਿਹਦੇ ਵਿੱਚ 3 ਕੈਪੈਸਿਟਰ ਲੱਗੇ ਹੋਏ ਨੇ, ਤਾਂ ਤੁਸੀਂ ਇਹਨਾਂ ਨੂੰ ਇੰਡੀਪੈਂਡੈਂਟਲੀ ਡੀਲ ਕਰ ਸਕਦੇ ਹੋ ਨਾ। Yes, sir. Yes, sir. ਤੇ ਇਹ ਤੁਹਾਨੂੰ ਸਮਝਾਈ ਸੀ ਗੱਲ ਚੰਗੀ ਤਰ੍ਹਾਂ। ਵਾਪਸ ਆ ਜਾਓ। ਹੁਣ ਪਹਿਲਾਂ ਸੈਕਿੰਡ ਕੁਐਸਚਨ ਤਾਂ ਥੋੜਾ ਦੇਖ ਲਓ ਪਹਿਲਾਂ ਤਾਂ। ਸੈਕਿੰਡ ਕੁਐਸਚਨ 'ਚ ਤੁਹਾਨੂੰ ਦਿਖ ਨਹੀਂ ਰਿਹਾ, ਦੇਖੋ ਇੱਥੇ ਆਹ ਵਾਲਾ ਜਿਹੜਾ ਹੈਗਾ ਆਪਣੇ ਕੋਲ, ਇੱਕ ਮਿੰਟ, ਸੈਕਿੰਡ ਕੁਐਸਚਨ ਤੁਸੀਂ ਦੇਖੋ ਸੈਕਿੰਡ ਕੁਐਸਚਨ ਦੇ ਵਿੱਚ ਇੱਥੋਂ ਬੇਸਿਕਲੀ ਤੁਹਾਨੂੰ ਸਾਫ਼ ਪਤਾ ਲੱਗਣਾ ਚਾਹੀਦਾ ਆਹ ਬੈਟਰੀ ਲੱਗੀ ਹੋਈ ਹੈ, ਹਨਾ। ਇੱਥੋਂ ਚਾਰਜ ਨਿਕਲੇਗਾ ਤਾਂ ਇਸ ਜਗ੍ਹਾ ਤੇ ਜਾ ਕੇ ਡਿਵਾਈਡ ਹੋਏਗਾ ਨਾ ਇਸ ਪੁਆਇੰਟ ਤੇ। ਸੋਚੋ ਇਸ ਪੁਆਇੰਟ ਤੇ ਡਿਵਾਈਡ ਹੋਏਗਾ, ਇੱਧਰ ਇੱਕ ਪਾਸੇ ਕਰੰਟ ਚੱਲ ਪਿਆ, ਹੁਣ ਇੱਧਰ ਵਾਪਸ ਕਰੰਟ ਇੱਧਰੋਂ ਵਾਪਸ ਨਹੀਂ ਆ ਸਕਦਾ, ਹੁਣ ਇਹਨੇ ਜਾਣਾ ਹੀ ਜਾਣਾ ਹੈ। ਇਹਨੂੰ ਪਹਿਲਾਂ ਲੈ ਜਾਓ ਜਿੱਥੇ ਤੱਕ ਤੁਹਾਨੂੰ ਕਨਫਿਊਜ਼ਨ ਨਹੀਂ ਹੁੰਦੀ, ਇੱਥੇ ਤੱਕ ਤਾਂ ਕੋਈ ਕਨਫਿਊਜ਼ਨ ਨਹੀਂ ਆਏਗਾ ਹੀ ਆਏਗਾ, ਹਨਾ। Yes, sir. ਦੂਸਰਾ ਚਾਰਜ ਜਿਹੜਾ ਇਹਦਾ ਦੂਜਾ ਪੋਰਸ਼ਨ ਇੱਧਰ ਨੂੰ ਨਿਕਲਿਆ ਸੀ, ਉਹ ਇੱਧਰ ਤੋਂ ਇੱਧਰ ਤੱਕ ਆਏਗਾ, ਇੱਥੇ ਦੋਨੋਂ ਮਿਲ ਜਾਣਗੇ। ਜਿੱਥੇ ਉਹ ਦੋਨੋਂ ਮਿਲੇ ਤੇ ਜਿੱਥੇ ਉਹ ਦੋਨੋਂ ਵਿਛੜੇ, ਸਮਝ ਲਓ ਇੱਥੇ ਫਿਰ ਵਾਪਸ ਕੀ ਹੋ ਗਿਆ ਨਾ। Yes, sir. Yes, sir. तो आ दोनों ब्रांचेस जिस में रेड कलर ना शो किया ते ग्रीन कलर ना शो किया, ये दोनों ब्रांचेस आपस की ने पैरेलल ने, है ना। Parallel. ਤੁਹਾਨੂੰ ਕੀ ਪੁੱਛਿਆ ਗਿਆ ਹੈ? ਤੁਹਾਨੂੰ A ਤੇ B ਪੁਆਇੰਟ ਵਿਚਕਾਰ ਪੋਟੈਂਸ਼ੀਅਲ ਡਿਫਰੈਂਸ ਪੁੱਛਿਆ ਗਿਆ। ਬੇਸਿਕਲੀ ਤੁਹਾਨੂੰ 6 ਮਾਈਕਰੋਫੈਰਡ ਦੇ ਅਕ੍ਰੋਸ ਵੋਲਟੇਜ ਪੁੱਛਿਆ ਗਿਆ। ਬਸ ਤੁਸੀਂ ਇਹਨੂੰ ਸੋਚ ਹੀ ਕਿਉਂ ਰਹੇ ਹੋ, ਪੂਰੇ ਨੂੰ ਸੋਲਵ ਹੀ ਕਿਉਂ ਕਰ ਰਹੇ ਹੋ? ਤੁਸੀਂ ਆ 30 ਵੋਲਟ ਦੀ ਬੈਟਰੀ ਜਿਹੜੀ ਹੈਗੀ ਆ, ਇਹਦੇ ਨਾਲ ਸਿਰਫ ਆਪਣੀ ਉਹ ਵਾਲੀ ਬ੍ਰਾਂਚ ਲਗਾਓ ਜਿਹੜੀ ਦੀ ਤੁਹਾਨੂੰ ਲੋਡ ਆ, ਕਿ ਨਹੀਂ? ਹਾਂਜੀ ਸਰ। 666 ਮਾਈਕਰੋਫੈਰਡ ਬਸ। ਤੇ ਤੁਸੀਂ ਆਪਣਾ ਕੰਮ ਇੱਥੇ ਕਰੋ, ਇਸ ਬ੍ਰਾਂਚ ਬਾਰੇ ਸੋਚਣਾ ਹੀ ਬੰਦ ਕਰ ਦਿਓ, ਕਿਉਂਕਿ ਜੇ ਤੁਹਾਨੂੰ ਪੁੱਛਿਆ ਹੀ ਇਹਦੇ ਅਕ੍ਰੋਸ ਵੋਲਟੇਜ ਪੁੱਛਿਆ ਤੁਹਾਨੂੰ, ਹੁਣ ਜਦੋਂ ਇਹਦੇ ਅਕ੍ਰੋਸ ਡਿਵਾਈਡ ਕਰਨਾ, ਸੋਲਵ ਕਰਨ ਦੀ ਕੀ ਲੋੜ ਆ? ਸਿੱਧੀ ਜੀ ਗੱਲ ਆ, ਤੁਹਾਡਾ ਵੋਲਟੇਜ ਸਮਝ ਲਓ V2 ਕਹਿ ਦਈਏ, V1 ਇਹਦੇ ਅਕ੍ਰੋਸ V2 ਦਾ, ਤਾਂ ਤੁਹਾਡਾ ਕੀ ਆਏਗਾ 1 ਓਵਰ ਜਿਹਦੇ ਅਕ੍ਰੋਸ ਪਤਾ ਕਰਨਾ ਇਨਟੂ ਟੋਟਲ ਵੋਲਟੇਜ, ਹੈ ਨਾ, ਡਿਵਾਈਡ ਹੋਣੇ ਨਾ ਵੋਲਟੇਜ। यस ਹੁਣੀ ਤਾਂ ਕੀਤਾ। ਆ ਕਿੰਨਾ ਆ ਜਾਊਗਾ? ਉੱਪਰ ਆ ਜਾਊਗਾ 5 ਵੋਲਟ, नीचे आ जाऊगा 3/6, 3/6 1/2 2, ऊपर चल जाऊगा 2, 10 वोल्ट आ गया। यस सर। समझ लगी गल? यस सर। Yes, sir. हर एक सर्किट ਨੂੰ ਬਿਲਕੁਲ ਐਵੇਂ ਹੁਣ ਜਿਵੇਂ ਤੁਹਾਨੂੰ ਨਰਸਰੀ ਕਲਾਸ ਸਿਖਾਇਆ ਗਿਆ ਸੀ ਕਿ 3 + 4 ਕਿਵੇਂ ਕੈਲਕੂਲੇਟ ਕਰਨਾ,
मैंने पता किवें सिखाया गया सी, मैंने मैडम ने देखो 3 1 2 3, ये देखो 4, इसको लिखो 1 2 3 4, फिर मैडम कहते गिन लो सारा, फिर मैं कहता 1 2 3 4 5 6 7 7, बड़ा वधिया कर लिया ना। हुण मैं ये हुण करिया कਰਾਂ दसो, ये नर्सरी क्लास सिखाया सी, नर्सरी पता नहीं ਜਿਹੜੀ ਵੀ ਹੋਣੀ ਆ, ਮੈਂ ਤਾਂ ਨਰਸਰੀ ਐਲਕੇਜੀ ਯੂਕੇਜੀ ਕੀਤੀ ਵੀ ਨਹੀਂ ਸਹੀ ਤਰ੍ਹਾਂ। ਠੀਕ ਹੈ ਗੱਲ। Sir, ਹੁਣ ਤੁਸੀਂ ਆ ਥੋੜੀ ਕਰਨ ਬੈਠੋਗੇ, ਤੁਸੀਂ ਬਿਲਕੁਲ ਤੁਸੀਂ ਸਿੱਖੋ ਤੇਜ਼ ਕੰਮ ਕਰਨਾ ਥੋੜਾ ਜਿਹਾ, ਕਿ ਚੀਜ਼ਾਂ ਨੂੰ ਟੈਕਨੀਕਲੀ ਆ ਚੀਜ਼ ਆਪਣੇ ਨੋਟਸ 'ਚ ਤੁਹਾਡੇ ਲਿਖੀ ਹੋਣੀ ਚਾਹੀਦੀ ਹੈ। ਹੁਣੇ ਸੀਰੀਜ਼ Sir, ਕਿਵੇਂ ਡਿਵਾਈਡ ਹੁੰਦਾ। ਹਾਂਜੀ ਹਾਂਜੀ ਫਿਰ ਤੁਸੀਂ ਇਹ ਕੀਤਾ ਹੁਣ ਉਹਦੇ ਵਿੱਚ ਆਪਣੇ ਕੋਲ 3 ਕਪੈਸਿਟਰ ਸੀਗੇ, ਤਿੰਨੇ 6 ਦੇ ਸੀਗੇ, ਆਪਾਂ ਸਿੱਧਾ ਵਿੱਚ ਸੋਚ ਸਕਦੇ ਹਾਂ ਤਿੰਨਾਂ ਵਿੱਚ ਇਕੁਅਲ ਪੋਟੈਂਸ਼ੀਅਲ ਡ੍ਰੌਪ ਹੋਏਗਾ ਤਾਂ 10 ਹੋਏਗਾ। ਆਬਵੀਅਸਲੀ ਸੋਚਣਾ ਤਾਂ ਇਦਾਂ ਹੀ ਸੀ, ਇਹ ਤਾਂ ਸਿੱਧਾ ਹੀ ਸੀ, ਤਾਂ ਹੀ ਮੈਂ ਸੋਚ ਰਿਹਾ ਸੀ ਇਹਨੂੰ ਸੋਲਵ ਕਰਦੇ ਹੋਏ ਤਾਂ ਸਿੱਧਾ ਹੀ ਸੋਚ ਸਕਦੇ ਆ 10 10 10 ਡ੍ਰੌਪ ਹੋਏਗਾ, ਕਿਉਂਕਿ ਬਰਾਬਰ ਨੇ, ਹਨਾ ਸਿੰਪਲ ਜੀ ਗੱਲ ਹੈ। 10 10 10 ਡ੍ਰੌਪ ਹੋਏਗਾ, ਸਾਰੇ ਕਪੈਸਿਟਰ ਨਹੀਂ ਜਦੋਂ ਇਕੁਅਲ ਨੇ, ਸੇਮ ਨੇ। ਹੁਣ ਜੇ ਇੱਕ ਵੀ ਜ਼ਿਆਦਾ ਘੱਟ ਹੋ ਗਿਆ ਨਾ, ਤਾਂ ਫਿਰ ਇਹ ਸੋਚਣਾ ਔਖਾ ਹੈ ਨਾ ਕਿ ਜ਼ਿਆਦਾ ਕਪੈਸਿਟਰ ਜਿਹੜਾ ਹੈ ਕਪੈਸਿਟੈਂਸ ਹੈਗਾ ਉਹਦੇ ਤੇ ਵੋਲਟੇਜ ਡ੍ਰੌਪ ਜ਼ਿਆਦਾ, ਇਹ ਜ਼ਰੂਰੀ ਨਹੀਂ ਹੈ। ਫਿਰ ਤੁਸੀਂ 1/c ਦੇ ਹਿਸਾਬ ਨਾਲ ਫਿਰ ਪ੍ਰੋਪਰ ਕੰਮ ਕਰੋਗੇ, ਪਰ ਇੱਥੇ ਤਾਂ ਸਿੱਧਾ ਹੀ ਸੋਚ ਸਕਦੇ ਸੀ 6 6 6 10 10 10। ਠੀਕ ਹੈ ਗੱਲ। ਹਾਂਜੀ Yes, sir. ਯੈਸ ਸਰ। ਪ੍ਰੋਬਲਮ ਹਿਮਾਨੀ, ਇਹ 'ਚ ਤਾਂ ਨਹੀਂ ਕੋਈ ਪ੍ਰੋਬਲਮ ਇਹਦੇ 'ਚ? ਮੇਰੇ ਤਾਂ ਨਹੀਂ ਸਰ, ਇਹਦੇ 'ਚ ਜਿਹੜਾ ਨੀਚੇ ਕਰਾਇਆ ਨਹੀਂ ਸਰ, ਨਹੀਂ ਤੁਸੀਂ ਏਦਾਂ ਹੀ ਕੀਤਾ ਸਾਰਿਆਂ ਨੇ? Sir. ਹਾਂਜੀ ਮੈਂ ਤਾਂ ਮੈਂ 10 ਵਾਲਾ ਕੀਤਾ। ਹਾਂਜੀ ਮੈਂ Sir, मैं sir बाहरली means बाहरली loop च KVL ला ਕੀਤਾ sir, आंसर मेरा ठीक है sir। ਆਨਸਰ ਤੇਰਾ ਠੀਕ ਹੈ, ਉਹਦਾ ਤਾਂ ਪਰ ਕੋਈ ਆਪਣੀ ਉਹੀ ਨਹੀਂ ਗੀ ਨਾ, ਮੈਂ ਤਾਂ ਕਹਿ ਰਿਹਾ ਸਭ ਠੀਕ ਹੈ, ਸਾਰਾ ਕੁਝ ਠੀਕ ਹੈ। ਉਹ KVL ਨਾਲ ਤਾਂ ਦੇਖਣਾ ਤੁਸੀਂ ਸਿੰਪਲ ਤੋਂ ਸਿੰਪਲ ਸਰਕਟ ਵੀ ਸੋਲਵ ਕਰ ਲਓ ਚਾਹੇ, ਤਾਂ ਵੀ ਠੀਕ ਹੈ। ਹਾਂਜੀ sir। ਮੁੱਖ ਗੱਲ ਤਾਂ ਇਹ ਹੈ ਕਿ ਆਪਾਂ ਜੇ ਸ਼ਾਰਟ ਚੀਜ਼ਾਂ ਨੂੰ ਤੇਜ਼ੀ ਨਾਲ ਕਰਨ ਵਾਲੀ ਚੀਜ਼ਾਂ ਨੂੰ ਦਿਮਾਗ 'ਚ ਆਣ ਤੇ ਆਪਾਂ ਸਿੱਖੀਏ ਤੇਜ਼, ਹਨਾ। ਹੁਣ ਆਹ ਦੇਖ ਲਾ, ਆ ਇੱਥੇ ਮੰਨ ਲਾ 5 ਮਾਈਕਰੋਫੈਰਡ ਹੈ, ਠੀਕ ਹੈ, ਲੈ ਇੱਕੋ ਹੀ ਬੈਟਰੀ ਲਾ ਦਨੇ ਆਪਾਂ, ਠੀਕ ਆ। ਹਾਂਜੀ sir। ਲੈ 2 ਵੋਲਟ ਦੀ ਬੈਟਰੀ ਲਾਤੀ, ਠੀਕ ਹੈ। ਹੁਣ ਇਹ 'ਚ ਕਿੰਨਾ ਚਾਰਜ ਆਊਗਾ? Q, ਹਨਾ। ਹਾਂਜੀ ਉਹ sir। Q ਚਾਰਜ ਇੱਥੇ ਆਇਆ, ਮੰਨ ਲਾ ਹੁਣ ਮੈਨੂੰ ਨਹੀਂ ਪਤਾ ਕਿੰਨਾ ਚਾਰਜ ਆਇਆ, ਮੈਂ ਚਾਰਜ ਪਤਾ ਕਰਨਾ ਕਿੰਨਾ ਹੈ, ਮੈਨੂੰ ਇੰਨਾ ਪਤਾ ਵੀ ਆਹ ਪੋਜ਼ਿਟਿਵ ਆ ਤੇ ਆਹ ਨੈਗੇਟਿਵ ਆ। ਲਾ KVL ਚ, ਹੁਣ ਇੱਥੋਂ ਕੱਢ ਲਾ, ਇੱਥੋਂ ਸ਼ੁਰੂ ਕਰ ਲਾ, ਇੱਥੋਂ ਉੱਪਰ ਜਾਏਗਾ, ਇੱਧਰ ਜਾਏਗਾ, ਸਭ ਤੋਂ ਪਹਿਲਾਂ ਕੀ ਆਊਗਾ? Q ਬਾਏ -Q/5। ਹਾਂ -Q/5 ਆਊਗਾ ਨਾ। ਹਾਂਜੀ sir। ਫਿਰ ਜਦੋਂ ਇੱਧਰੋਂ ਘੁੰਮ ਕੇ ਇੱਧਰ ਆਏਗਾ, ਬੈਟਰੀ ਦਾ ਫਿਰ ਪਹਿਲਾ ਨੈਗੇਟਿਵ ਫਿਰ ਪੋਜ਼ਿਟਿਵ +2 ਵੋਲਟ ਆ ਜਾਊਗਾ, +2 वोल्ट 0 ਆ ਜਾਊਗਾ, 0। ਹਨਾ। ਹਾਂਜੀ sir। ਲੈ ਫਿਰ -Q/5 ਬਰਾਬਰ ਹੈ -2, ਹਨਾ, ਤੇ Q ਆ ਦੀ ਗਈ। ਵੈਲਿਊ 10 ਆ ਗਈ ਮਾਈਕਰੋਕੂਲਮ, ਹਨਾ। ਹਾਂਜੀ sir। ਲੈ KVL ਨਾਲ ਹੀ ਆਈ ਹੈ, ਤੇ ਮੁੜ ਕੇ ਉਧਰ ਵੈਸੇ ਤੁਹਾਨੂੰ ਪਤਾ ਹੀ ਹੈ CV ਸਿੱਧਾ ਹੀ ਆਪਾਂ ਕਰਦੇ ਹੀ ਆ। ਹਾਂਜੀ sir। ਸਮਝੋ ਗੱਲ ਨੂੰ, KVL ਆਪਣੀ ਸੁਵਿਧਾ ਲਈ ਹੈ, ਪਰ ਜਿਵੇਂ ਆਪਾਂ ਜਿੱਥੇ ਦੇਖੋ ਜਿੱਥੇ ਕੁਝ ਵੀ ਨਹੀਂ ਸਮਝ ਆ ਰਿਹਾ ਉੱਥੇ KVL ਤਾਂ ਲੱਗਣਾ ਹੋ ਹੀ ਜਾਊਗਾ, ਹਨਾ। ਸੀਰੀਜ਼ ਪੈਰਲਲ ਨਹੀਂ ਸਮਝ ਆ ਰਿਹਾ ਤਾਂ ਆਪਾਂ ਨੂੰ KVL ਜਾਂ ਨੋਡਲ ਮੈਥਡ ਨਾਲ ਜਾਣੇ ਪੈਣਾ, ਪਰ ਬੇਸਿਕ ਗੱਲਾਂ ਨੂੰ ਧਿਆਨ 'ਚ ਰੱਖੋ ਚੰਗੀ ਤਰ੍ਹਾਂ ਸਮਝ ਕੇ, ਠੀਕ ਹੈ ਗੱਲ। ਹੁਣ ਹਿਮਾਨੀ 5ਵਾਂ ਕੁਐਸਚਨ ਦੇਖੋ। ਸਰ ਹਾਂਜੀ ਆਪਾਂ ਹਰ ਇੱਕ ਕੁਐਸਚਨ ਨੂੰ ਮੰਨ ਕੇ ਅਗਰ ਸਾਨੂੰ ਸੀਰੀਜ਼ ਪੈਰਲਲ ਦੀ ਚੰਗੀ ਤਰ੍ਹਾਂ ਨੌਲੇਜ ਹੋਵੇ ਤਾਂ ਆਪਾਂ ਕਰ ਸਕਦੇ ਹਾਂ, ਜ਼ਰੂਰਤ ਨਹੀਂ ਸੀਰੀਜ਼ ਪੈਰਲਲ ਦੀ ਨੌਲੇਜ ਹੋਵੇ ਤੇ ਨਾਲ ਦੀ ਨਾਲ ਆਪਾਂ ਨੂੰ ਆ ਵੀ ਪਤਾ ਹੋਵੇ ਮੇਨ ਬ੍ਰਾਂਚ ਤੇ ਕਈ ਵਾਰ ਆਪਾਂ ਨੂੰ ਜਿਹੜੀ ਬ੍ਰਾਂਚ ਵਿੱਚ ਸਮੱਸਿਆ ਪੁੱਛੀ ਗਈ ਆ ਉਸ ਬ੍ਰਾਂਚ ਨੂੰ ਡੀਲ ਕਰ ਸਕਦੇ ਹੋਈਏ, ਪਰ ਉਹ ਉਦੋਂ ਡੀਲ ਕਰ ਸਕਾਂਗੇ ਜੇ ਬੈਟਰੀ ਤੋਂ ਇਲਾਵਾ ਮੇਨ ਬ੍ਰਾਂਚ ਵਿੱਚ ਕੋਈ ਹੋਰ ਕੈਪੈਸਿਟਰ ਨਾ ਹੋਵੇ, ਹਨਾ। ਹਾਂਜੀ ਸਰ, ਜ਼ਰੂਰੀ ਤਾਂ ਨਹੀਂ ਹਰ ਇੱਕ ਜਗ੍ਹਾ KVL ਮਿਲ ਜ਼ਰੂਰੀ ਨਹੀਂ ਹੈਗਾ, ਜ਼ਰੂਰੀ ਕੁਝ ਵੀ ਨਹੀਂ ਹੈਗਾ, ਬਸ ਇਹ ਹੈ ਕਿ ਪ੍ਰੈਕਟਿਸ ਜ਼ਿਆਦਾ ਤੋਂ ਜ਼ਿਆਦਾ ਕਰਕੇ ਹੀ ਪਤਾ ਲੱਗੇਗਾ ਕਿੱਥੇ ਕਿਹੜੀ ਚੀਜ਼ ਨਾਲ ਮੈਂ ਜਲਦੀ ਆਨਸਰ ਤੇ ਪਹੁੰਚੂਗਾ। ਹਾਂਜੀ ਸਰ, ਠੀਕ ਹੈ, ਇਹ ਮੈਨੂੰ ਪਤਾ ਐਂ ਹੀ ਲੱਗੇਗਾ, ਸਿੰਪਲ ਜੀ ਗੱਲ ਹੈ। ਹੁਣ 5ਵੇਂ ਕੁਐਸਚਨ 'ਚ ਕੀ ਹੈ ਦੇਖੋ, ਟੂ ਕੰਡਕਟਿੰਗ ਲਾਰਜ ਪਲੇਟਸ P1 P2 placed parallel to each other at every small separation at very small every नहीं separation D। कुछ नहीं है तो मैं सीधा सीधा ये काम आ देखो, पूछा कि प्लेट्स आर कनेक्टेड बाय कंडक्टिंग वायर द टोटल अमाउंट ऑफ हीट प्रोड्यूस्ड। बेसिकली की आ प्लेट्स ਨੂੰ ਜਦੋਂ ਕੰਡਕਟਿੰਗ ਵਾਇਰ ਨਾਲ ਅਟੈਚ ਕਰ ਦੋਗੇ ਤਾਂ ਇਹਦੇ ਇੰਟਰਨਲ ਜਿਹੜੇ ਆ ਸਰਫੇਸਿਸ ਨੇ, ਇਨਰ ਸਰਫੇਸਿਸ, ਇਹਨਾਂ ਦੇ ਉੱਪਰ ਚਾਰਜ 0 ਹੋ ਜਾਊਗਾ ਨਾ ਫਿਰ, ਠੀਕ ਹੈ ਹਿਮਾਨੀ। 0 ਕਿਵੇਂ? ਆ ਦੇਖ ਲੈਣੇ ਆਪਾਂ ਖੜ ਜਾ, ਆ ਇੱਕ ਪਲੇਟ,
ਹਾਂਜੀ ਆ ਦੂਜੀ ਪਲੇਟ ਆ, ਪਹਿਲੀ ਪਲੇਟ ਨੂੰ ਕਿੰਨਾ ਚਾਰਜ ਦਿੱਤਾ ਆ, +2 +2q ਦੂਜੀ ਪਲੇਟ ਨੂੰ ਕਿੰਨਾ ਦਿੱਤਾ ਆ, -q ਡਿਸਟ੍ਰੀਬਿਊਟ ਕਰਾਂਗੇ ਤਾਂ ਪਹਿਲਾਂ ਆਊਟਰ ਫੇਸਿਸ ਤੇ ਚਾਰਜ ਕਿੰਨਾ, ਦੋਨਾਂ ਨੂੰ ਸਮ ਕਰਕੇ ਬਾਈ 2, ਯੈਸ ਸਰ ਇੱਥੇ q/2 ਆ ਗਿਆ, ਹਾਂਜੀ ਇੱਧਰ ਵੀ q/2 ਆ ਗਿਆ, ਯੈਸ ਸਰ ਇੱਧਰ q/2 ਆ ਗਿਆ, ਟੋਟਲ 2q ਸੀਗਾ ਤੇ ਅੰਦਰਲੇ ਪਾਸੇ 3q/2 ਆਇਆ, ਯੈਸ ਸਰ ਇੱਧਰ ਤਾਂ ਪੱਕੀ ਗੱਲ ਹੋਵੇ -3q/2 ਆਉਣਾ ਚਾਹੀਦਾ। ਯੈਸ ਸਰ ਕੈਪੈਸਿਟਰ ਦੇ ਚਾਰजेस ਕਿਹੜੇ ਨੇ, ਆਹ ਵਾਲੇ ਨੇ ਨਾ, ਯੈਸ ਸਰ ਤੇ ਆਪਾਂ ਇਹ ਗੱਲ ਕੀਤੀ ਸੀ ਨਾ, ਜਦੋਂ ਆਪਾਂ ਇਹਨਾਂ ਨੂੰ ਕੰਡਕਟਿੰਗ ਵਾਇਰ ਨਾਲ ਇਸ ਤਰ੍ਹਾਂ ਅਟੈਚ ਕਰਾਂਗੇ ਤਾਂ ਇਹਨਾਂ ਦਾ ਆ ਇਨਰ ਫੇਸਿਸ ਦੇ ਚਾਰਜ 0 ਹੋ ਜਾਊਗਾ ਦੋਨੋਂ ਪਾਸੇ, ਇਹ ਫਲੋ ਕਰ ਜਾਊਗਾ ਇੱਧਰ। ਇਹ ਪਿਛਲੇ ਆਪਣੇ ਲੈਕਚਰਸ ਵਿੱਚ ਆਪਾਂ ਗੱਲ ਕੀਤੀ ਸੀ, ਦੁਬਾਰਾ ਇੱਥੇ ਜਾਇਓ, ਠੀਕ ਹੈ। ਹਾਂਜੀ ਸਰ ਜਦੋਂ ਆਪਾਂ ਇਹਨੂੰ ਕਰਾਂਗੇ ਤਾਂ ਕੈਪੈਸਿਟਰ ਦਾ ਚਾਰਜ ਆਉਂਦਾ, ਕੈਪੈਸਿਟਰ ਦਾ ਚਾਰਜ ਅੰਦਰ ਵਾਲਾ ਹੈ, ਬਾਹਰ ਵਾਲਾ ਨਹੀਂ ਹੈ ਕੈਪੈਸਿਟਰ ਵਾਲਾ ਚਾਰਜ, ਹੈ ਨਾ। ਯੈਸ ਸਰ ਤੇ ਹੁਣ ਇਹਦੇ ਵਿੱਚ ਜਦੋਂ ਸਿੰਪਲ ਜੀ ਗੱਲ ਕਰੋ, ਸਭ ਤੋਂ ਪਹਿਲਾਂ ਕੈਪੈਸਿਟਰ 'ਚ ਕਿੰਨੀ એનર્ਜੀ ਸੀਗੀ, ਯੂ ਇਨੀਸ਼ੀਅਲ ਹਾਫ CV ਹੁਣ ਕੈਪੈਸਿਟਰ ਜਿਹੜਾ ਹੈ, ਕੈਪੈਸਿਟਰ ਨੂੰ ਆਪਾਂ ਕੈਲਕੂਲੇਟ ਕਰਦੇ ਆ Q ਤੋਂ ਕੈਲਕੂਲੇਟ ਕਰ ਦਿੰਦੇ ਆ, ਜਿਵੇਂ 3q/2 ਆਈ ਹੈ ਨਾ ਚਾਰਜ, ਯੈਸ ਸਰ ਡਿਵਾਈਡਡ ਬਾय q²/2 c ਹੋਗਾ ਨਾ, c ਕੀ ਹੈਗਾ, ε0 a/d ਹੈਗਾ, ਹਾਂਜੀ ਆ ਆਪਣਾ ਯੂ ਇਨੀਸ਼ੀਅਲ ਹੋਗੀ, ਯੈਸ ਸਰ तो फाइनल की होगी, फाइनल से तो चार्ज ही नहीं रहा होता कोई, यस 0 सो देयरफॉर हीट प्रोड्यूस, सीधी सिंपल जी गल है, जेडी हीट प्रोड्यूस होएगी, जेड़ा लॉस होएगा ना, ਹਾਂਜੀ यानी u इनिशियल माइनस u फाइनल, दैट इज आई आंसर है। एक क्या आ जाएगा, 3×9/4 दूनी 8 ε0 a d ऊपर चल जाऊगा, q² ऊपर चल जाऊगा, आ आंसर आ जाएगा, ठीक है। ਹਾਂਜੀ ਸਰ ਹਾਂਜੀ कुछ नहीं किया, इनिशियल एनर्जी देख ली, बाद तो खाली हो गया, वो गल खत्म होगी, ਹਾਂਜੀ सर ठीक है। ਹਾਂਜੀ ਆ ਸਾਰੀ ਗੱਲਾਂ ਲਿਖ ਲਿਓ, ਆ ਜਿਹੜੀਆਂ ਮੈਂ ਲਿਖਾਈਆਂ ਨੇ, ਇਹ ਆ ਮੇਨ ਬ੍ਰਾਂਚ ਵਾਲੀ ਸਾਰੀਆਂ ਤਿੰਨੋਂ ਗੱਲਾਂ ਮਿਲਾ ਕੇ ਤੁਹਾਡਾ ਪੂਰਾ ਉਹ ਬਣਦੀ ਹੈ ਫੋਕਸ, ਕਿ ਕਿਸ ਤਰ੍ਹਾਂ ਸਰਕਟ ਸੋਲਵ ਕਰਨੇ ਆ। ਹਾਂਜੀ ਦੱਸੋ 6 ਤੋਂ 11 ਤੱਕ ਕਿਹੜੇ ਕੁਐਸਚਨ ਚ ਪ੍ਰੋਬਲਮ, 6th ਹੋਰ ਬਾਕੀ ਸਾਰੇ ਕੁਐਸਚਨ ਹੋ ਗਏ ਆ ਯੈਸ ਸਰ हाँ जी सर ਸਭ ਦੇ, ਚਲੋ ਬੜੀ ਵਧੀਆ ਗੱਲ ਹੈ। ਤਾਂ ਦੇਖੋ 6th ਵਿੱਚ ਕੀ ਪੈਰਲਲ ਪਲੇਟ ਕੈਪੈਸਿਟਰ ਇਜ਼ ਚਾਰਜਡ ਫਰੋਮ ਅ ਸੈਲ ਐਂਡ ਦੈਨ ਆਈਸੋਲੇਟਡ ਫਰੋਮ ਇਟ। ਦੇਖੋ ਆਈਸੋਲੇਟ ਹੋ ਚੁੱਕਾ ਨਾ, ਕੈਪੈਸਿਟਰ ਆਈਸੋਲੇਟ ਹੋ ਚੁੱਕਾ, ਠੀਕ ਹੈ। ਯਾਨੀ ਕਿ ਕੈਪੈਸਿਟਰ ਨੂੰ ਚਾਰਜ ਕਰਤਾ ਕਿਸੇ ਸੈਲ ਦੇ ਨਾਲ, ਮੰਨ ਲਓ ਵੋਲਟੇਜ V ਹੈ, ਤੇ ਆਪਾਂ ਇਹਨੂੰ ਆਈਸੋਲੇਟ ਵੀ ਕਰਤਾ ਹੈ, ਯਾਨੀ ਹੁਣ ਬੈਟਰੀ ਕੱਢ ਦਿੱਤੀ ਗਈ ਹੈ, ਤੇ ਸੈਪਰੇਸ਼ਨ ਇਜ਼ ਨਾਓ ਇਨਕਰੀਜ਼। ਅੱਛਾ ਹੁਣ ਸੈਪਰੇਸ਼ਨ ਇਨਕਰੀਜ਼ ਕਰ, ਕੱਲ ਆਪਾਂ ਇਸ ਗੱਲ ਨੂੰ ਕਰ ਰਹੇ ਸੀ, ਸੈਪਰੇਸ਼ਨ ਇਹਨੂੰ ਫੋਰਸ ਲਗਾ ਕੇ ਆਪਾਂ ਇਨਕਰੀਜ਼ ਕਰ ਰਹੇ ਹਾਂ। ਜੋ ਸੈਪਰੇਸ਼ਨ ਇਨਕਰੀਜ਼ ਕਰੋਗੇ ਤਾਂ ਦੇਖੋ ਕੀ ਹੋਏਗਾ, the force of attraction between the plates will decrease। ਹੁਣ ਜਦੋਂ ਤੁਸੀਂ ਸੈਪਰੇਸ਼ਨ ਇਨਕਰੀਜ਼ ਕਰਦੇ, ਵੈਸੇ ਇਲੈਕਟ੍ਰਿਕ ਫੀਲਡ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਨਾ, ਉਹ ਤਾਂ ਆਪਾਂ ਉਹੀ ਲੈਣੇ, ਤਾਂ ਹੀ ਕੈਪੈਸਿਟਰ ਦਾ ਸੇਮ ਫਾਰਮੂਲਾ ਲਾਣੇ ਆ, ਇਲੈਕਟ੍ਰਿਕ ਫੀਲਡ ਯੂਨੀਫਾਰਮ ਰਹਿੰਦਾ ਨਾ ਹਿਮਾਨੀ, ਯੈਸ ਸਰ ਤੇ ਦੂਜੀ ਗੱਲ ਜਿਹੜਾ ਪਲੇਟ ਤੇ ਚਾਰਜ ਹੋਏਗਾ ਉਹ ਤਾਂ ਸੇਮ ਹੀ ਰਹੇਗਾ ਨਾ, ਯੈਸ ਸਰ ਤਾਂ ਫਿਰ ਜਿਹੜਾ ਤੁਹਾਡੇ ਕੋਲ ਬੇਸਿਕਲੀ ਉੱਤੇ ਫੋਰਸ ਆਏਗਾ, ਜੋ ਆਪਾਂ ਪਿੱਛੇ ਵੀ ਕੀਤਾ ਸੀਗਾ, ਉਹ ਤਾਂ ਸੇਮ ਹੀ ਰਹਿਣ ਵਾਲਾ ਨਾ। ਠੀਕ ਹੈ ਸਰ, ਬਸ ਇਹ ਫਰਸਟ ਆਪਸ਼ਨ ਸੀ ਕਨਫਿਊਜ਼ਨ ਸੀ ਬਸ, ਬਾਕੀ ਤਾਂ ਹੋਈ ਗਿਆ ਹੋਣਾ, ਬਾਕੀ ਆਪਾਂ ਕੱਲ ਡਿਸਕਸ ਕੀਤਾ ਹੀ ਹੈ। ਹਾਂਜੀ ਇਸ ਪੇਜ ਤੇ ਦੱਸੋ ਬਈ, ਇਹ ਤਾਂ ਬਹੁਤ ਛੋਟੇ ਛੋਟੇ ਸਿੰਪਲ ਕੁਐਸਚਨ ਨੇ, ਇਹਦਾ ਆਰਾਮ ਨਾਲ ਚੈੱਕ ਕਰਕੇ ਤੁਸੀਂ ਬਸ ਸੀ ਇਫੈਕਟਿਵ ਦੇਖ ਲੈਣਾ ਵਾ, ਜਿਵੇਂ ਨਾ ਆ ਰਿਹਾ ਹਾਂ ਤੇਜ਼ੀ ਨਾਲ ਦੇਖ ਲੈਣਾ ਉਹਨੂੰ। ਬੋਲੋ ਬਈ 13 ਹੋਰ 17, ਠੀਕ ਹੈ। ਦੇਖੋ ਹੁਣ ਧਿਆਨ ਨਾਲ ਸਾਰੇ ਜਣੇ 13th ਕੁਐਸਚਨ ਦੇਖੋ, ਆ ਦੇਖੋ, ਓਏ ਹੋਏ ਜਿਆਦਾ ਵੱਡਾ ਹੋ ਗਿਆ, ਆ ਲਓ, a parallel plate capacitor is made by stacking and ਪਤਾ ਗੱਲ ਕੀ ਹੈ, ਦੇਖੋ ਜਦੋਂ ਤੁਸੀਂ ਪਲੇਟਾਂ ਨੂੰ ਅਸਲ ਵਿੱਚ ਨਾਲ ਲਗਾਉਂਦੇ ਹੋ ਨਾ, ਜਿਵੇਂ ਆਪਾਂ ਉਦੋਂ ਕੁਐਸਚਨ ਵੀ ਕੀਤੇ ਸੀ, ਬੇਸਿਕਲੀ ਜਿਵੇਂ ਜੇ ਆਪਾਂ ਥੋੜਾ ਮੋਟਾ ਕਰਕੇ ਇਹਨੂੰ ਬਣਾਈਏ ਪਲੇਟਸ ਨੂੰ, ਜਿਵੇਂ ਮੰਨ ਲਓ ਆ ਪਲੇਟ ਹੈ, ਜਸਟ ਐਗਜ਼ਾਮਪਲ ਲਓ, ਤੇ ਆਪਾਂ ਪਲੇਟਾਂ ਵਿੱਚ ਬੇਸਿਕਲੀ ਕਰਦੇ ਕੀ ਆ, ਜਦੋਂ ਆਪਾਂ ਨਾਰਮਲੀ ਦੋ ਕੈਪੈਸਿਟਰ ਨੂੰ ਸੀਰੀਜ਼ ਚ ਲਿਖਦੇ ਆ ਰੱਖਦੇ ਆ, ਤਾਂ ਆਪਾਂ ਉਹਦੇ ਵਿੱਚ ਇੱਥੇ ਕੰਡਕਟਿੰਗ ਵਾਇਰ ਲਗਾਉਂਦੇ ਆ ਨਾ ਇੱਕ, ਯੈਸ ਆਪਾਂ ਨਾਲ ਆਈਏ, ਆਪਾਂ ਬਸ ਸਿੱਧਾ ਪਲੇਟ ਹੀ ਲਾ ਦਈਏ ਨਾਲ ਇਹਦੇ,
क्वेश्चन ਤਾਂ ਇਹ ਬਹੁਤ ਛੋਟਾ ਹੈ, ਮੈਂ ਬਸ ਵੈਸੇ ਤੁਹਾਡੇ ਨਾਲ ਗੱਲ ਕਰਨੀ ਚਾਹ ਰਿਹਾ। ਫਿਰ ਜਿਵੇਂ ਆਪਾਂ ਉਹਦੇ ਚਾਰਜ ਡਿਸਟ੍ਰੀਬਿਊਟ ਕਰਦੇ ਨਾ, ਬੇਸਿਕਲੀ ਜਿਵੇਂ ਮੰਨ ਲਓ ਇੱਥੇ ਚਾਰਜ ਆਂਦਾ ਇੱਥੇ, ਮੰਨ ਲਓ ਕੈਪੈਸਿਟਰ ਨੂੰ ਦਿੱਤਾ ਆਪਾਂ ਚਾਰਜ Q, ਤੇ ਇਧਰਲੇ ਫੇਸ ਤੇ ਫਿਰ ਕਿੰਨਾ ਆਂਦਾ -Q। ਪਰ ਇੱਥੇ ਟੋਟਲ ਚਾਰਜ ਤਾਂ ਦਿੱਤਾ ਨਹੀਂ ਨਾ ਇਸ ਪਲੇਟ ਤੇ, ਹਨਾ। ਇਹਦੇ ਇਧਰਲੇ ਪਾਸੇ ਫਿਰ ਪੱਕੀ ਗੱਲ ਕਿੰਨਾ ਆਊਗਾ +Q, ਤੇ ਫਿਰ ਇਧਰਲੇ ਫੇਸ ਤੇ ਫਿਰ -Q, ਹਨਾ। ਪਰ ਆਹ ਪਲੇਟ ਤੇ ਟੋਟਲ ਚਾਰਜ ਦਿੱਤਾ ਨਹੀਂ ਤੁਸੀਂ, ਤਾਂ ਫਿਰ ਇੱਧਰ ਫਿਰ +Q, ਹਨਾ। ਇੱਧਰ ਫਿਰ -Q। ਤਾਂ ਬੇਸਿਕਲੀ ਹੁੰਦਾ ਪਤਾ ਕੀ ਹੈ, ਹੁੰਦਾ ਇਹ ਹੈ ਕਿ ਜਿਹੜਾ ਇਸ ਪਲੇਟ ਦਾ ਆਹ ਵਾਲਾ ਫੇਸ ਹੈ, ਆਹ ਵਾਲਾ ਫੇਸ ਮਤਲਬ ਇਧਰਲਾ ਸਿਰਫ ਚੇਅਰ ਸਮਝੋ ਦਾ ਸਮਝੋ ਫੇਸ, ਤੇ ਇਧਰਲਾ ਆ ਮਿਲ ਕੇ ਇੱਕ ਕੈਪੈਸਿਟਰ ਬਣਾ ਰਿਹਾ ਵਾ, ਠੀਕ ਹੈ ਗੱਲ। ਤੇ ਜਿਹੜਾ ਇਧਰਲਾ ਆ ਆਹ ਵਾਲਾ, ਉਹ ਮਿਲ ਕੇ ਇਹਦੇ ਨਾਲ ਇੱਕ ਕੈਪੈਸਿਟਰ ਬਣਾ ਰਿਹਾ ਵਾ, ਜੋ ਕਿ ਆਪਾਂ ਵੈਸੇ ਉੱਥੇ ਤਾਂ ਆਪਾਂ ਸਿੱਧੇ ਕੀਤਾ ਨਾ ਕਿ ਦੋ ਪਲੇਟਾਂ ਨੂੰ ਆਪਾਂ ਅਟੈਚ ਕਰਤਾ, ਦੋ ਮੈਂ ਕਰਦਾ ਹਾਂ। ਆ ਦੂਜਾ ਯੈਲੋ ਵਾਲਾ ਬਣਿਆ ਦੇਖੋ, ਉਸ ਤੋਂ ਬਾਅਦ ਅਗਲਾ ਕੈਪੈਸਿਟਰ ਬਣੂਗਾ ਆਹ ਵਾਲਾ, ਜਿਵੇਂ ਆਪਾਂ ਤਾਂ ਦਿਖਾ ਦਿੰਦੇ ਨਾ C1 C2 C3 ਉੱਤੇ ਦੇਖ ਰਹੇ ਸੀਗੇ ਇਸ ਤਰ੍ਹਾਂ। ਤਾਂ ਕੈਪੈਸਿਟਰ ਬੇਸਿਕਲੀ ਐ ਬਣ ਰਹੇ ਨੇ, ਤੇ ਇੱਕ ਤਰ੍ਹਾਂ ਕੈਪੈਸਿਟਰ ਸਮਝ ਲਓ ਸਾਰੇ ਕੀ ਚ ਨੇ, ਸੀਰੀਜ਼ ਨੇ, ਹਨਾ। ਜਿਵੇਂ ਹੁਣ ਭਾਵੇਂ ਇਸ ਆ ਯੈਲੋ ਵਾਲੀ ਤੇ ਆ ਰੈੱਡ ਵਾਲਾ ਕਲਾ ਫੇਸ ਡਰਾ ਕਰਕੇ ਇਸ ਤਰ੍ਹਾਂ, ਤੇ ਮੈਂ ਉਹਦੇ ਵਿੱਚ ਆ ਇਹਨੂੰ ਕੰਡਕਟਿੰਗ ਵਾਇਰ ਐ ਸ਼ੋ ਕਰ ਦਿੰਦਾ, ਆ ਛੋਟੀ ਜਿਹੀ ਕੰਡਕਟਿੰਗ ਵਾਇਰ ਸ਼ੋ ਕਰ ਦਿੰਦਾ, ਤਾਂ ਵੀ ਤਾਂ ਤੁਸੀਂ ਸਮਝਦੇ ਨਾ ਉਹਨੂੰ ਉਸ ਤਰ੍ਹਾਂ। ਤਾਂ ਹੁਣ ਬਸ ਇਮਾਨੀ ਮੈਨੂੰ ਐ ਦੱਸ ਵੀ ਕਿੰਨੇ ਇਹ ਪਲੇਟਾਂ ਨੇ ਕਿੰਨੀਆਂ, ਤੇ ਕਿੰਨੇ ਕੈਪੈਸਿਟਰ ਬਣਨਗੇ। ਪਲੇਟਾਂ ਕਿੰਨੀਆਂ ਨੇ n ਹਾਂ ਤੇ 4 ਪਲੇਟਾਂ ਹੁੰਦੀਆਂ ਤਾਂ ਕਿੰਨੇ ਕੈਪੈਸਿਟਰ ਬਣਨੇ ਸੀ, 3 ਨਾ। 5 ਪਲੇਟਾਂ ਹੁੰਦੀਆਂ ਤਾਂ 4। ਹਾਂਜੀ। ਹੁਣ ਬੇਸਿਕਲੀ n ਪਲੇਟਾਂ ਨੇ ਤਾਂ ਕਿੰਨੀਆਂ ਬਣਨਗੇ, n-1 ਕੈਪੈਸਿਟਰ। ਸਾਰਾ ਦਾ ਕੈਪੈਸਿਟੈਂਸ ਕਿੰਨਾ ਆ, C ਹੈ। ਤਾਂ C ਇਫੈਕਟਿਵ ਕੀ ਹੋਏਗਾ, 1/C ਕਿੰਨੀ ਵਾਰੀ, n-1 ਟਾਈਮਸ। ਤਾਂ ਇਹ ਬਣ ਜਾਏਗਾ n-1/C। ਤਾਂ C ਇਫੈਕਟਿव ਕੀ आएगा, ठीक है। हाँ जी 13वें के बाद 17वां देखो सर जे पैरेलल अरेंज ਹੁੰਦੇ ਫਿਰ ਆਪਾਂ C ਆਪਸ਼ਨ ਲਿਖਣਾ ਸੀ ਨਾ, ਇਹ n-1 into C ਹੋ ਜਾਣਾ ਸਿੱਧਾ ਹੀ, C + C + C + C ਗੱਲ ਖਤਮ। ਠੀਕ ਹੈ ਸਰ। ਆ ਦੇਖੋ ਸਵਾਲ ਕੀ ਹੈ, ਇਹ ਕਹਿੰਦੇ two insulated charged spheres of radii, these are given charges inna and they are connected to each other with a wire, no loss of energy takes place when। ਕੱਲ ਹੀ ਪੜਾਇਆ ਵਾ, ਮੈਨੂੰ ਇਹ ਦੱਸੋ ਪਹਿਲਾਂ ਯੋਗੇਸ਼, ਹਾਂਜੀ ਸਰ। ਲਾਸ ਆਫ એનર્ਜੀ ਹੁੰਦੀ ਕਿਉਂ ਹੈ, ਜਦੋਂ ਅਸੀਂ ਦੋ ਕੈਪੈਸਿਟਰ ਨੂੰ ਜੋੜਦੇ ਹਾਂ ਆਪਸ ਵਿੱਚ, ਤਾਂ ਕੀ ਹੁੰਦਾ ਹੈ ਅਸਲ ਵਿੱਚ ਸਰ ਦੋਨਾਂ 'ਚ ਕਾਮਨ ਪੋਟੈਂਸ਼ੀਅਲ ਆਂਦਾ। ਹਾਂ ਇਹ ਮੰਨ ਲਾ ਇੱਕ ਕੈਪੈਸਿਟਰ ਦਾ ਪੋਟੈਂਸ਼ੀਅਲ ਕੁਝ ਹੋਰ ਹੈ, ਇੱਕ ਦਾ ਕੁਝ ਹੋਰ ਹੈ, ਹਨਾ। ਹਾਂਜੀ ਸਰ। ਤੇ ਤੂੰ ਉਹਨਾਂ ਨੂੰ ਜਦੋਂ ਜੋੜੇਗਾ ਇਸ ਤਾਰ ਦੇ ਨਾਲ, ਤਾਂ ਜੇ ਉੱਪਰਲਾ ਹਾਇਰ ਹੋਇਆ ਤਾਂ ਚਾਰ ਨੀਚੇ ਭੱਜੇਗਾ, ਨੀਚੇ ਹਾਇਰ ਤਾਂ ਚਾਰ ਉੱਪਰ ਭੱਜੇਗਾ ਨਾ। ਹਾਂਜੀ ਸਰ। ਬੇਸਿਕਲੀ ਇਹੀ ਹੁੰਦਾ ਨਾ, ਹਾਂਜੀ ਸਰ। ਯਾਨੀ ਸ਼ੇਅਰਿੰਗ ਆਫ ਚਾਰਜ, ਜਿਹੜਾ ਇਹ ਚਾਰਜ ਫਲੋ ਕਰਦਾ ਹੈ ਵਾਇਰ 'ਚ, ਤਾਂ ਵਾਇਰ ਗਰਮ ਹੁੰਦੀ ਹੈ ਨਾ, ਹੀਟ ਹੁੰਦੀ ਹੈ। ਹਾਂਜੀ ਸਰ। ਜੇ ਦੋਨਾਂ ਦਾ ਪੋਟੈਂਸ਼ੀਅਲ ਸੇਮ ਹੀ ਹੋ ਜਾਵੇ ਤਾਂ ਹੀਟ ਪ੍ਰੋਡਿਊਸ ਹੋਏਗੀ ਕੋਈ, ਨਹੀਂ ਸਰ। ਤਾਂ ਚਾਰਜ ਦੀ ਸ਼ੇਅਰਿੰਗ ਹੋਏਗੀ ਕੋਈ, ਨਹੀਂ ਸਰ। ਉਹ ਕਹਿ ਰਹੇ ਨੇ ਨੋ ਲਾਸ ਆਫ એનર્ਜੀ ਟੇਕਸ ਪਲੇਸ। ਤੇ ਜੇ ਨੋ ਲਾਸ ਆਫ એનર્ਜੀ ਟੇਕਸ ਪਲੇਸ ਹੈ ਕਿ ਜੇ ਤੂੰ ਦੋ ਇਨਸੂਲੇਟਿਡ ਆਈਸੋਲੇਟਿਡ ਆਪਣਾ ਆਈ ਥਿੰਕ ਆਈਸੋਲੇਟਿਡ ਤੂੰ ਸਫੀਅਰ ਲੈ ਲੇ, ਇਹਦਾ ਰੇਡੀਅਸ ਹੈਗਾ r2, ਇਹਦਾ ਹੈਗਾ r1, ਇਹਦੇ ਉੱਪਰ ਚਾਰਜ q1, ਇਹਦੇ ਉੱਪਰ q2, ਤੇ ਜੇ ਦੋਨਾਂ ਨੂੰ ਕੰਡਕਟਿੰਗ ਵਾਇਰ ਨਾਲ ਜੋੜੇਗਾ ਤੇ ਵਾਇਰ ਦੇ ਵਿੱਚ ਕੋਈ ਹੀਟ ਪ੍ਰੋਡਿਊਸ ਤਾਂ ਹੀ ਨਹੀਂ ਹੋਗੀ ਨਾ ਜੇ ਦੋਨਾਂ ਦਾ ਪੋਟੈਂਸ਼ੀਅਲ ਸੇਮ ਹੋਏਗਾ, ਤਾਂ ਹੀਟ ਪ੍ਰੋਡਿਊਸ ਨਹੀਂ ਹੋਏਗੀ, ਹੈ ਨਾ। ਨੋ ਲਾਸ ਆਫ એનર્ਜੀ। ਤਾਂ ਇਹਦਾ ਪੋਟੈਂਸ਼ੀਅਲ ਦਾ ਫਾਰਮੂਲਾ ਕੀ ਹੈ, ਸਰਫੇਸ ਤੇ ਦੇਖ ਲੈਣਾ K/R1, ਉਹਦਾ ਕੀ ਹੈ K/R2। ਬਸ ਇਹ ਬਰਾਬਰ ਹੋਣੇ ਚਾਹੀਦੇ ਨੇ। ਇੱਥੋਂ ਦੇਖ ਲੈ ਕੰਡੀਸ਼ਨ ਕਿਹੜੀ ਆ, Q1 R2 = ਆਹ ਵਾਲੀ ਇਕੁਏਸ਼ਨ ਬਣ ਰਹੀ ਹੈ। ਜੇ ਪੋਟੈਂਸ਼ੀਅਲ ਹੀ ਬਰਾਬਰ ਹੋ ਗਿਆ ਤਾਂ ਹੀ ਤਾਂ ਲਾਸ એનર્ਜੀ ਨਹੀਂ ਹੋਈ ਨਾ, ਠੀਕ ਹੈ। ਇਹ ਦੋਨੋਂ ਪ੍ਰੈਕਟਿਸ ਸ਼ੀਟ ਬਹੁਤ ਚੰਗੀ ਤਰ੍ਹਾਂ ਕਰ ਲਓਗੇ, HC ਫਰਮਾ ਕਰ ਲਓਗੇ, ਤੁਸੀਂ ਸਮਝ ਲਓ ਕਿ ਕੈਪੈਸਿਟਰ ਬਾਰੇ ਆਪਣਾ ਕਾਫੀ ਚੀਜ਼ ਵਧੀਆ ਡਿਸਕਸ਼ਨ ਹੋਊਗੀ। ਫਿਰ ਤੁਹਾਡਾ ਮਤਲਬ ਮੈਂ ਇਸ ਗੱਲ ਲਈ ਕੌਨਫੀਡੈਂਟ ਹੋਊਗਾ, ਤੁਹਾਡਾ ਮੈਂ ਟੈਸਟ ਲੈ ਪਾਊਂਗਾ ਚੱਜ ਨਾਲ।
दसो जी 19 तो लैके 23 तक। 22nd क्वेश्चन ਵਿੱਚ डी ਸਮਝਾਇਓ ਜਰਾ ਮੈਨੂੰ। 22 ਦਾ डी ਆਪਸ਼ਨ ਨਹੀਂ ਪਤਾ ਮੈਨੂੰ। अच्छा कर रहे गल होर बाकी हो गए ना सारे। हुण देखो इत्थे भी आ जस्ट मैं वैसे गल कर रहा हूं गल आ क्वेश्चन आ 310 वोल्ट वाला है ना, चार्ज एंड पोटेंशियल डिफरेंस अक्रॉस 4 माइक्रोफैरड पूछा इन्होंने है ना ਇਹਦੇ अक्रॉस। ਹੁਣ ਤੁਹਾਨੂੰ ਪਤਾ 4 ਮਾਈਕਰੋਫੈਰਡ ਚ ਇੱਥੇ ਜਿਹੜਾ ਚਾਰਜ ਜਿਹੜਾ ਇੱਥੇ ਆਊਗਾ ਨਾ ਟੋਟਲ Q ਇੱਥੇ ਤੱਕ ਤਾਂ Q ਪੂਰਾ ਹੀ ਆਊਗਾ ਜਿਹੜਾ ਬੈਟਰੀ ਤੋਂ ਨਿਕਲੂਗਾ ਜਿਹੜਾ C ਇਫੈਕਟਿਵ ਕਰਕੇ ਕਰੋਗੇ ਇੱਥੇ ਡਿਵਾਈਡ ਹੋਣਾ ਉਹਨਾਂ ਚਾਰ ਚਾਰਜ ਬਰਾਬਰ ਡਿਵਾਈਡ ਹੋਣਾ। ਸੋ ਚਾਰਜ ਤਾਂ ਜਿੰਨਾ ਵੀ Q ਆਊਗਾ ਉਹਦਾ ਅੱਧਾ ਕਰ ਦੋਗੇ, ਸਿੰਪਲ ਜੀ ਗੱਲ ਪਤਾ ਲੱਗ ਜਾਏਗਾ ਵੀ ਇਹਦੇ ਅਕ੍ਰੋਸ ਕਿੰਨਾ ਵੋਲਟੇਜ ਦੋਨਾਂ ਦੇ ਅਕ੍ਰੋਸ ਸੇਮ ਆਣਾ ਚਾਹੀਦਾ ਹੈ। ਤਾਂ ਤੁਸੀਂ ਦੋਨਾਂ ਨੂੰ ਸਿਰਫ ਇੱਕ ਵੋਲਟੇਜ ਇੱਕ ਕੈਪੈਸਿਟਰ ਮੰਨ ਕੇ 8 ਮਾਈਕਰੋਫੈਰਡ ਵਾਲਾ ਤੇ ਤੁਸੀਂ ਉਹਦੇ ਅਕ੍ਰੋਸ ਵੋਲਟੇਜ ਦੀ ਡਿਵੀਜ਼ਨ ਦਾ ਉਹੀ ਫਾਰਮੂਲਾ ਲਾ ਸਕਦੇ ਹੋ ਜੋ ਮੈਂ ਹੁਣੇ ਲਾਇਆ ਸੀ, ਕਿਉਂਕਿ ਆਹ ਤੇ ਆਹ ਤਿੰਨੋਂ ਸੀਰੀਜ਼ ਚ ਹੋਣਗੇ ਹਨਾ। ਯੈਸ ਸੋ ਆ ਗੱਲਾਂ ਹੁਣ ਥੋੜਾ ਤੇਜ਼ ਕਰਿਓ, ਹੁਣ ਸਮਝ ਲੱਗ ਜਾਣਗੀਆਂ ਤੁਹਾਨੂੰ। ਆਹ ਤੇ 22ਵਾਂ ਕੁਐਸਚਨ ਦੇਖੋ। 22ਵਾਂ ਕੁਐਸਚਨ ਹੈ ਕੀ ਆ, ਵਿਚ ਆਫ ਦਾ ਫੋਲੋਇੰਗ है स्टोर्स मैक्सिमम एनर्जी। तो देखो पहली गल तो जी एनर्जी होंगी है मैक्सिमम किसी भी अपने जिथे इलैक्ट्रिक फील्ड का कैपेसिटर का सिस्टम हो, एनर्जी स्टोर होंगी है इन फॉर्म ऑफ इलैक्ट्रिक फील्ड ना। हाँ जी आप एनर्जी डेंसिटी जी है, एनर्जी डेंसिटी वो भी देखी सी कितनी है एनर्जी पर यूनिट वॉल्यूम 1/2 एप्सिलॉन नॉट E स्क्वायर है ना। यस आप देख चुके हैं। विच ऑफ द फॉलोइंग सिस्टम स्टोर्स मैक्सिमम एनर्जी। हुण देखो ਇਹਦੇ ਚ ਕੀ ਹੈ, ਇਹਦੇ ਚ ਚਾਰਜ Q ਦਿੱਤਾ ਹੈ ਅੰਦਰ ਵਾਲੇ ਸਰਫੇਸ ਤੇ ਨਾ, ਇੱਥੇ ਪੋਜ਼ਿਟਿਵ ਆਏਗਾ, ਇਧਰ ਅੰਦਰ ਪਾਸੇ ਨੈਗੇਟਿਵ ਆਏਗਾ, ਬਾਹਰ ਪਾਸੇ ਫਿਰ ਪੋਜ਼ਿਟਿਵ ਆਏਗਾ। ਤਾਂ ਇਹਦੇ ਕਰਕੇ ਇਹਦੇ ਅੰਦਰ ਇਲੈਕਟ੍ਰਿਕ ਫੀਲਡ ਹੋਏਗਾ ਇੱਥੇ है ना, ਤੇ ਬਾਹਰ ਵੀ ਇਲੈਕਟ੍ਰਿਕ ਫੀਲਡ ਹੋਏਗਾ ਨਾ ਫਿਰ ਬਾਹਰਲੇ ਸਰਫੇਸ ਤੇ। ਤਾਂ ਇਹ ਚ એનર્ਜੀ ਜਿਹੜੀ ਸਾਰੇ ਪਾਸੇ ਫੈਲੀ ਹੋਈ ਹੈ। ਇਹਦੇ ਚ ਕੀ ਆ, ਇਹਦੇ ਚ ਬਾਹਰਲਾ ਤੁਸੀਂ ਕਰਤਾ ਅਰਥਿੰਗ ਕਰਤੀ, ਬਾਹਰ ਵਾਲਾ ਇਲੈਕਟ੍ਰਿਕ ਫੀਲਡ ਖਤਮ ਹੋ ਗਿਆ, ਸਿਰਫ ਅੰਦਰ ਰਹਿ ਗਿਆ ਨਾ। ਹਾਂਜੀ ਸਰ ਇਹਦੇ ਚ ਕੀ ਆ, ਅੰਦਰਲਾ ਅਰਥਿੰਗ ਕਰਤੀ ਹੈ, ਚਾਰਜ ਦਿੱਤਾ ਤੇ ਆ ਦਿੱਤਾ ਆ ਚਾਰਜ ਦਿੱਤਾ, ਠੀਕ ਹੈ, ਚਾਰਜ ਦਿੱਤਾ ਬਾਹਰ ਦਿੱਤਾ ਸਿਰਫ, ਤੇ ਅੰਦਰਲਾ ਅਰਥਿੰਗ ਕਰਤੀ ਹੈ ਹਨਾ। ਸੋ ਇਹਦੇ ਚ ਬਾਹਰ ਹੀ ਹੋਏਗਾ ਇਲੈਕਟ੍ਰਿਕ ਫੀਲਡ ਹਨਾ, ਅੰਦਰ ਤਾਂ ਫਿਰ ਉੱਥੇ ਚਾਰਜ ਰੁਕੇਗਾ ਨਹੀਂ। ਤੇ ਇਹਦੇ ਚ ਕੀ ਹੋਏਗਾ, ਇਹਦੇ ਚ ਬਾਹਰ ਚਾਰਜ ਦਿੱਤਾ, ਅੰਦਰ ਕੋਈ ਚਾਰਜ ਇੱਥੇ ਆਏਗਾ ਨਹੀਂ ਨਾ, ਦੇਖੇ ਇਸ ਕੇਸ ਵੀ, ਕਿਉਂਕਿ ਅੰਦਰ ਕੋਈ ਜਾਂ ਤਾਂ ਆਇਆ ਹੁੰਦਾ ਕਿ ਅੰਦਰਲਾ ਆ ਸ਼ੈਲ ਹੈਗਾ ਤੇ ਆ ਹੈਗਾ, ਬਾਹਰ ਚਾਰਜ ਤੁਸੀਂ Q ਦਿੱਤਾ ਵੀ ਮੰਨ ਲਾ ਇਹਨੂੰ ਟੋਟਲ Q, ਤੇ ਇਹਦੇ ਅੰਦਰ ਤੁਸੀਂ ਮੰਨ ਲਓ ਕੋਈ ਚਾਰਜ Q ਰੱਖਿਆ ਹਨਾ, ਤਾਂ ਇਹਦੇ ਇਨਰ ਫੇਸ ਤੇ -Q ਆਉਂਦਾ ਨਾ ਗੌਸ ਲਾ ਦੇ ਨਾਲ ਹਨਾ, ਫਿਰ ਆਊਟਰ ਫੇਸ ਤੇ ਆਉਂਦਾ +Q, ਫਿਰ ਉਹਦੇ ਕਰਕੇ ਇੱਧਰ -Q ਆਉਂਦਾ, ਤਾਂ ਫਿਰ ਉੱਪਰ ਟੋਟਲ ਚਾਰਜ ਉੱਪਰ Q +Q ਆ ਜਾਣਾ ਸੀ ਨਾ। ਸਮਝ ਲੱਗੀ ਗੱਲ? यस तो होना इत्थे तो कुछ है नहीं, इत्थे तो अपने कोल अंदर चार्ज ही कोई नहीं है, तो बेसिकली ये बाहर वाला ही है था ये भी सिचुएशन। तो फिर ਇਹਦੇ ਨਾਲ ਆਪਣੇ ਕੋਲ ਕਿੱਥੇ ਆਏਗਾ, एक ही आएगा नहीं मैक्सिमम एनर्जी पूछी ना, आ ਇੱਥੇ ਆਏਗੀ मैक्सिमम एनर्जी पहले पे ए हाँ हाँ ਉਹਦੇ ਚ ਜ਼ਿਆਦਾ ਹੈ ਨਾ सर C ਤੇ D ਦੀ એનર્ਜੀ ਸੇਮ ਹੋਏਗੀ। C ਤੇ D ਦੀ એનર્ਜੀ ਹਾਂ ਇੱਥੇ ਸੇਮ ਹੋਣੀ ਚਾਹੀਦੀ ਹੈ, ਕਿਉਂਕਿ ਅੰਦਰਲੇ ਨੂੰ ਅਰਥਿੰਗ ਕੀਤਾ ਜਾਂ ਨਹੀਂ ਕੀਤਾ, ਜੇ ਚਾਰਜ ਨਹੀਂ ਦਿੱਤਾ ਤਾਂ ਕੋਈ ਫਰਕ ਨਹੀਂ ਪੈਣਾ ਚਾਹੀਦਾ। ਠੀਕ ਹੈ ਹਾਂਜੀ ਸਰ ਠੀਕ ਹੈ ਸਰ। ਇਹ ਚ ਦੱਸਿਓ ਬਈ, ਇਹ ਤਾਂ ਹੋ ਗਏ ਹੋਣੇ ਆ ਦੋਨੋਂ ਸੀਰੀਜ਼ ਸਾਫ਼ ਦਿਖ ਰਹੇ, ਆ ਦੋਨੋਂ ਸੀਰੀਜ਼ ਚ ਨੇ, ਕੈਲਕੂਲੇਟ ਕਰ ਲਿਓ। ਹਾਂਜੀ ਸਰ ਠੀਕ ਹੈ, ਫਿਰ ਉਹ ਦੋਨੋਂ ਇਹਦੇ ਨਾਲ ਪੈਰਲਲ ਚ ਨੇ, ਫਿਰ ਇਹ ਦੋ ਦੇ ਨਾਲ ਇਹ ਸੀਰੀਜ਼ ਚ ਹੈ ਹਨਾ। ਆਹ ਵਾਲੀ ਪੂਰੀ ਵਾਇਰ ਜਿਹੜੀ ਆ ਸੋਲਵ ਹੋ ਜਾਣੀ ਹੈ। ਫਿਰ ਇਸ ਤਰ੍ਹਾਂ ਹੀ ਆ ਦੋ ਤੇ ਦੋ ਸੀਰੀਜ਼ ਨੇ, ਇਸ ਇੱਕ ਦੇ ਨਾਲ ਇਹ ਪੈਰਲਲ ਚ ਨੇ, ਆ ਸੋਲਵ ਕਰਕੇ ਪੂਰਾ, ਫਿਰ 8 ਨਾਲ ਇਹ ਸੀਰੀਜ਼ ਆ ਪੂਰਾ ਕੈਲਕੂਲੇਟ ਹੋ ਜਾਣਾ। ਇਹਨਾਂ ਦੋਨਾਂ ਦਾ ਪੈਰਲਲ ਚ ਫਿਰ ਆਪਸ ਚ ਜੋੜ ਦੇਣਾ ਸਿੱਧਾ ਹੀ, ਫਿਰ ਆ C ਦੇ ਨਾਲ ਤੁਸੀਂ ਇਹਦਾ ਫਾਰਮੂਲਾ ਲਾਓਗੇ ਸੀਰੀਜ਼ ਦਾ, ਤੇ ਟੋਟਲ ਬਰਾਬਰ ਕਰ ਦੋਗੇ 3 ਮਾਈਕਰੋਫੈਰਡ ਦੇ, ਤਾਂ C ਦੀ ਵੈਲਿਊ ਆ ਜਾਊਗੀ ਹਨਾ। ਚਲੋ ਹੋਰ ਦੱਸੋ ਬਈ ਕਿਨਵਾ बोलो भाई हिमानी, हाँ बोलो फिर तुम। 25th थोड़ा यार विच हो गया, ट्रिकी हो गया, ਤੁਹਾਨੂੰ मैं दस दिना।
ਸਿੱਧਾ ਹੀ ਕਰ ਸਕਦੇ ਹਾਂ ਆਪਾਂ ਵੈਸੇ ਇਹਨੂੰ। ਬੇਸਿਕਲੀ ਮੈਂ ਤੁਹਾਨੂੰ ਪਹਿਲਾਂ ਨੇ ਸਮਝਾਇਆ 10 ਵੋਲਟ ਦਾ ਮਤਲਬ, ਜਦੋਂ 10 ਵੋਲਟ ਦੀ ਬੈਟਰੀ ਲੱਗੀ ਹੁੰਦੀ ਹੈ, ਇਹਦਾ ਮਤਲਬ ਅਸੀਂ ਕਈ ਵਾਰ ਇਹ ਸਮਝ ਲੈਂਦੇ ਹਾਂ ਵੀ ਇਧਰਲਾ 10 ਵੋਲਟ ਤੇ ਇਧਰਲਾ 0 ਵੋਲਟ ਤੇ, ਹਨਾ। ਪਰ ਇਹ ਜ਼ਰੂਰੀ ਨਹੀਂ ਹੁੰਦਾ, ਇਹ ਜ਼ਰੂਰੀ ਨਹੀਂ ਹੁੰਦਾ। ਜ਼ਰੂਰੀ ਹੁੰਦਾ ਹੈ ਕਿ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਇਧਰਲਾ ਕੋਈ ਪੁਆਇੰਟ ਲੈ ਲਓ ਤੁਸੀਂ A, ਇਧਰਲਾ ਕੋਈ ਪੁਆਇੰਟ ਲੈ ਲਓ B, ਤੇ ਆ 20 ਵੋਲਟ ਦੀ ਹੈ, ਇਹਦਾ ਮਤਲਬ ਹੁੰਦਾ V ਪੋਟੈਂਸ਼ੀਅਲ ਐਟ A ਮਾਈਨਸ ਪੋਟੈਂਸ਼ੀਅਲ ਐਟ B ਜਿਹੜਾ ਉਹ 20 ਵੋਲਟ है ना, या फिर पोटेंशियल एट बी माइनस पोटेंशियल एट ए इज माइनस ऑफ V वोल्ट। बस आ मतलब ਹੁੰਦਾ ਇਹਦਾ। ਬੈਟਰੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ 0 ਤੇ ਹੀ ਹੈ। ਸੋ 0 ਕਈ ਵਾਰ ਸਾਨੂੰ ਆਪ, ਹੁਣ ਜੇ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਵਿਚਕਾਰ ਆ ਐਂਡ ਪੁਆਇੰਟ ਨੂੰ ਅਰਥਿੰਗ ਕਰਦੀ ਨਾ, ਇੱਥੇ ਦੇਖੋ ਇਹਦਾ ਮਤਲਬ 0 ਵੋਲਟ ਇੱਥੇ ਆ ਗਿਆ। ਹੁਣ ਤੁਹਾਡਾ ਆ 0 ਵੋਲਟ ਹੈ ਜਿਹਦੀ ਅਰਥਿੰਗ ਕਰ ਦਿੱਤੀ ਉਹਨਾਂ ਨੇ। ਸੋ ਬੇਸਿਕਲੀ ਹੁਣ ਬੈਟਰੀ ਨੇ ਕੀ ਕਰਨਾ ਹੁੰਦਾ, ਆਪਣੇ ਦੋਨੋਂ ਪੁਆਇੰਟਸ ਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ 10 ਬਣਾਉਣਾ। ਤਾਂ ਇਹਦਾ ਮਤਲਬ A ਤੇ B ਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ 10 ਹੋਏਗਾ। ਕਲੀਅਰ ਹੈ ਗੱਲ? ਹੁਣ ਤੁਸੀਂ 0 ਤੋਂ ਚੱਲਣਾ ਆ, ਪੋਟੈਂਸ਼ੀਅਲ ਡਿਫਰੈਂਸ 10 ਬਣਾਉਣਾ ਹੈ। ਵੈਸੇ ਤੁਸੀਂ ਉਹ ਆਮ ਰੀਅਲ ਨੰਬਰ ਲਾਈਨ ਵੀ ਸੋਚ ਕੇ ਦੇਖਿਓ, ਜਿਵੇਂ ਰੀਅਲ ਲਾਈਨ ਤੁਸੀਂ ਸੋਚਦੇ ਹੋ ਇੱਥੇ 0 ਦੇ ਅਰਾਊਂਡ ਆਪਾਂ ਆ 0 ਹੈ, ਠੀਕ ਹੈ, ਤੇ ਆ ਦੋ ਪੁਆਇੰਟ ਹੈਗੇ ਨੇ ਰੀਅਲ ਲਾਈਨ ਤੇ ਜਿਨ੍ਹਾਂ ਵਿੱਚ ਡਿਸਟੈਂਸ 10 ਹੈ, ਠੀਕ ਹੈ। ਤੇ ਤੁਸੀਂ ਕਿਵੇਂ ਸੋਚੋਗੇ ਇਹਨੂੰ? ਜਿਵੇਂ ਜੇ ਮੈਂ ਕਹਾਂ ਇਧਰਲਾ ਇਹ ਜ਼ਿਆਦਾ ਨੰਬਰ, ਜਿਵੇਂ ਇੱਥੇ ਹਾਇਰ ਹੈ ਨਾ, ਇੱਧਰ ਹਾਇਰ ਹੈ, ਹਾਇਰ ਨੰਬਰ ਇੱਧਰ ਲੈਣਾ, ਤਾਂ ਤੁਸੀਂ ਬੇਸਿਕਲੀ ਕਿਵੇਂ ਲਓਗੇ? ਜੇ ਮੈਂ ਕਹਾਂ ਕਿ ਇਕੁਅਲ ਡਿਵੀਜ਼ਨ ਕੀਤੀ 3 ਹਿੱਸਿਆਂ ਦੇ ਵਿੱਚ ਇਹਨੂੰ, ਹਨਾ, 1 2 3 4, ਤਾਂ 0 ਤੋਂ ਇੱਧਰ ਤੁਸੀਂ ਆਬਵੀਅਸਲੀ -2.5 ਤੇ ਇੱਧਰ 7.5 ਹੀ ਲਓਗੇ ਨਾ, ਕਿਉਂਕਿ ਇੱਧਰ ਆਪਾਂ ਦੇਖਿਆ 4 ਕਪੈਸਿਟਰ ਹੈਗੇ ਸੇਮ ਨੇ, ਆਇਡੈਂਟੀਕਲ ਨੇ, ਤਾਂ ਸਾਰੇ ਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੈ ਉਹ ਕਿੰਨਾ ਆਏਗਾ ਇੱਥੇ? ਡ੍ਰੌਪ, ਸੌਰੀ ਪੋਟੈਂਸ਼ੀਅਲ ਡਿਫਰੈਂਸ ਨਹੀਂ, ਪੋਟੈਂਸ਼ੀਅਲ ਡ੍ਰੌਪ, ਹਨਾ। ਜਿਵੇਂ ਕੱਲੇ ਕੱਲੇ ਦੇ ਅਕ੍ਰੋਸ, ਜਿਵੇਂ ਹੁਣੀ ਕਹਿ ਰਹੀ ਸੀ ਹਿਮਾਨੀ, ਕਹਿ ਰਹੀ ਸੀ ਨਾ 6 6 6 ਹੈਗੇ ਨੇ, 10 10 10 ਕਰ ਦੋ ਸਿੱਧਾ ਹੀ, ਹਨਾ। ਤਾਂ ਬੇਸਿਕਲੀ ਉਹ ਤਾਂ ਉਹੀ ਆਏਗਾ ਇੱਥੇ। ਪਰ ਆਪਾਂ ਨੂੰ ਪਤਾ ਕਿ ਆਪਾਂ ਇਹਨੂੰ 0 ਮੰਨ ਕੇ ਚੱਲਣਾ, ਤਾਂ ਉਹਨਾਂ ਨੇ ਪ੍ਰੈਫਰੈਂਸ ਪੁਆਇੰਟ ਬਦਲਤਾ ਆਪਣਾ, ਤਾਂ ਆਪਾਂ ਨੂੰ ਸਮਝਣਾ ਪੈਣਾ ਕਿ 0 ਹੈ ਤੇ ਟੋਟਲ 10 ਹੀ ਹੋਣਾ ਚਾਹੀਦਾ ਹੈ ਪੋਟੈਂਸ਼ੀਅਲ ਡਿਫਰੈਂਸ, ਤੇ ਆਪਾਂ ਸਾਰੇ 2.5 ਕਰਤਾ, ਤਾਂ 2.5 ਕਰਤਾ, ਤਾਂ ਇੱਥੇ 2.5 ਘਟ ਕੇ ਇਧਰ -2.5 ਆਏਗਾ ਆ 0, ਠੀਕ ਹੈ। ਤੇ ਇਧਰ ਆਏਗਾ ਠੀਕ ਹੈ 7.5, ਠੀਕ ਹੈ। ਕਿਉਂਕਿ ਇਹ n ਨੂੰ ਨਾ ਅਰਥਿੰਗ ਕਰਦੇ ਨਾ, ਤਾਂ ਇਹ ਆਣਾ ਸੀ 10, ਇਹ ਫਿਰ 0 ਕਹਿ ਦਿੰਦਾ ਮੈਂ। ਹੋਰ ਦੱਸੋ ਬਈ ਇਹਨਾਂ ਚੋਂ? 27 ਕਿਹੜਾ? 27 ਤੇ 29। 27 ਤੇ 29। 27 ਨੂੰ ਤੁਸੀਂ ਇੱਥੇ ਹੀ ਸੋਚ ਲਓ, ਦੇਖ ਲਓ, ਮੇਰੀ ਗੱਲ ਧਿਆਨ ਨਾਲ ਸੁਣਿਓ। ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਗਈ, ਤੁਹਾਨੂੰ ਇਸ ਤੋਂ ਅੱਗੇ ਤਾਂ ਪਤਾ ਨਹੀਂ ਨਾ ਸਰਕਟ ਕਿੱਧਰ ਜਾ ਰਿਹਾ, ਨਾ ਇੱਧਰ ਦਾ ਪਤਾ ਕੁਝ ਕਿੱਧਰ ਜਾ ਰਿਹਾ, ਨਾ ਇੱਧਰ ਦਾ ਪਤਾ ਕੁਝ, ਕਿਤੇ ਵੀ ਨਹੀਂ ਪਤਾ ਨਾ। ਬਸ ਟੈਨਸ਼ਨ ਕਾਹਦੀ ਹੈ ਜਦੋਂ ਪਤਾ ਹੀ ਨਹੀਂ ਹੈਗਾ। ਆਪਾਂ ਨੂੰ ਕੀ ਕਰਨਾ, ਆਪਾਂ ਇਹਦੇ ਸੈਂਟਰ ਤੇ ਆਪਾਂ ਉਹੀ ਵਾਲਾ ਮੈਥਡ ਲਵਾਂਗੇ ਜੇ ਆਪਾਂ ਨੋਡਲ ਚ ਨਹੀਂ ਕਰਦਾ ਸੀ, ਆਪਾਂ ਇਹਦੇ ਅਨਨੋਨ ਪੋਟੈਂਸ਼ੀਅਲ P ਤੇ ਹੈਗਾ, ਆਪਾਂ ਨੂੰ ਫਾਈਂਡ ਵੀ ਇਹੀ ਕਰਨਾ, ਹਨਾ। ਤੁਸੀਂ V ਦੇ P ਪੁਆਇੰਟ ਦੇ ਪੋਟੈਂਸ਼ੀਅਲ ਨੂੰ V ਮੰਨ ਲਓ ਬਸ, ਠੀਕ ਹੈ। ਹੁਣ ਦੇਖੋ, ਕਿਉਂਕਿ ਤੁਹਾਨੂੰ ਬਾਕੀ ਸਰਕਟ ਦਾ ਨਹੀਂ ਪਤਾ, ਹੁਣ ਤੁਸੀਂ ਸਾਰੇ ਆਪਣੀ ਮਰਜ਼ੀ ਚਲਾਓ। 3 ਤਾਰਾਂ ਹੈਗੀਆਂ ਨਾ, ਤੁਸੀਂ ਚਾਹੇ ਕੋਈ 2 ਤਾਰਾਂ ਤੋਂ ਕਰੰਟ ਲੈ ਕੇ ਆਓ ਤੇ 1 ਤਾਰ ਤੋਂ ਭੇਜੋ, ਚਾਹੇ 1 ਤੋਂ ਲਿਆਓ 2 ਤੋਂ ਭੇਜ ਦੋ, ਕਹਿਣ ਦਾ ਭਾਵ ਇਹ ਹੈ ਕਿ ਫਿਰ ਬਾਅਦ ਤੁਸੀਂ ਜੰਕਸ਼ਨ ਰੂਲ ਲਾ ਲਓਗੇ। ਸਮਝ ਲੱਗੀ ਗੱਲ? ਸਿੱਧਾ ਮਾਮਲਾ ਆ, ਕਾਮਨ ਸੈਂਸ ਵੀ ਫਿੱਟ ਹੋਵੇ ਥੋੜਾ ਜਿਹਾ। 30 ਵੋਲਟ ਤੋਂ ਮੈਂ ਇੱਧਰ ਸੋਚਣਾ ਕਰੰਟ ਲੈ ਕੇ ਆਵਾਂ, ਚਾਰਜ ਲੈ ਕੇ ਆਵਾਂ, ਕਿਉਂ ਚਾਰਜ ਲੈ ਕੇ ਆਇਆ, ਠੀਕ ਹੈ ਗੱਲ। ਤੇ ਇਸ ਤੋਂ ਬਾਅਦ ਇੱਧਰ ਨੂੰ ਚਾਰਜ ਗਿਆ, ਇੱਕ ਤਾਂ ਇੱਧਰ ਭੇਜਤਾ, ਥੋੜਾ ਥੋੜਾ ਇੱਧਰ ਭੇਜਤਾ, ਗੱਲ ਠੀਕ ਹੈ ਗੱਲ? ਯੈਸ ਸਰ। ਬਸ ਹੁਣ ਕੁਝ ਨਹੀਂ ਕਰਨਾ, ਇੱਥੇ ਜੰਕਸ਼ਨ ਤੋਂ ਲਾਣਾ ਆ। ਤੁਸੀਂ ਦੱਸੋ ਫਿਰ ਆ ਜਿਹੜਾ ਕੈਪੈਸਿਟਰ ਦਾ C ਹੈਗਾ ਆ ਵਾਲਾ, ਇਹਦੇ ਚ ਆ ਜਿਹੜਾ Q ਆਇਆ, ਬੇਸਿਕਲੀ Q ਜਿਹੜਾ ਆਇਆ ਉਹ ਬਰਾਬਰ ਹੋਏਗਾ ਨਾ Q1 + Q2 ਦੇ, ਜਿਹੜਾ Q1 ਇੱਧਰ ਗਿਆ ਤੇ Q2 ਇੱਧਰ ਗਿਆ। ਬਸ ਧਿਆਨ ਇਹ ਰੱਖਣਾ ਕਿ Q ਜੇ ਉੱਪਰੋਂ ਆਇਆ ਤਾਂ 30 ਵੋਲਟ ਜ਼ਿਆਦਾ ਤੇ 20 ਵੋਲਟ ਘੱਟ ਹੈ ਨਾ ਉਹਦੇ ਨਾਲ, V for ਵਰੁਣ, ਹਨਾ। ਆ ਜ਼ਿਆਦਾ ਮਾਈਨਸ ਘੱਟ ਕਰੋਗੇ ਤੇ ਇਹਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਹੈਗਾ 30 - V, ਤੇ ਇਹਦੇ ਨਾਲ ਕੈਪੈਸਿਟੈਂਸ ਨੂੰ ਮਲਟੀਪਲਾਈ ਕਰੋਗੇ C × V, ਤਾਂ ਹੀ ਤਾਂ ਆਏਗਾ ਚਾਰਜ ਉੱਤੇ। ਯੈਸ ਸਰ। ਪਰ ਜਦੋਂ Q1 ਦੀ ਗੱਲ ਕਰੋਗੇ, Q1 ਚ V ਜ਼ਿਆਦਾ ਹੈ ਕਿਉਂਕਿ ਇੱਧਰ ਗਿਆ ਨਾ ਚਾਰਜ, ਤਾਂ V - 10 ਹੋਣਾ ਚਾਹੀਦਾ ਨਾ, ਕੈਪੈਸਿਟੈਂਸ ਹੀ ਹੈ।
प्लस Q2 ਦੇ ਲਈ ਫਿਰ V ਜ਼ਿਆਦਾ ਹੋਣਾ ਚਾਹੀਦਾ, V - 20 ਹੋਣਾ ਚਾਹੀਦਾ ਨਾ, ਕੈਪੈਸਿਟੈਂਸ C ਹੈ। ਠੀਕ ਹੈ, ਸੋ ਇੱਥੇ C ਤਾਂ ਹੀ ਉਹਨਾਂ ਨੇ ਕਨਸਟੈਂਟ ਦਿੱਤਾ ਤਾਂ ਕਿ ਉਹ ਕੈਂਸਲ ਹੋ ਜਾਵੇ, into 30 - V is equal to C into V - 10 plus V - 20। C ਮੈਂ ਕੱਟ ਹੀ ਦੇਵਾਂ, ਇਹ ਆ ਜਾਏਗਾ 3V, इधर आएगा 60, V कितना आ गया 20 वोल्ट। बस समय लगी गल, कितना सौखा सोचो, कोई गल नहीं, पहली बार सोचते ना इदां दी बड़ी अजीब लगदी चीज़ां, आ के तां सर्किट नहीं बने, आ के तां बैटरी नहीं लगी, आ तां कल्ले कल्ले पॉइंट दा पोटेंशियल दसी जांदे आ। प्रॉब्लम नूं किवें टैकल करना, देखना ते समझना ते बस सीधा ही उधर हुई शूट करना जिधर प्रॉब्लम। समय लगी गल है सर इदां कर रहा सी, बस मैं -3 उधर जाके प्लस नहीं किया, माइनस रह के 0 कर। हाँ कोई गल नहीं, ਹੁਣ ਪਤਾ ਲੱਗ ਗਿਆ ਨਾ, ਮੇਨ ਗੱਲ ਤਾਂ ਆਹੀ ਹੈ ਕਿ ਆਪਾਂ ਹੁਣ ਇਹਨੂੰ ਸਮਝ ਲਿਆ, ਤੂੰ ਕਰ ਇਦਾਂ ਹੀ ਰਿਹਾ ਸੀ, ਤੈਨੂੰ ਪਤਾ ਲੱਗ ਗਿਆ ਕਿ ਬੇਸਿਕਲੀ ਕਿਹੜੀ ਗੱਲ ਦਾ ਧਿਆਨ ਰੱਖਣਾ ਸੀ, ਹਨਾ? ਹਾਂਜੀ ਸਰ। ਅੱਛਾ ਹੁਣ ਇੱਕ ਕੰਮ ਕਰੀ, ਤੂੰ ਇਧਰੋਂ ਦੀ ਚਾਰਜ ਲੈ ਆਈ, ਇਧਰ ਦੋਨੋਂ ਪਾਸੇ ਭੇਜ ਦੀ, ਆ ਕਰਕੇ ਵੀ ਦੇਖ ਲਈ ਜਾਏ। ਜਦੋਂ ਇਧਰੋਂ ਚਾਰਜ ਲੈ ਕੇ ਆਏਗਾ ਤਾਂ ਤੈਨੂੰ ਆ 20 ਵੋਲਟ ਜਿਹੜਾ ਇਧਰ ਸੈਂਟਰ 'ਚ ਬਣਿਆ ਨਾ, ਤੈਨੂੰ ਆ V20 ਨੂੰ ਜ਼ਿਆਦਾ ਮੰਨਣਾ ਪੈਣਾ ਹੁਣ, ਹਨਾ? ਹਾਂਜੀ ਸਰ। ਹੁਣ 20 ਪਤਾ ਨਹੀਂ ਕਿਵੇਂ ਐਡਜਸਟ ਹੋਏ, ਕਿਵੇਂ ਹੋਊਗਾ, ਤੂੰ ਕਰਕੇ ਦੇਖੀ। ਪਰ ਆਪਾਂ ਕੀ ਕਰਦੇ ਆ, ਆਪਾਂ ਜ਼ਿਆਦਾ 30 ਦਿਖ ਰਿਹਾ ਸੀ ਮੈਨੂੰ ਉਧਰ ਜ਼ਿਆਦਾ, ਤੇ ਇਧਰ ਪਾਸੇ ਮੈਂ 20 ਮੰਨਿਆ, ਮੈਂ 30 ਤੋਂ ਹੀ ਲਿਆਣਾ ਸਹੀ ਸਮਝਿਆ ਤਾਂ ਕਿ ਥੋੜਾ ਸੈਂਸ ਵੀ ਬਣੇ, ਅਦਰਵਾਈਜ਼ ਤੁਹਾਡੇ ਆਨਸਰ ਨੈਗੇਟਿਵ ਚ ਆ ਜਾਣੇ ਸੀ ਜਾਂ ਕੁਝ ਇਦਾਂ ਦਾ, ਹਨਾ? ਹਾਂਜੀ ਸਰ। ਕਿਉਂਕਿ ਬਾਕੀ ਸਰਕਟ ਬਾਰੇ ਜਾਣਕਾਰੀ ਨਹੀਂ ਨਾ ਹੈਗੀ ਸਾਨੂੰ। ਦੇਖੋ ਕਿੰਨਾ ਛੋਟਾ ਆ, ਇੱਕ ਮਤਲਬ 30 ਸੈਕਿੰਡ ਲੱਗਣੇ ਇਹਨੂੰ ਜੇ ਤੁਹਾਨੂੰ ਇੱਕ ਵਾਰ ਚੀਜ਼ ਟਰਾਈ ਕਰ ਗਈ। ਹੋਰ ਦੱਸੋ ਬਈ, ਹੋ ਗਈ ਪ੍ਰੈਕਟਿਸ ਸ਼ੀਟ? 29 अनुराग समझ रहे हैं गल्लां हुण? अनुराग है ही नहीं। जशनजोत पता लग रही है गल्लां? हाँ जी सर। कल का लेक्चर नहीं लाया, कल शाम का मैं लगाया सी सर। अच्छा बलजीत? यस सर। समझ लग रही हैं गल्लां सारियां? कर लेगा हुण वधिया? हाँ जी सर। चलो ठीक है। की पूछया? पोटेंशियल डिफरेंस पूछया, VA - VB इज, ठीक है। पहली गल तो ये देखो, ये बैटरियां लगियां ने 2, है ना? वो इन्हों सीधा भी कर सकते हैं आप, मतलब पर हले आप उस नहीं जावांगे, आप बैटरियां दोनों नूं ऐ लैके चलते हैं। सिंपल जी गल है, आप मान लें कि इत्थों चार्ज क्यू निकलूगा, है ना? और चार्ज क्यू इधर आ जाऊगा, फिर चार्ज क्यू इधर आ जाऊगा, फिर चार्ज क्यू इधर आ जाऊगा, गेड़ा मार के इधर आ जाऊगा। समझ लगी गल? एक कोई सर्किट है और कोई है ही नहीं। यस सर। ਤੇ ਜੇ ਮੈਨੂੰ VA - VB ਪੁੱਛਿਆ ਵੀ ਹੈ ਉਹਨਾਂ ਨੇ, ਤਾਂ ਤੁਹਾਨੂੰ ਪਤਾ ਹੈ ਕਿ ਇੱਥੇ ਬੇਸਿਕਲੀ ਮੈਂ ਪੋਟੈਂਸ਼ੀਅਲ B ਦਾ ਜ਼ਿਆਦਾ ਮੰਨ ਕੇ ਚੱਲ ਰਿਹਾ, ਕਿਉਂਕਿ ਮੈਂ ਇਧਰੋਂ ਭੇਜ ਰਿਹਾ ਨਾ ਕਰੰਟ, ਹਨਾ? ਮੈਂ B ਨੂੰ ਹਾਇਰ ਮੰਨ ਕੇ ਚੱਲ ਰਿਹਾ ਨਾ ਇੱਥੇ, ਕਿਉਂਕਿ ਚਾਰਜ ਮੈਂ ਐ ਭੇਜ ਰਿਹਾ ਹਾਂ ਨਾ। ਤੇ ਜੇ ਮੈਨੂੰ VA - VB ਪੁੱਛਿਆ ਹੋਗਾ ਤਾਂ ਆਨਸਰ ਨੈਗੇਟਿਵ ਆਣਾ ਚਾਹੀਦਾ ਕਿ ਪੋਜ਼ਿਟਿਵ ਆਣਾ ਚਾਹੀਦਾ? VA - VB ਨੈਗੇਟਿਵ ਆਣਾ ਚਾਹੀਦਾ ਨਾ, ਤਾਂ ਜਾਂ ਇਹ ਆਨਸਰ ਹੋਗਾ ਜਾਂ ਇਹ ਆਨਸਰ ਹੋਗਾ। ਬਾਕੀ ਆਪਾਂ ਪਹਿਲਾਂ ਚੈੱਕ ਕਰਦੇ ਹਾਂ। ਇੱਥੋਂ ਤੁਸੀਂ ਕੀ ਕਰੋ, KVL ਲਗਾ ਲਓ, ਇੱਥੋਂ ਸ਼ੁਰੂ ਕਰ ਲਓ, ਆ ਇੱਥੋਂ ਸ਼ੁਰੂ ਕਰ ਦਿੰਦੇ ਆ ਵਾਲੇ ਪੁਆਇੰਟ ਤੋਂ, ਠੀਕ ਹੈ। ਚਲੋ ਜੀ ਉੱਪਰ ਜਾ ਰਿਹਾ ਮੈਂ, ਜਾ ਰਿਹਾ, ਉਹ बैटरी आ गई। बैटरी तो पहले लोअर आया, बाद हायर आया, की आऊगा +20, बिल्कुल। चलो जी इनू टप गई, फिर जा रहे हैं, कैपेसिटर आ गया, कैपेसिटर आया तो चार्ज क्यू ना, हाँ जी सर, Q/2, क्योंकि पहला तो चार्ज नहीं सीगा कैपेसिटर ना, माइनस आ जाएगा, Q/2 आंसर क्या होगा, पॉजिटिव नेगेटिव माइनस। फिर तो जा रहे हैं, इधर आ गया बैटरी आ गई सर -12 वोल्ट। हाँ, फिर इधर जा रहे हैं, इधर आ गया कैपेसिटर आ गया 4 Q/4, क्या होगा नेगेटिव। ते फिर इधरों जाके पहुंच गया, हो गया ना पूरा? हाँ जी सर। इथों देखो Q की आऊगा अपना, ये आऊगी 24 - 12 आ जाऊगा, 12 उधर जाके -12 हो जाऊगा, है ना? Q एक्चुअली Q/2 प्लस Q/4 ही कर दो, तो +12 कर लोगे ना? हाँ जी सर। 2Q जमा 1Q, ये आऊगा 12, ये आऊगा 48/3 Q इथों आ जाऊगा। हाँ जी सर। 16
ਕੀ ਆ ਗਿਆ 16 ਮਾਈਕਰੋ ਕੂਲਮ ਹੈ ਨਾ। यस सर। ਦੱਸੋ ਫਿਰ ਸੀ ਇਹਦੇ A ਤੇ B ਵਿਚਕਾਰ ਪੋਟੈਂਸ਼ੀਅਲ ਡਿਫਰੈਂਸ ਪੁੱਛਿਆ ਨਾ, ਦੱਸੋ ਫਿਰ 16 ਮਾਈਕਰੋ ਕੂਲਮ ਜੇ ਆਇਆ ਚਾਰਜ ਤੇ Q ਆ Q ਪਤਾ ਲੱਗ ਗਿਆ, ਇਹਦੇ ਕ੍ਰਾਸ ਪੋਟੈਂਸ਼ੀਅਲ ਡਿਫਰੈਂਸ ਹੁਣੀ ਵਰਤਿਆ ਤਾਂ ਸੀਗਾ, ਆ ਦੇਖੋ हाँ जी सर। 16 ਮਾਈਕਰੋ ਕੂਲਮ Q ਬਾय ਕਿੰਨਾ 2 ਮਾਈਕਰੋਫੈਰਡ ਕਿੰਨਾ ਆਇਆ 8 ਵੋਲਟ। हाँ जी ਤੇ ਤੁਹਾਡਾ Q ਪੋਜ਼ਿਟਿਵ ਆਇਆ, ਯਾਨੀ ਕਿ ਤੁਸੀਂ ਕਰੰਟ ਦੀ ਸਕੀਮ ਸਹੀ ਬਣਾਈ ਸੀ ਹਨਾ। ਇਹ ਵੀ ਦੇਖ ਲੈਣਾ ਜੇ ਤੁਹਾਡਾ Q ਤੇ ਮੈਂ ਤਾਂ ਹੀ ਮੈਂ ਵੱਡੀ ਬੈਟਰੀ 24 ਵੋਲਟ ਤੋਂ ਕੱਢ ਲਿਆ ਚਾਰਜ, ਮੈਂ 12 ਚੋਂ ਕੱਢ ਲੈਂਦਾ ਤਾਂ ਪੁੱਠਾ ਕੱਢਣਾ ਸੀ ਨਾ। ਫਿਰ ਤੁਹਾਡਾ Q ਨੈਗੇਟਿਵ ਆਣਾ ਸੀ, ਫਿਰ ਤੁਹਾਡਾ Q ਨੈਗੇਟਿਵ ਆਣਾ ਸੀ। ਜੇ ਤੁਹਾਡਾ Q ਨੈਗੇਟਿਵ ਹੈ ਤਾਂ ਤੁਹਾਨੂੰ ਪਤਾ ਲੱਗਦਾ ਓਹੋ ਮੈਂ ਤਾਂ ਗਲਤ ਸਕੀਮ ਬਣਾਈ ਹੈ, ਫਿਰ ਸਹੀ ਸਕੀਮ ਬਣਾ ਲੈਂਦੇ ਤੁਸੀਂ, ਵੈਲਿਊ ਉਹੀ ਰੱਖਦੇ Q ਦੀ ਪਰ ਸਹੀ ਸਕੀਮ ਬਣਾ ਲੈਂਦੇ। ਸੋ ਯਾਦ ਰੱਖਣਾ Q ਦੀ ਵੈਲਿਊ ਪੋਜ਼ਿਟਿਵ ਆਣੀ ਚਾਹੀਦੀ ਹੈ ਤੁਹਾਡੀ ਸਕੀਮ ਨਾਲ। ਜੇ ਨੈਗੇਟਿਵ ਆ ਰਹੀ ਹੈ ਮਤਲਬ ਤੁਸੀਂ ਪੁੱਠਾ ਸੋਚ ਗਏ ਹੋ, ਤੁਸੀਂ ਡਾਇਰੈਕਸ਼ਨ ਨੂੰ ਬਦਲੋ ਤਾਂ ਕਿ ਤੁਹਾਨੂੰ ਪਤਾ ਲੱਗੇ VA - VB ਪੋਜ਼ਿਟਿਵ ਲੈਣਾ ਕਿ ਨੈਗੇਟਿਵ, ਨਹੀਂ ਤਾਂ ਪੰਗਾ ਤਾਂ ਪੈਣਾ ਹੀ ਆ। 8 ਵੋਲਟ ਦਾ ਬੰਦਾ ਫਿਰ ਐ ਲਿਖ ਦੂਗਾ ਆਨਸਰ, ਗਲਤ ਹੋ ਜਾਊਗਾ ਫਿਰ, ਤੇ ਦੋਨੋਂ ਆਨਸਰ ਹੈਗੇ ਨੇ। ਸਮਝ ਲੱਗ ਰਹੀ ਗੱਲ? ਮੇਰੀ ਇੱਕ ਆਦਤ ਆ, ਮੈਂ ਸਭ ਤੋਂ ਵੱਡੀ ਬੈਟਰੀ ਚੋਂ ਚਾਰਜ ਕੱਢ ਕੇ ਸ਼ੁਰੂ ਕਰਦਾ ਮੈਂ। ਕਈ ਵਾਰ ਹੋ ਸਕਦਾ ਬਾਕੀ ਸਰਕਟ ਦੀ ਕੰਪਲੈਕਸਿਟੀ ਦੇ ਕਰਕੇ ਹੋ ਸਕਦਾ ਵੱਡੀ ਬੈਟਰੀ ਵਿੱਚ ਵੀ ਚਾਰਜਿੰਗ ਹੋਣ ਲੱਗ ਜਾਏ, ਕੁਝ ਹੋਣ ਲੱਗ ਜਾਏ, ਪਰ ਆਪਾਂ ਟੈਨਸ਼ਨ ਨਹੀਂ ਲੈਂਦੇ ਇਸ ਗੱਲ ਦੀ। ਆਪਾਂ ਦਾ ਇੱਕ ਸਕੀਮ ਬਣਾਓ, ਸੋਲਵ ਕਰ ਦਿਓ। Q ਦੀ ਵੈਲਿਊ ਪੋਜ਼ਿਟਿਵ ਆਈ ਮਤਲਬ ਤੁਸੀਂ ਬਹੁਤ ਠੀਕ ਸੋਚਿਆ, ਵਧਾਈਆਂ। ਜੇ Q ਦੀ ਵੈਲਿਊ ਨੈਗੇਟਿਵ ਆਈ ਓਹੋ ਇਹਦਾ ਮਤਲਬ ਮੈਂ ਪੁੱਠਾ ਸੋਚ ਰਿਹਾ ਸੀ। ਫਿਰ ਉਹਦਾ ਪੁੱਠਾ ਗੇੜਾ ਮਰਵਾ ਕੇ ਨਾ ਇੱਕ ਸਰਕਟ ਅਲੱਗ ਤੋਂ ਬਣਾ ਲਓ, ਫਿਰ Q ਦੀ ਵੈਲਿਊ ਉਹੀ ਪੁੱਟ ਕਰ ਦਿਓ, ਫਿਰ ਤੁਸੀਂ ਸੋਚ ਲਓ ਪੋਟੈਂਸ਼ੀਅਲ ਡਿਫਰੈਂਸ ਜੋ ਪੁੱਛਿਆ ਪੋਜ਼ਿਟਿਵ ਆ ਕਿ ਨੈਗੇਟਿਵ ਹੋਗਾ, VA - VB ਪੁੱਛਿਆ ਜਾਂ VB - VA ਪੁੱਛਿਆ। ਕਲੀਅਰ ਹੈ ਗੱਲ? यस सर। ਆ ਹੋ ਗਿਆ ਕਰਵਾ ਦੋ ਕੀ ਆ सर एक मिनट पीछे करियो। ਇਹਨੂੰ ਤਾਂ ਇਹ ਤਾਂ ਸੌਖਾ ਲੱਗ ਰਿਹਾ, ਸਿੱਧਾ ਹੀ ਲੱਗ ਰਿਹਾ ਮੈਨੂੰ ਤਾਂ। ਤੁਹਾਨੂੰ ਹੁਣੇ ਜੋ ਕਰਵਾਇਆ ਉਹਨੂੰ ਯੂਜ਼ ਕਰਿਓ। सर पिछला क्वेश्चन कौन दिखाया? ਹਾਂਜੀ सर सर इतने -Q/2 है सर, VB - VA सर फिर माइनस जाना। ਦੇਖਣਾ ਤੂੰ Q ਇਥੋਂ ਚਾਰਜ ਲੈ ਕੇ ਇਧਰੋਂ ਤੇ ਗਿਆ ਨਾ ਤਾਂ ਇਧਰਲੀ ਪਲੇਟ ਤੇ ਪੋਜ਼ਿਟਿਵ ਆਊਗਾ, हाँ जी सर। ਇਧਰਲੇ ਨੈਗੇਟਿਵ ਆਊਗਾ। हाँ जी ਮਤਲਬ सर। ਪੋਟੈਂਸ਼ੀਅਲ B ਤੇ ਜਿਹੜਾ ਹੈਗਾ A ਨਾਲੋਂ ਵੱਧ ਆ ਨਾ, हाँ जी सर। ਤਾਂ ਜਿਹੜਾ ਤੇਰਾ ਇਹ 8 ਵੋਲਟ ਆਇਆ ਬੇਸਿਕਲੀ ਇਹ VB - VA ਆਇਆ ਨਾ 8 ਵੋਲਟ। हाँ जी सर। ਤੇ ਆਪਾਂ ਨੂੰ ਪੁੱਛਿਆ ਕੀ ਆ सर VA - VB। ਹਾਂ ਫਿਰ -8 ਵੋਲਟ ਕਹੇਗਾ ਨਾ, ठीक है सर। ਆ ਕਹਿ ਰਹੇ सर ਧਿਆਨ ਰੱਖਣ ਨੂੰ। नहीं सर इधर तुसी -Q/2 लिखा, मैं खरे सर माइनस विच ही ਉਹ ਨਾ ਉਹ ਤਾਂ ਮੈਂ KVL ਲਾ ਰਿਹਾ ਸੀ ਨਾ, ਉਹ ਤਾਂ ਮੈਂ ਗੇੜੀ ਇੱਧਰ ਨੂੰ ਮਾਰ ਲੈਂਦਾ ਲੈ। ਤਾਂ ਹੁਣ ਆਹ ਵਾਲਾ ਜਿਹੜਾ ਆਣਾ ਸੀ Q/C ਹਨਾ, ਇਹ ਤੇ ਪੋਜ਼ਿਟਿਵ ਆਣਾ ਸੀ ਨਾ। ਫਿਰ हाँ जी ਇਧਰ सर। ਨੂੰ ਘੁੰਮ ਕੇ ਦੇਖ ਲੈ ਸਾਰੀਆਂ ਵੈਲਿਊਜ਼, ਇਹ ਵਾਲਾ ਪੋਜ਼ਿਟਿਵ ਆਣਾ ਨੈਗੇਟਿਵ ਹੋ ਜਾਣਾ, ਇਹ ਪੋਜ਼ਿਟਿਵ ਹੋ ਜਾਣਾ, ਇਹ ਪੋਜ਼ਿਟਿਵ ਹੋਣਾ, ਇਹ ਨੈਗੇਟਿਵ ਹੋ ਜਾਣਾ, ਇਹ ਤਾਂ ਫਿਰ ਹੋਣਾ ਹੀ ਆ। हाँ जी सर। ਮੰਨ ਲਾ ਮੈਂ ਇੱਧਰ ਦੇਖ ਗੱਲ ਨੂੰ ਐ ਸਮਝ ਧਿਆਨ ਨਾਲ ਬਲਜੀਤ, ਐ ਆ ਤਾਂ ਸੜਕ ਆ ਇੱਕ, ਠੀਕ ਆ हाँ जी सर। ਮੈਂ ਜਾ ਰਿਹਾ ਉੱਪਰ ਨੂੰ, ਤੂੰ ਆ ਰਿਹਾ ਨੀਚੇ ਨੂੰ। ਜਿਹੜੀ ਚੀਜ਼ ਮੇਰੇ ਲਈ ਚੜਾਈ ਆ ਤੇਰੇ ਲਈ ਤਾਂ ਢਲਾਨ ਆ ਨਾ। हाँ जी सर। ਆਟੋਮੈਟਿਕਲੀ ਫਿਰ ਜਦੋਂ ਆਪਾਂ ਪੁੱਠਾ ਗੇੜਾ ਮਾਰਾਂਗੇ ਤਾਂ ਫਿਰ ਜਿੱਥੇ ਜਿੱਥੇ ਮੈਨੂੰ ਔਖਾ ਲੱਗੂ ਤੈਨੂੰ ਸੌਖਾ ਲੱਗੂਗਾ, ਜਿੱਥੇ ਜਿੱਥੇ ਮੈਨੂੰ ਸੌਖਾ ਲੱਗਿਆ ਤੈਨੂੰ ਔਖਾ ਲੱਗੂਗਾ। ਯਾਨੀ ਜਿੱਥੇ ਜਿੱਥੇ ਮੇਰਾ ਪੋਟੈਂਸ਼ੀਅਲ ਚੇਂਜ ਪੋਜ਼ਿਟਿਵ ਹੋਗਾ ਤੇਰਾ ਨੈਗੇਟਿਵ ਹੋਊਗਾ, ਤੇਰਾ ਪੋਜ਼ਿਟਿਵ ਹੋਗਾ ਮੇਰਾ ਨੈਗੇਟਿਵ ਹੋਊਗਾ, ਹੈ ਕਿ ਨਹੀਂ? हाँ जी सर। ਸਿੱਧਾ ਮਾਮਲਾ ਆ ਬਸ, ਆਪਾਂ ਤੁਰਨਾ ਹੈ ਬਸ ਉਹਦੇ ਵਿੱਚ ਲੂਪ ਦੇ ਕ੍ਰਾਸ। ठीक है ओके सर। हाँ जी सर। ਆ ਕੁਐਸਚਨ ਕਰ ਲਓਗੇ, ਦੱਸੋ ਹੁਣ ਜਲਦੀ। हाँ जी सर। ਹੁਣ ਕਰ ਲਿਓ ਇਹਨੂੰ। ਆ ਦੇਖੋ Yes, sir. C2 ਸਿੱਧੀ ਜੀ ਗੱਲ ਆ, ਉਹਨਾਂ ਨੇ 3 ਟਾਈਮਸ C1 ਦਿੱਤਾ ਆ। ਤੁਸੀਂ ਕੀ ਕਰਿਓ ਸੌਖਾ ਕਰਨ ਲਈ C ਇਹਨੂੰ C ਮੰਨ ਲਓ ਬਸ, ਇਹਨੂੰ ਤੁਸੀਂ 3C ਮੰਨ ਲਓ, ਇਹਨੂੰ ਵੀ 3C ਮੰਨ ਲਓ, ਇਹਨੂੰ C ਮੰਨ ਲਓ। ਸਿੱਧੀ ਜੀ ਗੱਲ ਆ ਤੁਹਾਡੇ ਲਈ। ਉਹ ਡਿਵੀਜ਼ਨ ਜਿਹੜੀ ਸੌਖੀ ਹੋ ਜਾਣੀ ਹੈ, ਪੋਟੈਂਸ਼ੀਅਲ ਡ੍ਰੌਪ ਅਕ੍ਰੋਸ ਅਲੱਗ-ਅਲੱਗ ਹਨਾ। ਹੁਣ ਤੇ R ਤੇ S ਚ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਪੁੱਛਿਆ, ਬੇਸਿਕਲੀ R ਤੇ S ਦਾ ਪੋਟੈਂਸ਼ੀਅਲ ਡਿਫਰੈਂਸ ਇਸ ਕੈਪੈਸਿਟਰ ਦੇ ਅਕ੍ਰੋਸ ਦਾ ਪੋਟੈਂਸ਼ੀਅਲ ਡ੍ਰੌਪ ਹੀ ਹੈ। ਠੀਕ ਹੈ ਗੱਲ? ਹਾਂਜੀ ਕਰਕੇ ਦੇਖਿਓ ਇਹ ਅੱਜ ਹੀ, ਇਹਨੂੰ ਐ ਹੁਣ ਕੱਲ ਤੇ ਨਾ ਪਾਇਓ, ਇਹ ਹੋਗੀ ਪ੍ਰੈਕਟਿਸ ਸ਼ੀਟ ਤੁਹਾਡੀ। ਹੁਣ ਮੈਂ HC ਵਰਮਾ ਵਾਲੀ ਜਿਹੜੀ ਐਕਸਰਸਾਈਜ਼ ਹੈ ਉਹਦੇ ਪਹਿਲੇ 30 ਕੁਐਸਚਨ ਥੋੜੇ ਡਿਸਕਸ ਕਰ ਲਵਾਂ ਤਾਂ ਕਿ ਥੋੜੀ ਜਿਹੀ ਤੁਹਾਨੂੰ ਉਹ 'ਚ ਵੀ ਆਈਡੀਆ ਮਿਲ ਜਾਵੇ। ਹਾਂਜੀ ਇਹ ਜੋ ਕੁਝ ਕੁਐਸਚਨ ਤਾਂ ਮੈਨੂੰ ਲੱਗਦਾ ਇਹ 'ਚ ਸੀਗੇ, ਤੁਹਾਡੀ ਪ੍ਰੈਕਟਿਸ ਸ਼ੀਟ 'ਚ ਸੀਗੇ ਨਾ ਸੇਮ ਹੀ। ਆਹ ਵਾਲਾ ਵੀ ਸੀਗਾ।
ਇਹਦੇ ਚ ਤੁਸੀਂ ਸੋਲਵ ਕੀਤੀ ਵੀ ਹੈ ਸਾਰਿਆਂ ਨੇ, ਦੱਸੋ ਮੈਨੂੰ। ਕੀਤੀ ਹੈ ਸਰ, ਪਹਿਲੇ 15 ਕੁਐਸਚਨਸ ਤਾਂ ਹੋ ਗਏ, ਉਸ ਤੋਂ ਬਾਅਦ ਉਹਨੇ ਬੰਦ ਹੋ ਗਏ। ਠੀਕ ਹੈ। ਉਸ ਤੋਂ ਬਾਅਦ ਕੀ ਹੋ ਗਿਆ, ਬੈਠ ਚਲੇਗੀ? ਨਹੀਂ ਸਰ, ਹੁਣ ਉਹ ਬੰਦ ਹੋ ਗਏ, ਮਤਲਬ ਆਂਦੇ ਨਹੀਂ ਸਰ ਉਸ ਤੋਂ ਦਿਮਾਗ ਦੀ ਬੱਤੀ ਗੁੱਲ ਹੋ ਗਈ। ਠੀਕ ਹੈ, ਉਸ ਤੋਂ ਬਾਅਦ ਜੇ ਤੁਹਾਡੇ 60, ਹਾਂ ਠੀਕ ਹੈ, ਚਲੋ ਜੇ ਇਸ ਤੋਂ ਬਾਅਦ ਹੁਣੇ ਬੰਦ ਹੋ ਗਏ ਤਾਂ ਮੈਂ ਇੱਥੇ ਗੱਲ ਕਰ ਲੈਣਾ ਫਿਰ ਤੁਹਾਡੇ ਨਾਲ, ਫਿਰ ਥੋੜਾ ਜਿਹਾ ਆਪਾਂ ਹੋਰ ਚੀਜ਼ਾਂ ਨੂੰ ਰਿਫਾਈਨ ਕਰ ਲਈਏ, ਹਨਾ। ਜਿਵੇਂ ਦੇਖੋ ਮੈਂ ਫਿਰ ਇਹ ਕਰੋ 15 ਤੱਕ ਤੁਹਾਡੇ ਹੋ ਗਏ, ਹਨਾ। ਮੈਂ ਤੁਹਾਨੂੰ ਥੋੜਾ ਜਿਹਾ ਕੰਸੈਪਟ, ਕਿਉਂਕਿ ਅੱਜ ਨਾ ਅੱਗੇ ਵੀਟਸਟੋਨ ਬ੍ਰਿਜ ਵਗੈਰਾ ਜਿੱਥੇ ਆ ਰਿਹਾ, ਤੁਸੀਂ ਹਲੇ ਉਹ ਕੀਤਾ ਨਹੀਂ ਹੋਇਆ, ਤੇ ਮੈਂ ਤੁਹਾਨੂੰ ਉਹ ਕਰਵਾਉਣਾ ਹੀ ਹੈ, ਤਾਂ ਮੈਂ ਹੁਣ ਉਹ ਕਰਵਾ ਦਿੰਦਾ, ਤੇ ਤੁਸੀਂ 15 ਤੋਂ ਬਾਅਦ 16 ਤੋਂ ਅੱਗੇ ਵਾਲੀ ਫਿਰ ਕੰਟੀਨਿਊ ਕਰ ਦਿਓ। 16 ਤੋਂ ਲੈ ਕੇ ਹੁਣ ਤੁਸੀਂ ਕਰਨੇ ਆ ਜੀ 50 ਤੱਕ, ਠੀਕ ਹੈ। ਓਕੇ ਸਰ। ਇਹਨੂੰ ਥੋੜਾ ਜਿਹਾ ਹੋਰ ਤੁਹਾਨੂੰ ਗਿਆਨ ਦਵਾਂਗੇ ਹੁਣ, ਤੇ ਥੋੜਾ ਹੋਰ ਗਿਆਨ ਲੈ ਕੇ ਫਿਰ ਸੋਲਵ ਕਰਿਓ। ਫਿਰ 16 ਤੋਂ 50 ਤੱਕ ਦੀ ਤੁਹਾਡੀ ਪ੍ਰੋਬਲਮਸ ਮੈਂ ਇੱਕ ਦਿਨ ਲੈ ਲੂੰਗਾ, ਕਿਉਂਕਿ ਪ੍ਰੈਕਟਿਸ ਸ਼ੀਟ ਤਾਂ ਹੋਏਗੀ ਅੱਜ, ਹਨਾ। ਹਾਂਜੀ ਹਾਂਜੀ ਯੋਗੇਸ਼। ਇੱਕ ਵਾਰੀ 9th ਦੱਸ ਦਿਓ। 9th? ਹਾਂਜੀ 9th take C1 C2 in calculate the equivalent capacitance of the combination between the points indicated. equivalent capacitance find करना है, ਇੱਥੇ ਆਪਾਂ ਦੇਖੋ ਹਾਂਜੀ ਸਰ। C1 C1 C2 C2 C1 C1 C2 C2 ਇੱਥੇ ਯਾਨੀ ਬੇਸਿਕਲੀ ਇਹਦਾ ਹੀ ਉਹ ਲਿਆ ਹੈ ਉਹਨਾਂ ਨੇ, ਦੂਸਰਾ ਦੋ ਸਰ ਉਹਦਾ ਬਾਅਦ ਚ ਪੈਨਲ ਪਹਿਲਾਂ ਇਹਦੇ ਵਿੱਚ ਤੇਰਾ ਕਰ ਲਓ ਤੁਸੀਂ ਇਹਨੂੰ। ਹਾਂਜੀ ਸਰ। ਦੱਸੋ ਵੀ ਇਹਦੇ ਵਿੱਚ ਕੀ ਹੋਊਗਾ, ਆਹ ਵਾਲੇ ਪੁਆਇੰਟ ਦੇ ਵਿੱਚ ਪੋਟੈਂਸ਼ੀਅਲ ਸੇਮ ਹੋਊਗਾ? ਤਾਂ ਪਹਿਲਾਂ ਦੱਸੋ ਮੈਨੂੰ। ਹੁਣ ਇਹ ਕੱਲ ਹੀ ਸਮਝਾਈਏ ਗੱਲ, ਜਦੋਂ ਹੈ ਹੀ ਕੰਡਕਟਿੰਗ ਵਾਇਰ ਦਾ ਪੋਟੈਂਸ਼ੀਅਲ ਸੇਮ ਹੋਊਗਾ ਨਾ। ਹਾਂਜੀ ਸਰ। ਤਾਂ ਬੇਸਿਕਲੀ ਇਹਦੇ ਵਿੱਚ ਤਾਂ ਵਾਇਰ 'ਚ ਕੋਈ ਕਰੰਟ ਆਊਗਾ, ਚਾਰਜ ਫਲੋ ਹੀ ਨਹੀਂ ਕਰੂਗਾ ਨਾ। ਹਾਂਜੀ ਸਰ। ਨਹੀਂ ਕਰੂਗਾ ਨਾ। ਜੇ ਇਹਦੇ ਚਾਰਜ ਫਲੋ ਹੀ ਨਹੀਂ ਕਰੂਗਾ, ਮਤਲਬ ਜਿਹੜਾ ਚਾਰਜ ਇਧਰੋਂ ਜਾਊਗਾ ਉੱਪਰ ਨੂੰ, ਉਹ ਸਿੱਧਾ ਹੀ ਨਿਕਲ ਜੂਗਾ ਨਾ ਫਿਰ। ਹਾਂਜੀ ਸਰ ਠੀਕ ਹੈ। ਮਤਲਬ ਉੱਪਰਲੇ ਦੋਨੋਂ ਜਿਹੜੇ ਸੀਰੀਜ਼ ਨੇ, ਆ ਦੋਨੋਂ ਸੀਰੀਜ਼ ਨੇ, ਆਪਸ ਚ ਪੈਰਲਲ ਚ ਨੇ, ਫਿਰ ਉਹਦਾ ਜੋ ਵੀ ਆਨਸਰ ਆਊਗਾ ਉਸ ਆਨਸਰ ਨੂੰ ਤੇ ਦੂਜੇ ਪਾਸੇ ਉਹ ਵੀ ਉਹਨੂੰ ਸੇਮ ਆਪਸ ਚ ਪੈਰਲਲ ਚ ਲਗਾ ਦੇਣਾ। ਹਾਂਜੀ 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 ਹੋ ਗਿਆ। ਠੀਕ ਹੈ ਸਰ 12th ਕੁਐਸਚਨ ਇੱਕ। ਹਾਂਜੀ ਮਾਨੀ। ਜਿਵੇਂ ਆਪਾਂ ਕੀਤਾ ਸੀ ਕਿ ਸ਼ਾਰਟ ਸਰਕਟ, ਸਰ ਆਪਾਂ ਇਹ ਐਵੇਂ ਕਿਉਂ ਨਹੀਂ ਕੀਤਾ ਕਿ ਪਿੱਛੇ ਵਾਲੇ C1 C2 ਵੱਲ ਨਹੀਂ ਜਾਊਗਾ ਤੇ ਕੰਡਕਟਿੰਗ ਵਾਇਰ ਚ ਵਾਪਸ ਆ ਜਾਏਗਾ? ਦੇਖੋ ਆਪਾਂ ਇਸ ਲਈ ਨਹੀਂ ਕੀਤਾ ਕਿਉਂਕਿ ਜਿਹੜਾ ਆਹ ਵਾਲਾ ਜਿਹੜਾ C1 ਹੈ ਨਾ, ਹਨਾ। ਹਾਂਜੀ ਇੱਕ ਮਿੰਟ ਮੇਰੇ ਨਾਲ, ਹਾਂ ਠੀਕ ਹੈ। ਦੇਖ ਜਿਹੜਾ ਆ C1 ਹੈ, ਤੂੰ ਇਹਦੀ ਪਲੇਟ ਨੂੰ, ਆਹ ਵਾਲੀ ਪਲੇਟ ਨੂੰ ਇਹਦੀ ਹੀ ਦੂਸਰੀ ਪਲੇਟ ਨਾਲ ਜੋੜਿਆ? ਨਹੀਂ ਜੋੜਿਆ। ਆਹ ਦੇ ਵਿੱਚ ਕਰ ਕਪੈਸਿਟਰ ਨਹੀਂ ਪਿਆ, ਆ ਪਿਆ ਨਾ ਵਿੱਚ। ਹਾਂਜੀ ਸਰ। ਇਹਦੇ ਕਰਕੇ ਸ਼ਾਰਟ ਸਰਕਟ ਨਹੀਂ ਹੈ। ਸ਼ਾਰਟ ਸਰਕਟ ਦਾ ਹੁੰਦਾ ਜੇ C1 ਦੀਆਂ ਪਲੇਟਾਂ ਨੂੰ ਤੂੰ C1 ਦੇ ਨਾਲ ਹੀ ਜੋੜ ਪਾ ਰਹੀ ਹੁੰਦੀ ਕੰਡਕਟਿੰਗ ਵਾਇਰ ਦੇ ਨਾਲ। ਸ਼ਾਰਟ ਸਰਕਟ ਤਾਂ ਕਹਿੰਦੇ ਆਪਾਂ। ਹੁਣ ਤੂੰ ਇੱਧਰ ਦੇਖ, ਤੂੰ ਜਿਹੜੇ ਮਰਜ਼ੀ ਕਪੈਸਿਟਰ ਨੂੰ ਚੱਕ ਲੈ, ਇੱਥੇ ਦੇਖ ਲੈ, ਜਿਵੇਂ ਆਹ ਕਪੈਸਿਟਰ ਦੀ ਆਹ ਦੇਖ, ਇੱਥੋਂ ਨਿਕਲੀ, ਤੂੰ ਇਹਦੀ ਦੂਜੀ ਪਲੇਟ ਤੱਕ ਪਹੁੰਚਣ ਦੀ ਕੋਸ਼ਿਸ਼ ਕਰ, ਰਸਤੇ 'ਚ ਕੋਈ ਬੈਟਰੀ ਜਾਂ ਕਪੈਸਿਟਰ ਨਹੀਂ ਆਉਣਾ ਚਾਹੀਦਾ। ਦੇਖ ਇੱਧਰ ਨੂੰ ਨਿਕਲ ਜਾ, ਓਹੋ ਬੈਟਰੀ ਆ ਗਈ, ਛੱਡ, ਉਹ ਕਪੈਸਿਟਰ ਆ ਗਿਆ, ਛੱਡੋ। ਇੱਧਰ ਨੂੰ ਨਿਕਲ ਜਾ, ਇੱਧਰ ਉਹ ਬੈਟਰੀ ਆ ਗਈ, ਛੱਡ ਦੋ। ਫਿਰ ਅੱਗੇ ਨਿਕਲ ਜਾ, ਪੈਸਾ ਛੱਡ। ਨਹੀਂ ਹੋਇਆ ਨਾ ਸਰ? ਜਦੋਂ ਆਪਾਂ ਉਦੋਂ ਕੀਤਾ ਸੀ, ਉਹਦੇ ਵਿੱਚ ਤਾਂ ਦੋ ਕਪੈਸਿਟਰ ਸੀ, ਆਪਾਂ ਇੱਕ ਦੇ ਇੱਕ ਐਂਡ ਤੋਂ ਦੂਸਰੇ ਦੇ ਦੂਸਰੇ ਐਂਡ ਤੱਕ ਗਏ ਸੀ। ਇੱਕ ਦੇ ਇੱਕ ਐਂਡ ਤੋਂ ਦੂਸਰੇ ਐਂਡ ਤੱਕ ਗਏ ਸੀ ਕਿੱਥੇ? ਮਤਲਬ ਮੈਂ ਸਮਝਿਆ ਨਹੀਂ ਇਸ ਗੱਲ ਤੇ। ਨਹੀਂ ਉਹ ਤਾਂ ਇੱਕ ਦੇ ਇੱਕ ਐਂਡ ਤੋਂ ਦੂਸਰੇ ਕਪੈਸਿਟਰ ਤੇ ਗਏ ਸੀ ਨਾ ਆਪਾਂ। ਹਾਂਜੀ ਸਰ। ਇੱਕ ਹੀ ਕਪੈਸਿਟਰ ਦੇ ਦੋਨੋਂ ਪਲੇਟਾਂ ਨੂੰ ਜੋੜਿਆ? ਤੂੰ ਦੱਸ। ਹਾਂਜੀ ਠੀਕ ਹੈ ਸਰ। ਸ਼ਾਰਟ ਸਰਕਟ ਦਾ ਆ ਹੋਊਗਾ ਨਾ, ਇਹਨੂੰ ਨੂੰ ਜੋੜ ਦੇਣਾ ਆਪਸ, ਇਹਨੂੰ ਲਿਆ ਕੇ ਐ ਕਰਕੇ ਇੱਥੇ ਜੋੜ ਦੇਣਾ। ਠੀਕ ਹੈ ਠੀਕ ਹੈ ਸਰ। ਹੁਣ ਰਸਤੇ 'ਚ ਕੋਈ ਕਪੈਸਿਟਰ ਲਾ ਦੇ ਇੱਥੇ, ਫਿਰ ਨਹੀਂ ਹੋਏਗਾ ਸ਼ਾਰਟ ਸਰਕਟ। ਠੀਕ ਹੈ ਸਰ ਜੇ ਸਟ੍ਰੇਟ ਲਾਈਨ ਤੇ ਇੱਕ ਹੋਰ ਕਪੈਸਿਟਰ ਲਗਾ ਦੋ ਤੁਸੀਂ। ਇੱਕ ਕਪੈਸਿਟਰ ਸਰ, ਤੁਸੀਂ ਇੱਕ ਕਪੈਸਿਟਰ ਬਣਾਇਆ, ਇਹਦੇ ਨਾਲ ਇੱਕ ਹੋਰ ਕਪੈਸਿਟਰ ਲਗਾ ਦੋ। ਇਹਦੇ ਨਾਲ ਹੀ ਇੱਥੇ? ਹਾਂਜੀ ਸਰ। ਲਾਤਾ, ਫਿਰ ਇਹਦਾ ਪੋਜ਼ਿਟਿਵ ਹੈ, ਇਹਦਾ ਨੈਗੇਟਿਵ ਹੈ, ਇਹਦਾ ਪੋਜ਼ਿਟਿਵ ਹੈ, ਨੈਗੇਟਿਵ ਹੈ ਨਾ, ਤਾਂ ਫਿਰ ਆਬਵੀਅਸਲੀ ਫਿਰ ਇਹਦੀ ਪਲੇਟ ਨੂੰ ਇਹਦੀ ਪਲੇਟ ਨਾਲ ਥੋੜੀ ਜੋੜਿਆ, ਆ ਤਾਂ ਆ ਦੋ ਪਲੇਟਾਂ ਜੋੜੀਆਂ ਨੇ ਬਸ। ਮਤਲਬ ਸ਼ਾਰਟ ਸਰਕਟ ਨਹੀਂ ਹੈਗਾ? ਨਹੀਂ ਸ਼ਾਰਟ ਸਰਕਟ ਥੋੜੀ ਹੈ। ਸ਼ਾਰਟ ਸਰਕਟ ਇੱਕ ਕਪੈਸਿਟਰ ਤਾਂ ਹੋਏਗਾ ਜੇ ਉਸੇ ਕਪੈਸਿਟਰ ਦਾ ਚਾਰਜ ਇੱਧਰ ਪੋਜ਼ਿਟਿਵ ਤੇ ਨੈਗੇਟਿਵ ਰਿਟੇਨ ਨਾ ਕਰਵਾਏ, ਬਲਕਿ ਇਹ ਫਲੋ ਕਰ ਜਾਵੇ। ਆਹ ਕਪੈਸਿਟਰ ਆ ਇੱਕ, ਆਹ ਕਪੈਸਿਟਰ ਥੋੜੀ ਆ ਇਹਨਾਂ ਦੋਨੋਂ ਪਲੇਟਾਂ ਦਾ, ਇੱਕ ਕਪੈਸਿਟਰ ਥੋੜੀ ਹੈ ਕੋਈ। ਸਮਝ ਲੱਗੀ ਗੱਲ? ਹਾਂਜੀ ਸਰ। ਇੱਕ 12ਵਾਂ ਕੁਐਸਚਨ ਕਹਿ ਰਿਹਾ ਵੀ
ਹਾਂ ਅੱਛਾ ਕੁਐਸਚਨ ਹੈ। ਸਰ ਹਾਂ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਪੈਰਲਲੀ ਅਰੇਂਜ ਕਿੱਦਾਂ ਨੇ। ਹਾਂ ਮੈਂ ਕਰ ਦਿੰਦਾ। ਕੱਲ ਆਪਾਂ ਵੈਸੇ ਇਸ ਤਰ੍ਹਾਂ ਦੀ ਕੁਝ ਛੋਟੀ ਜੀ ਗੱਲ ਕੀਤੀ ਸੀ ਜਦੋਂ ਮੈਂ ਹਿਮਾਨੀ ਨੂੰ ਦੱਸ ਰਿਹਾ ਸੀ ਸੀਰੀਜ਼ ਪੈਰਲਲ ਵਾਲੀ ਗੱਲ। ਮੈਂ ਕਹਿ ਰਿਹਾ ਸੀ ਨਾ ਪੈਰਲਲ ਤਾਂ ਹੁੰਦਾ ਜਦੋਂ ਸਾਰਿਆਂ ਦਾ ਹਾਇਰ ਜੁੜਿਆ ਹੋਏ ਹਨਾ, ਹਾਂਜੀ ਸਰ, ਤੇ ਸਾਰਿਆਂ ਦਾ ਲੋਅਰ ਜੁੜਿਆ ਹੋਏ। ਆਈ ਸੀ ਨਾ ਜੁੜਿਆ ਹੋਇਆ, ਹਾਂਜੀ ਸਰ। ਹੁਣ ਬੇਸਿਕਲੀ ਕੀ ਹੈ ਕਿ ਦੋ ਕੰਡਕਟੈਂਸ ਸਫੀਅਰ ਸੀਗੇ, ਇੱਕ ਤਾਂ ਬਿਲਕੁਲ ਵੱਖਰਾ ਪਿਆ ਆ ਹਾਂਜੀ ਸਰ, r1 ਰੇਡੀਅਸ ਦਾ, ਤੇ ਸੈਪਰੇਟਡ ਫਰਮ ਵਾਈਡਲੀ ਸੈਪਰੇਟਡ ਦਾ ਮਤਲਬ ਤਾਂ ਬਹੁਤ ਦੂਰ ਪਏ ਨੇ, ਬਹੁਤ ਦੂਰ, ਠੀਕ ਹੈ। r2 ਠੀਕ ਹੈ। ਵਾਟ ਆਰ देयर इंडिविजुअल कैपेसिटेंस, ਇਹਦਾ ਕੈਪੈਸਿਟੈਂਸ ਕੀ ਹੈਗਾ 4 ਪਾਈ ਐਪਸਿਲਨ r1 4 ਪਾਈ ਐਪਸਿਲਨ ਡਾਟ r2। ਸੋ ਆ ਆਪਣਾ c2 ਹੈ, c1 ਹੈ। ਹਾਂਜੀ ਸਰ। ਉਸ ਤੋਂ ਬਾਅਦ ਕਹਿ ਰਹੇ ਨੇ if the plates if the spheres are connected by metal wire, so basically ਆਪਾਂ ਇੱਕ ਇਕੱਲੇ ਸਫੀਅਰ ਨੂੰ ਕੈਪੈਸਿਟਰ ਕਦੋਂ ਮੰਨਦੇ ਆ, ਆਪਾਂ ਇਹ ਸਮਝ ਲੈਣੇ ਇਹਦਾ ਜਿਹੜਾ ਉੱਪਰਲਾ ਦੂਸਰਾ ਸਫੀਅਰ ਹੈ ਕਿੱਥੇ ਆ, ਉਹ ਇਨਫਿਨਿਟੀ ਤੇ, ਐਟ ਇਨਫਿਨਿਟੀ। ਇਹਦਾ ਵੀ ਫਿਰ ਐਟ ਇਨਫਿਨਿਟੀ ਹੈ ਨਾ। ਹਾਂਜੀ ਸਰ। ਤੇ ਐਟ ਇਨਫਿਨਿਟੀ ਪੋਟੈਂਸ਼ੀਅਲ ਕਿੰਨਾ ਮੰਨਦੇ ਆਪਾਂ 0, ਇਹਦਾ ਵੀ 0 ਹੀ ਮੰਨਾਂਗੇ ਹਨਾ। ਤੇ ਹੁਣ ਆਪਾਂ ਕੀ ਕੀਤਾ, ਆਪਾਂ ਇਹ ਦੋਨੋਂ ਕੈਪੈਸਿਟਰ ਜਿਹੜੇ ਹੈਗੇ ਨੇ ਇਹਨਾਂ ਦੋਨਾਂ ਨੂੰ ਜੋੜ ਦਿੱਤਾ, ਠੀਕ ਹੈ। ਹਾਂਜੀ ਸਰ। ਤਾਂ ਇਹਨਾਂ ਦੋਨਾਂ ਦਾ ਪੋਟੈਂਸ਼ੀਅਲ ਸੇਮ ਹੋ ਗਿਆ ਨਾ। ਹਾਂਜੀ ਸਰ। ਤਾਂ ਫਿਰ ਸਮਝ ਲਓ ਇੱਕ ਪਲੇਟ ਜਿਹੜੀ ਹਾਇਰ ਵਾਲੀ ਸਮਝ ਲਓ ਆਹੀ ਹੈ, ਇਹ ਹਾਇਰ ਵਾਲੀਆਂ ਦੋਨੋਂ ਪਲੇਟਾਂ ਜੁੜ ਗਈਆਂ ਨਾ, ਤੇ ਲੋਅਰ ਵਾਲੀਆਂ ਤਾਂ ਦੋਨੋਂ ਹੈ ਹੀ 0 ਤੇ ਨੇ। ਸਰ ਇਨਫਿਨਿਟੀ ਤੇ ਆਪਾਂ ਪੋਟੈਂਸ਼ੀਅਲ 0 ਲੈਣੇ ਆ, ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਜਿਵੇਂ ਇਹਨਾਂ ਦਾ ਕੁਝ ਤਾਂ ਪੋਟੈਂਸ਼ੀਅਲ ਹੋਏਗਾ ਨਾ। ਹਾਂਜੀ ਸਰ। ਜੋ ਵੀ ਹੋਏਗਾ ਬਰਾਬਰ ਹੀ ਹੋਏਗਾ ਨਾ ਜਦੋਂ ਕੰਡਕਟਿੰਗ ਵਾਇਰ ਨਾਲ ਜੋੜ ਦੇਗਾ। ਕੰਡਕਟਿੰਗ ਵਾਇਰ ਨਾਲ ਜੋੜਤਾ ਨਾ ਦੋਨਾਂ ਨੂੰ, ਹਾਂਜੀ ਸਰ। ਤਾਂ ਇਹਨਾਂ ਦੋਨਾਂ ਦਾ ਪੋਟੈਂਸ਼ੀਅਲ ਸੇਮ ਹੀ ਹੋਏਗਾ ਨਾ ਜੋ ਵੀ ਹੋਏਗਾ। ਤਾਂ ਬੇਸਿਕਲੀ ਆ ਹਾਇਰ ਟੂ ਹਾਇਰ ਨਾਲ ਜੋੜਨਾ ਹੋ ਗਿਆ ਨਾ, ਆ ਦੋਨੋਂ ਮੰਨ ਲਓ ਇਨਫਿਨਿਟੀ ਵਾਲੀ ਪਲੇਟਾਂ ਨੇ। ਸੇਮ ਕਿੱਦਾਂ ਹੋਏਗਾ ਸਰ? ਜਦੋਂ ਕੰਡਕਟਿੰਗ ਵਾਇਰ ਨਾਲ ਜੋੜ ਦਿੰਦੇ ਆ ਤਾਂ ਸੇਮ ਕਿੱਦਾਂ ਹੁੰਦਾ ਆ ਦੱਸੋ। ਕੱਲ ਆਪਾਂ ਜਿਹੜੀ ਸਾਰੀ ਗੱਲਬਾਤ ਕੀਤੀ ਸਾਰੀ ਖੂਜ ਪੈ ਗਈ। ਨਹੀਂ ਸਰ, ਠੀਕ ਹੈ ਠੀਕ ਹੈ। ਜਦੋਂ ਕੰਡਕਟਿੰਗ ਵਾਇਰ ਨਾਲ ਦੋ ਕੈਪੈਸਿਟਰ ਨੂੰ ਜੋੜੇਗਾ ਤਾਂ ਆਟੋਮੈਟਿਕਲੀ ਉਹਨਾਂ ਚ ਚਾਰਜ ਦੀ ਸ਼ੇਅਰਿੰਗ ਹੋਏਗੀ, ਜੋ ਮਰਜ਼ੀ ਹੋਏ ਹਨਾ। ਹਾਂਜੀ ਸਰ। ਐਟ ਲਾਸਟ ਦੋਨਾਂ ਦਾ ਪੋਟੈਂਸ਼ੀਅਲ ਸੇਮ ਹੀ ਹੋ ਜਾਏਗਾ ਨਾ। ਠੀਕ ਹੈ ਸਰ, ਮੈਂ ਪਹਿਲੇ ਦਾ ਕੈਪੈਸਿਟੈਂਸ ਸੋਚ ਰਿਹਾ ਸੀ। ਇਨਫਿਨਿਟੀ ਮੰਨ ਲਾ ਇਹਦਾ ਪੋਟੈਂਸ਼ੀਅਲ 20 ਹੋ ਗਿਆ, ਇਹਦਾ ਵੀ 20 ਹੋ ਗਿਆ, ਇਹ ਦੋਨੋਂ 0 0 v -0 v -0 ਹੋ ਗਏ ਨਾ ਸੇਮ ਪੋਟੈਂਸ਼ੀਅਲ ਦੋਨਾਂ ਦੇ ਕ੍ਰਾਸ ਤੇ ਪੈਰਲਲ ਹੋ ਗਿਆ। ਤਾਂ ਫਿਰ ਕੈਪੈਸਿਟਰ ਜੋੜ ਦੇਗਾ ਸਿੱਧਾ ਹੀ 4 ਪਾਈ ਐਪਸਿਲਨ r1 + r2। ਠੀਕ, ਮੈਂ ਪਹਿਲੇ ਜੋੜ ਕਰ ਰਿਹਾ ਸੀ। ਹਾਂ ਕੋਈ ਗੱਲ ਨਹੀਂ। ਸੋ ਇੱਕ ਵਾਰ ਨਾ ਦੇਖੋ ਮੈਂ 17ਵਾਂ ਕੁਐਸਚਨ ਕਰਾਣਾ ਤੁਹਾਨੂੰ, ਫਿਰ ਬਾਕੀ ਆਪਾਂ ਗੱਲ ਕਰਦੇ ਹਾਂ। ਤੁਸੀਂ ਸਿਰਫ ਸੋਚਣਾ ਦੇਖੋ ਕਿ ਕਿਵੇਂ ਆਪਾਂ ਕਰਨਾ ਹੁੰਦਾ ਕੰਮ ਨੂੰ। 17ਵਾਂ ਕੁਐਸਚਨ। 18ਵਾਂ ਦਾ ਤੁਸੀਂ ਹਲੇ ਸਿਲੰਡਰੀਕਲ ਕੈਪੈਸਿਟਰ ਰਹਿਣ ਦਿਓ, ਉਹ ਛੱਡ ਦਿਓ, ਲੋ ਆਪਾਂ ਸਿਲੰਡਰੀਕਲ ਕੀਤਾ ਹੀ ਨਹੀਂ ਹੈ, ਉਹ ਕਰਾਂਗੇ ਆਪਾਂ, ਮੈਂ ਕਰਾ ਦੂੰਗਾ। ਇੱਕ ਮੈਂ ਗੱਲ ਪੁੱਛਣੀ ਸੀਗੀ। ਹਾਂਜੀ ਸਰ ਜਿਹੜਾ ਆਪਾਂ ਕੈਪੈਸਿਟਰ ਬਣਾਉਂਦੇ ਉਹਨਾਂ ਦੋਨਾਂ ਦਾ ਜ਼ਰੂਰੀ ਹੈ ਕਿ ਏਰੀਆ ਸੇਮ ਹੋਵੇ? ਨਹੀਂ ਜ਼ਰੂਰੀ ਨਹੀਂ ਹੈ, ਠੀਕ ਹੈ ਸਰ। ਪਰ ਜਦੋਂ ਏਰੀਆ ਜਿਹਦਾ ਘੱਟ ਹੋਏਗਾ ਆਪਾਂ ਉਹ ਲਵਾਂਗੇ ਫਿਰ ਹਨਾ, ਉਹ ਲਵਾਂਗੇ। ਹਾਂ ਓਕੇ। ਹੁਣ ਜਿਵੇਂ ਦੇਖ ਇਹ ਆਹ ਕੁਐਸਚਨ ਦੇਖ, ਇਹ ਚੀਜ਼ ਤੈਨੂੰ ਬੜਾ ਕੁਝ ਸਿੱਖਣ ਨੂੰ ਮਿਲੂਗਾ। ਆਹ ਕੁਐਸਚਨ ਬੜਾ ਵਧੀਆ ਕੁਐਸਚਨ। ਹਾਂਜੀ ਸਰ, ਕੀਤਾ ਸੀ ਮੈਂ। ਕੀਤਾ ਸੀ? ਹਾਂਜੀ ਸਰ। ਹੋ ਗਿਆ? ਨਹੀਂ ਸਰ, ਮੈਂ ਪੂਰਾ ਸੋਲਵ ਨਹੀਂ ਕਰ ਪਾਇਆ, ਕਲਾਸ ਸ਼ੁਰੂ ਹੋ ਗਈ। ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਹੁਣ ਆਪਾਂ ਕਰ ਲੈਂਦੇ ਹਾਂ। ਇਹਨੂੰ ਦੇਖੋ ਹੁਣ ਧਿਆਨ ਨਾਲ ਹਿਮਾਨੀ। ਹਾਂਜੀ ਸਰ। ਬਲਜੀਤ ਹਾਂਜੀ ਸਰ। ਜਾਗ ਰਿਹਾ ਨਾ? ਹਾਂਜੀ ਸਰ। ਆ ਦੇਖੋ ਆ ਨੀਚੇ ਇੱਕ ਆਪਾਂ ਨੂੰ ਨਾ ਇੱਥੇ ਸਰਫੇਸ ਦਿਖਾਇਆ ਆਪਾਂ ਨੂੰ, ਇਹ 3a ਆ, ਯਾਨੀ ਕਿ ਇੱਕ a ਆ ਹੋ ਗਿਆ ਸਮਝ ਲਓ, ਇੱਕ a ਆ ਹੋ ਗਿਆ, ਇੱਕ a ਆ ਹੋ ਗਿਆ ਬੇਸਿਕਲੀ, ਠੀਕ ਹੈ। ਇਸ ਤਰ੍ਹਾਂ ਲੈਂਥ ਵਾਈਜ਼ ਦਿਖਾਇਆ। A capacitor is made of a flat plate of area A। ਸਮਝ ਲਓ ਕਿ ਆ ਇੱਕ ਪਲੇਟ ਆ, ਫਲੈਟ ਪਲੇਟ ਹੈ ਤੇ ਇਹਦਾ ਏਰੀਆ A ਹੈ। ਹੁਣ ਆ ਪਲੇਟ ਦਾ ਮੈਂ ਤੁਹਾਨੂੰ ਸਾਈਡ ਵਿਊ ਦਿਖਾ ਰਿਹਾ, ਅਸਲ ਵਿੱਚ ਤਾਂ ਪਲੇਟ ਇਸ ਤਰ੍ਹਾਂ ਹੋਏਗੀ ਨਾ, ਫਲੈਟ ਪਲੇਟ ਆਫ ਏਰੀਆ A, ਇਸ ਤਰ੍ਹਾਂ ਜੋ ਵੀ ਹੋਏਗੀ। ਇੱਕ ਪਲੇਟ ਹੈ ਤੇ ਇਸ ਪਲੇਟ ਦਾ ਏਰੀਆ ਹੈਗਾ A। ਆ ਜਿਹੜੀ ਪਲੇਟ ਹੈ ਇਹਦਾ ਸਾਈਡ ਵਿਊ, ਇਹਦਾ ਆ ਨੀਚੇ ਵਾਲਾ ਸਮਝ ਲਓ ਆ ਚੀਜ਼ ਜਿਹੜੀ ਹੈ ਉਹ ਚੀਜ਼ ਮੈਂ ਤੁਹਾਨੂੰ ਇੱਥੇ ਦਿਖਾ ਰਿਹਾ। ਸਮਝ ਲੱਗ ਰਹੀ ਗੱਲ? ਯੈਸ ਸਰ। ਠੀਕ ਹੈ, ਇਹ ਸੋਚਣਾ ਸ਼ੁਰੂ ਕਰੋ, ਇਸ ਤਰ੍ਹਾਂ ਫਿਰ ਸਮਝਾਉਣਗੇ, ਕੁਐਸਚਨ ਹੋਣਗੇ। ਇਹ ਟੋਟਲ 3a ਲੈਂਥ ਹੈਗੀ ਆ। ਉਹਨਾਂ ਨੇ ਕੀ ਕਿਹਾ ਫਿਰ, ਐਂਡ ਸੈਕੰਡ ਪਲੇਟ ਦੇਖੋ ਹੁਣ ਦੂਜੀ ਪਲੇਟ ਹੈਗੀ ਆ ਉਹ ਸਟੇਅਰ ਲਾਈਕ ਸਟਰਕਚਰ ਆ, ਪੌੜੀਆਂ ਜਿਵੇਂ ਬਣੀਆਂ ਹੁੰਦੀਆਂ ਨੇ। ਦੂਜੀ ਪਲੇਟ ਇਸ ਤਰ੍ਹਾਂ ਦੀ ਆ, ਇਹਦੇ ਉੱਪਰ ਹੀ ਸਟੇਅਰ ਲਾਈਕ ਇਸ ਤਰ੍ਹਾਂ। ਫਿਰ ਉਹ ਪਲੇਟ ਇਦਾਂ ਹੈਗੀ ਆ ਇਸ ਤਰ੍ਹਾਂ, ਫਿਰ ਪਲੇਟ ਇਸ ਤਰ੍ਹਾਂ ਆ ਇਸ ਤਰ੍ਹਾਂ। ਤੇ ਸਟੇਅਰ ਲਾਈਕ ਸਟਰਕਚਰ ਜਿਹੜਾ ਹੈ ਉਹਦੇ ਦੇਖੋ ਆ a ਹੈਗਾ ਆਪਣਾ ਹਨਾ, ਠੀਕ ਹੈ। ਤਾਂ ਬੇਸਿਕਲੀ ਸਮਝੋ ਆ ਜਿਹੜੀ ਪਹਿਲੀ ਵਾਲੀ ਪਲੇਟ ਹੈ ਸਟੇਅਰ ਲਾਈਕ ਸਟਰਕਚਰ ਦੀ, ਇਹਦੇ ਵਿੱਚ ਡਿਸਟੈਂਸ ਜਿਹੜਾ ਇਹਨਾਂ ਦੋਨਾਂ ਵਿੱਚ ਕਿੰਨਾ ਦੱਸ ਰੱਖਿਆ ਉਹਨਾਂ ਨੇ ਪਹਿਲਾਂ, d ਇਹ ਦੱਸਿਆ ਹੈ।
ਸਟੇਅਰ ਲਾਈਕ ਸਟਰਕਚਰ ਦੀ ਜਿਹੜੀ ਉੱਪਰਲੀ ਹਾਈਟ ਹੈ ਉਹ b ਹੈ, ਯਾਨੀ ਆ b ਹੈ, ਆ b ਹੈ, ਤੇ ਸਟੇਅਰ ਲਾਈਕ ਸਟਰਕਚਰ ਜਿਹੜਾ ਹੈਗਾ ਉਹਦੀ ਵਿਡਥ ਕੀ ਹੈ ਹਰ ਸਟੇਅਰ ਦੀ a ਹੈ, ਆ a ਹੈ, ਆ a ਹੈ, ਤਾਂ ਹੀ ਤਾਂ 3a ਬਣੀ ਨਾ ਪੂਰੀ। यस सर। ਹੁਣ ਇੱਕ ਕੈਪੈਸਿਟਰ ਤਾਂ ਤੁਹਾਡਾ ਦੇਖੋ ਆ ਬਣ ਜਾਏਗਾ, ਆ ਵਾਲਾ ਕੈਪੈਸਿਟਰ ਹੈ ਨਾ। हाँ जी। ਇਸ ਕੈਪੈਸਿਟਰ ਦੇ ਵਿੱਚ ਕੀ ਹੈ, ਜੇ ਟੋਟਲ ਏਰੀਆ ਪਲੇਟ ਦਾ a ਹੈ ਤਾਂ ਤੁਸੀਂ ਦੇਖੋ ਇਹਨੂੰ ਇਹਦੇ a ਹਿੱਸੇ ਨਾਲ ਆ ਪਲੇਟ ਦਾ ਪਹਿਲਾ ਦਾ ਏਰੀਆ ਹੋਏਗਾ ਨਾ, ਆ ਨੀਚੇ ਵਾਲਾ ਏਰੀਆ ਜਿਹੜਾ ਇਹਦਾ ਹੋਏਗਾ ਉਹ ਏਰੀਆ a/3 ਹੋਏਗਾ ਨਾ ਇਹਦਾ ਏਰੀਆ, ਕਿ ਨਹੀਂ। यस सर। ਬੇਸਿਕਲੀ ਆਹੀ ਦਿਖਾ ਰਹੇ ਆਪਾਂ, a/3 ਏਰੀਆ ਹੋਏਗਾ, ਡਿਸਟੈਂਸ d ਹੋਏਗਾ, ਤਾਂ ਬੇਸਿਕਲੀ ਇਸ ਕੈਪੈਸਿਟਰ ਦਾ ਕੈਪੈਸਿਟੈਂਸ ਕੀ ਤੁਸੀਂ ਸਿੱਧਾ ਹੀ ਲਿਖ ਸਕਦੇ ਹੋ, ਇਹਦਾ ਕੈਪੈਸਿਟੈਂਸ C1 = ਐਪਸਾਈਲਨ ਨੋਟ, a ਦੀ ਜਗ੍ਹਾ ਆਏਗਾ a/3 ਤੇ ਡਿਸਟੈਂਸ ਆਏਗਾ d। ਕਲੀਅਰ ਹੈ ਗੱਲ। यस सर। जी सर। ਜਿਹੜਾ ਦੂਸਰਾ ਕੈਪੈਸਿਟੈਂਸ ਹੈ ਉਹਦੇ ਲਈ ਵੀ ਏਰੀਆ ਦਾ ਇੰਨਾ ਹੀ ਆਏਗਾ ਨਾ, ਕਿਉਂਕਿ a ਹੀ ਹੈ ਨਾ, ਇਹ ਵੀ हाँ जी। ਇਹਦਾ Yes, ਏਰੀਆ yes, a/3 ਹੀ ਆਏਗਾ, यस सर। ਠੀਕ ਹੈ। ਤਾਂ ਇਹਦਾ ਵੀ ਏਰੀਆ a/3 ਆਏਗਾ। ਤਾਂ ਹੁਣ ਇਹਦੇ ਚ ਜਿਹੜੇ ਪਰ ਵਿਡਥ ਡਿਸਟੈਂਸ ਹੋਏਗਾ ਬਿਟਵੀਨ ਦਾ ਪਲੇਟਸ ਹਨਾ, ਆ ਵੀ ਸੇਮ ਰਹੇਗਾ। ਆ b ਨੇ ਕੁਝ ਨਹੀਂ ਕਰਨਾ, ਆ ਜਿਹੜੀ ਆ ਪਲੇਟ ਹੈਗੀ ਫਜ਼ੂਲ ਆ। ਜਿਵੇਂ ਹੁਣ ਕਹਿੰਦਾ ਮਤਲਬ ਆ ਇੱਕ ਪਲੇਟ ਇਸ ਤਰ੍ਹਾਂ ਲੈ ਲਓ, ਇੱਕ ਪਲੇਟ ਇਸ ਤਰ੍ਹਾਂ ਲੈ ਲਓ, ਤਾਂ ਤੁਸੀਂ ਉਹਦਾ ਕੈਪੈਸਿਟੈਂਸ ਕੀ ਹੋਏਗਾ, 0 ਹੋਏਗਾ ਨਾ, यस सर। ਏਰੀਆ हाँ 0 जी। ਮੰਨ ਸਕਦੇ ਫਿਰ ਆਪਾਂ, ਇਹ ਪਲੇਟ ਇੱਥੇ ਥੋੜੀ ਆ। ਸੋ ਕਿੱਧਰ ਗਿਆ, ਹਾਂ ਇਹਦਾ ਡਿਸਟੈਂਸ ਕਿੰਨਾ ਲਓਗੇ ਹੁਣ, B plus D। A plus B। d plus b, ਧਿਆਨ ਰੱਖੋ ਆ d ਹੈ, ਆ b ਹੈ, ਐਪਸਾਈਲਨ ਨੋਟ a/3 ਤੇ ਇੱਥੇ ਆਊਗਾ d plus b। ਕਲੀਅਰ ਆ। यस सर। ਹੁਣ C3 ਤੁਸੀਂ ਸਿੱਧੇ ਦੱਸ ਦਿਓ ਕੀ ਆਏਗਾ, Epsilon naught A plus C A/3 plus a/3 3। d A plus plus 2b। 2B। ਆ ਤਿੰਨੇ ਆਪਸ ਚ ਕੈਪੈਸਿਟਰ ਜਿਹੜੇ ਹੈਗੇ ਨੇ ਸੀਰੀਜ਼ ਨੇ ਕਿ ਪੈਰਲਲ ਚ ਨੇ, series ਸਾਫ ਹੀ ਦਿਖ ਰਿਹਾ, ਪੂਰੀ ਪਲੇਟਾਂ ਆਪਸ ਚ ਜੁੜੀਆਂ ਹੀ ਹੋਈਆਂ ਨੇ, ਵਾਇਰ ਦੀ ਲੋੜ ਨਹੀਂ, ਉਹ ਤਿੰਨੋਂ ਪਲੇਟਾਂ ਆਪਸ ਚ ਜੁੜੀਆਂ ਹੋਈਆਂ ਨੇ, ਹਾਇਰ ਤੇ ਲੋਅਰ ਵਾਲੇ ਇੱਕ ਪਾਸੇ ਨੇ ਹਨਾ, ਪੈਰਲਲ ਚ ਹਾਂਜੀ ਨਹੀਂ। ਸਰ। ਬਸ ਇਹਨਾਂ ਤਿੰਨਾਂ ਨੂੰ ਜੋੜ ਕੇ ਇਹਨਾਂ ਦਾ ਐਲਸੀਐਮ ਲੈ ਕੇ ਜੋ ਸਿੰਪਲੀਫਾਈ ਕਰਕੇ ਪਿੱਛੇ ਆਂਸਰ ਦਿੱਤਾ ਹੈ ਚੈੱਕ ਕਰੋ। ਸਰ ਮੈਂ ਇਹਦੇ ਕੀਤਾ, ਪਰ ਮੈਂ A/3 ਨਹੀਂ ਲਿਆ ਏਰੀਆ। ਹੈ ਮੈਂ ਏਰੀਆ ਬਸ ਡਿਵਾਈਡ ਕਿਉਂ ਕਰ ਰਹੇ ਮੈਨੂੰ ਨਹੀਂ ਪਤਾ ਲੱਗ ਰਿਹਾ। ਹੁਣ ਇਹ ਤਾਂ ਤੱਕਿਆ ਕਿ ਏਰੀਆ ਦਾ ਕੋਈ ਨਹੀਂ ਕਿ ਇੰਨਾ ਏਰੀਆ ਨਹੀਂ ਪਤਾ ਲੱਗ ਰਿਹਾ। ਨਹੀਂ ਸਰ, ਏਰੀਆ ਮੈਨੂੰ ਪਤਾ ਲੱਗ ਗਿਆ, ਹਾਂ ਪਰ ਆਪਾਂ ਏਰੀਆ A/3 ਕਿਉਂ ਲੈ ਰਹੇ? ਆ ਜਿਹੜੀ ਪਲੇਟ ਆ ਪੂਰੀ, ਇਸ ਕੈਪੈਸਿਟਰ ਦੇ ਅੱਗੇ ਤਾਂ ਇੰਨਾ ਕਿ ਏਰੀਆ ਨਾ, ਹੁਣੀ ਤੇਰਾ ਕੁਐਸਚਨ ਆਈ ਤਾਂ ਸੀਗਾ ਕਿ ਕੀ ਦੋਨੋਂ ਪਲੇਟਾਂ ਦਾ ਏਰੀਆ ਬਰਾਬਰ ਹੋਣਾ ਜ਼ਰੂਰੀ। ਆਪਾਂ ਕਹਿੰਦੇ ਆਹ ਵਾਲੀ ਪਲੇਟ ਦਾ ਏਰੀਆ, ਕਿ ਇਹਦੇ ਲਈ ਆਪਾਂ ਆਹੀ ਏਰੀਆ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਨਾ, ਇਹਦੇ ਵਿੱਚ ਪੂਰੀ ਪਲੇਟ ਦਾ ਏਰੀਆ ਇਹ ਦਿੱਤਾ ਹੈ ਨਾ, ਤੇ ਤੁਸੀਂ ਅੱਛਾ, ਪੂਰੀ ਤਾਂ ਹੀ- ਪਲੇਟ ਏਰੀਆ ਨੂੰ ਜੇ ਤੁਸੀਂ ਇੱਕ ਪਾਸੇ ਇੱਕਦਮ ਬਰਾਬਰ ਆ ਤਿੰਨ ਹਿੱਸਿਆਂ 'ਚ ਵੰਡਿਆ ਲੈਂਥ ਵਾਈਜ਼, ਤਾਂ ਇਹ ਤੇਰਾ a/3 ਹੋਏਗਾ ਨਾ ਏਰੀਆ, ਤਾਂ ਹੀ ਤੁਸੀਂ ਕਿਹਾ ਕਿ ਛੋਟੀ ਪਲੇਟ ਦਾ ਏਰੀਆ ਲੈਣਾ ਹੈ। ਤਾਂ ਹੀ ਤੁਸੀਂ ਕਿਹਾ ਕਿ ਛੋਟੀ ਪਲੇਟ ਦਾ ਏਰੀਆ ਆਪਾਂ ਯੂਜ਼ ਕਰਦੇ ਹਾਂ ਛੋਟੀ ਆ ਉੱਪਰਲੀ ਤੇ ਨੀਚੇ ਵਾਲੇ ਯੂਜ਼ ਕਰ ਰਹੇ ਹਾਂ। ਹਾਂਜੀ ਠੀਕ ਹੈ। ਅੱਛਾ ਦੇਖ, ਜ਼ਰੂਰੀ ਨਹੀਂ ਕਿ ਇਹ ਹੋਏ, ਐ ਵੀ ਹੋ ਸਕਦਾ ਸੀ ਕਿ ਇਹ ਵਾਲਾ 3a ਕੀ ਪਤਾ ਤੈਨੂੰ ਇਧਰਲਾ ਸਾਈਡ ਦਿਖਾਇਆ ਹੁੰਦਾ, ਤਾਂ ਵੀ ਜੇ ਇਧਰਲਾ ਵੀ ਦਿਖਾਇਆ ਹੁੰਦਾ ਤੈਨੂੰ ਆਹ ਟੋਟਲ 3a ਦਿਖਾਇਆ ਹੁੰਦਾ, ਤਾਂ ਵੀ ਤਾਂ ਤੇਰਾ ਫਿਰ a/3 ਹੀ ਆਣਾ ਸੀ ਨਾ ਇਹ ਏਰੀਆ ਇੱਕ ਦਾ। ਹਾਂਜੀ ਸਰ। ਕੀ ਪਤਾ ਇਦਾਂ ਦੀ ਪਲੇਟਾਂ ਹੁੰਦੀਆਂ ਹਨਾ, ਹਾਂਜੀ ਠੀਕ ਹੈ ਸਰ। ਆਹ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ। ਹਾਂਜੀ ਠੀਕ ਹੈ। ਸਮਝ ਲੱਗੀ ਗੱਲ ਹਿਮਾਨੀ, यस सर। ਹੁਣ ਹੋ ਜਾਣਗੇ। हाँ जी। हाँ जी। शुभम 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 भी नहीं आएगा। गुरांश, हाँ जी सर। गुरांश तू रुस्या तो नहीं होया? नहीं सर। तू बोलता ही नहीं है कुछ ਹੁਣ ਅੱਜ ਕੱਲ, ਕੀ ਸਾਰਾ ਸਮਝ ਆਇਆ ਤਾਂ ਇਸ ਲਈ ਨਹੀਂ ਬੋਲਦਾ। ਸੋ ਚੈਪਟਰ ਠੀਕ ਠਾਕ ਲੱਗਦਾ ਪਿਆ ਹਾਲੇ, ਕੀ ਲੱਗਦਾ ਪਿਆ? ਮਤਲਬ ਮਜ਼ਾ ਨਹੀਂ ਆ ਰਿਹਾ ਚੈਪਟਰ ਕਰਨ ਵੇਲੇ, ਮਤਲਬ ਇੰਨਾ ਇੰਟਰਸਟ ਨਹੀਂ ਬਣਦਾ ਪਿਆ ਚੈਪਟਰ। ਇਸ ਚੈਪਟਰ ਕੈਪੈਸਿਟਰ ਦੇ ਵਿੱਚ ਨਹੀਂ ਪੂਰੇ ਯੂਨਿਟ 'ਚ। ਕਿਉਂ ਇਹ ਜਾਂ ਕੀ ਮਤਲਬ ਹੋਇਆ? ਸੋਲਵ ਤਾਂ ਹੁੰਦੇ ਪਏ ਆ, ਮਤਲਬ ਵੈਸੇ ਇੰਟਰਸਟ ਹੁੰਦਾ ਨਾ ਸੋਲਵ ਕਰਨ 'ਚ, ਉਹ ਨਹੀਂ ਆਉਂਦਾ ਪਿਆ। ਇਹ ਤਾਂ ਫਿਰ ਸੋਚਣਾ ਚਾਹੀਦਾ ਵੀ ਕਿਉਂ ਨਹੀਂ ਬਣਦਾ ਪਿਆ ਨਾ ਆਪਾਂ ਨੂੰ। ਮਤਲਬ ਇੱਕ ਵਾਰ ਜਾਂ ਤਾਂ ਸ਼ੁਰੂ ਤੋਂ ਇੱਕ ਵਾਰ ਸਾਰੇ ਲੈਕਚਰਸ ਦੇ ਥਰੂ ਗੋ ਥਰੂ ਹੋਲਾ, ਜਿਹੜਾ ਤੈਨੂੰ ਲੱਗਦਾ ਹੋਵੇ ਕਿ ਮੈਂ ਮਜ਼ਾ ਨਹੀਂ ਆ ਰਿਹਾ, ਸਹੀ ਤਰ੍ਹਾਂ ਸਮਝ ਨਹੀਂ ਆ ਰਿਹਾ। ਮਜ਼ਾ ਤਾਂ ਹੀ ਨਹੀਂ ਆਉਂਦਾ ਜਦੋਂ ਆਪਾਂ ਨੂੰ ਪੂਰੀ ਤਰ੍ਹਾਂ ਜਾਂ ਤਾਂ ਸਮਝ ਨਹੀਂ ਆਇਆ ਹੁੰਦਾ, ਹੋਰ ਕੋਈ ਕਾਰਨ ਨਹੀਂ ਹੋ ਸਕਦਾ। ਕਿਉਂਕਿ ਜਦੋਂ ਮਤਲਬ ਇਹ ਸਾਇੰਟੀਫਿਕ ਗੱਲ ਹੈ ਕਿ ਇਨਸਾਨ ਆ ਕੋਈ ਵੀ, ਜੇ ਉਹਨੂੰ ਕੋਈ ਚੀਜ਼ ਸਮਝ ਆ ਰਹੀ ਹੈ ਤਾਂ ਉਹਨੂੰ ਉਹਦਾ ਮਜ਼ਾ ਹੀ ਆਉਂਦਾ, ਜਿੰਨੀ ਉਹਨੂੰ ਅੱਛਾ ਲੱਗਦਾ ਵਾ ਉਸ ਚੀਜ਼ ਬਾਰੇ ਮਤਲਬ ਉਹ ਕਰਨਾ, ਕੰਮ ਕਰਨਾ ਉਹਦੇ 'ਚ। ਤੇ ਹੋਰ ਕੋਈ ਪ੍ਰੋਬਲਮ ਤਾਂ ਨਹੀਂ ਆ? ਘਰੇ ਸਭ ਠੀਕ ਆ?
ਹਾਂਜੀ ਹਾਂਜੀ ਸਰ ਘਰੇ ਠੀਕ ਆ ਸਭ। ਅੱਛਾ, ਉਹ ਕਈ ਵਾਰ ਦਿਲੀ ਤੌਰ ਤੇ ਬੰਦਾ ਉਦਾਸ ਹੋ ਜਾਂਦਾ, ਇਹੋ ਜਿਹੀ ਤਾਂ ਕੋਈ ਗੱਲ ਤਾਂ ਨਹੀਂ? ਨਾ ਨਾ ਸੈਡ Song ਤਾਂ ਨਹੀਂ ਸੁਣਦਾ ਬਹੁਤੇ? ਨਹੀਂ ਸਰ, ਸਿੱਧੂ ਮੂਸੇ ਦੇ ਫੈਨ। ਹੈ? ਨਹੀਂ ਸਰ ਨਹੀਂ। ਅੱਛਾ ਅੱਛਾ, ਸਰ ਇੱਕ ਵਾਰ 11th ਕੁਐਸਚਨ ਵੀ ਡਿਸਕਸ ਕਰ ਦਿਓ। ਆ ਦੇਖੋ 11th ਕੁਐਸਚਨ। ਹੁਣ ਇਹਦੇ ਚ ਕੀ ਆ, ਇਹ ਵਿੱਚ ਸਿਲੈਂਡਰੀਕਲ ਕੈਪੈਸਿਟਰ ਲਿਆ ਹੋਇਆ, ਪਰ ਸਿਲੈਂਡਰੀਕਲ ਕੈਪੈਸਿਟਰ ਦਾ ਫਾਰਮੂਲਾ ਆਪਾਂ ਨੂੰ ਲੋੜ ਨਹੀਂ ਪੈਣੀ ਇੱਥੇ, ਕਿਉਂਕਿ ਉਹਨਾਂ ਨੇ ਕੈਪੈਸਿਟੈਂਸ ਹੀ ਦਿੱਤਾ ਹੋਇਆ ਵਾ, ਹਨਾ? ਠੀਕ ਹੈ, ਹੁਣ ਹਾਂਜੀ ਇਹਦੇ ਚ ਦੇਖ, ਇਹਨਾਂ ਨੇ ਅੰਦਰਲੇ ਦੋ ਕੈਪੈਸਿਟਰ ਆਪਸ ਚ ਜੋੜੇ ਹੋਏ ਨੇ ਨਾ, ਆ ਦੇਖ Yes, ਦੋ sir. ਸਿਲੰਡਰ, ਤੇ ਉਹ ਦੋਨੋਂ ਆਪਸ ਚ ਵੀ ਜੋੜੇ ਹੋਏ ਨੇ, ਤੇ ਦੋਨੋਂ ਦੇ ਦੋਨੋਂ ਕਿਹਦੇ ਨਾਲ ਜੁੜੇ? ਬੈਟਰੀ ਦੇ ਹਾਇਰ ਨਾਲ। ਅੰਦਰਲੇ ਦੋਨੋਂ ਹਾਇਰ ਤੇ ਨੇ, ਹਨਾ? ਯੈਸ ਸਰ, ਬਾਹਰਲੇ ਦੋਨੋਂ ਆਪਸ ਚ ਟੱਚ ਕਰਾਏ ਹੋਏ ਨੇ, ਉਹ ਲੋਅਰ ਤੇ ਨੇ। ਯੈਸ ਸਰ, ਫਿਰ ਦੋਨੋਂ ਫਿਰ ਪੈਰਲਲ ਹੀ ਹੋਏ ਨਾ। ਹਾਂਜੀ ਇਹੀ ਗੱਲ ਤਾਂ ਆਪਾਂ ਕੱਲ ਸਿੱਖ ਲਈ, ਫਿਰ ਉਹੀ ਫਾਇਦਾ ਮੈਂ ਕਿਹਾ ਦੋਨੋਂ ਹਾਇਰ ਜੁੜੇ ਨੇ, ਦੋਨੋਂ ਲੋਅਰ ਜੁੜੇ ਨੇ, ਮਤਲਬ ਪੈਰਲਲ। ਤੇ ਫਿਰ ਆ 2.2 ਹੈਗਾ ਵਾ ਇੱਕ, ਹਨਾ? ਤਾਂ ਦੋਨਾਂ ਦਾ ਟੋਟਲ ਮਿਲਾ ਕੇ ਕਿੰਨਾ ਹੋਗਾ? 4.4 ਹੋ ਜਾਊਗਾ, ਹਨਾ? ਹਾਂਜੀ 10 ਵੋਲਟ ਦੀ ਬੈਟਰੀ ਲਾਉਂਗੇ, ਚਾਰਜ ਕਿੰਨਾ ਨਿਕਲੂਗਾ? CV 44 4 ਠੀਕ ਹੈ ਮਾਈਕਰੋ। ਸਰ, ਠੀਕ ਠੀਕ ਹੈ ਹੈ। ਸਰ, ਹਾਂਜੀ ਚਲੋ ਮੈਂ ਥੋੜੀ ਜਿਹੀ ਤੁਹਾਨੂੰ ਹੋਰ ਨਵੀਆਂ ਗੱਲਾਂ ਦੱਸਦਾ ਵੀਟਸਟੋਨ ਬ੍ਰਿਜ ਦੇ ਬਾਰੇ, ਬਹੁਤ ਜ਼ਰੂਰੀ ਹੈ। ਮੈਂ ਇਸੇ ਸ਼ੀਟ ਤੇ ਕਰਾਂ? ਨਹੀਂ, ਮੈਂ ਅਲੱਗ ਸ਼ੀਟ ਤੇ ਕਰਦਾ। ਹੁਣ ਚੰਗੀ ਤਰ੍ਹਾਂ ਸਮਝਿਓ, ਮੈਂ ਨਵੀਂ ਚੀਜ਼ ਤੁਹਾਨੂੰ ਕਰਾਉਣ ਲੱਗਾ ਅੱਗੇ ਦੀ। ਦੇਖੋ, ਇਹ ਬੜੀ ਇੰਟਰਸਟਿੰਗ ਹੈ ਵੀ। ਹੁਣ ਵੀਟਸਟੋਨ ਬ੍ਰਿਜ ਪ੍ਰਿੰਸੀਪਲ ਬੋਲਦੇ ਹਾਂ ਇਹਨੂੰ ਆਪਾਂ, ਵੀਟਸਟੋਨ ਬ੍ਰਿਜ ਪ੍ਰਿੰਸੀਪਲ। ਇਹ ਬੜਾ ਇੰਟਰਸਟਿੰਗ ਹੈ। ਤੁਸੀਂ ਇਹ ਦੇਖੋਗੇ ਜੋ ਵੱਡੇ ਵੱਡੇ ਤੁਹਾਡੇ ਸਰਕਟ, ਔਖੇ ਔਖੇ ਲੱਗਣ ਵਾਲੇ ਸਰਕਟ ਹੈ, 1 ਮਿੰਟ 'ਚ ਹੀ ਝੜ ਜਾ ਕਰਨੇ ਤੁਹਾਡੇ ਸਾਹਮਣੇ ਵੀ, ਆਹ ਤਾਂ ਕੁਝ ਹੈ ਹੀ ਨਹੀਂ। ਠੀਕ ਹੈ, ਵੀਟਸਟੋਨ ਬ੍ਰਿਜ ਪ੍ਰਿੰਸੀਪਲ ਪਰ ਸਮਝ ਆਉਣਾ ਬਹੁਤ ਜ਼ਰੂਰੀ ਹੈ। ਕਰਨ ਨੂੰ ਮੈਂ ਤੁਹਾਨੂੰ ਰਿਜ਼ਲਟ ਸਿੱਧੇ ਦੱਸ ਦਵਾਂ, ਤੁਸੀਂ ਸਿੱਧੇ ਵੀ ਲਗਾਉਣ ਲੱਗ ਜਾਓਗੇ, ਪਰ ਉਹਦੇ ਨਾਲ ਫਿਰ ਮਜ਼ਾ ਥੋੜਾ ਘੱਟ ਆਉਂਦਾ ਹੈ। ਆਪਾਂ ਇਹਦਾ ਪ੍ਰੂਵ ਕਰਦੇ ਹਾਂ, ਆਪਾਂ ਇਹਨੂੰ ਸਮਝਦੇ ਹਾਂ ਚੰਗੀ ਤਰ੍ਹਾਂ, ਆਪਣੇ ਕੋਲ ਟਾਈਮ ਹੈਗਾ। ਦੇਖੋ, ਇਨ ਜਨਰਲ ਪਹਿਲਾਂ ਬ੍ਰਿਜ ਨੂੰ ਸਮਝਣਾ ਬਹੁਤ ਜ਼ਰੂਰੀ। ਬ੍ਰਿਜ ਕੀ ਹੁੰਦਾ ਹੈ? ਬ੍ਰਿਜ ਕਿਹੜੀ ਵਾਇਰ ਬਣਦੀ ਹੈ ਵੀਟਸਟੋਨ ਬ੍ਰਿਜ ਪ੍ਰਿੰਸੀਪਲ ਦੇ ਵਿੱਚ? ਪਹਿਲੀ ਗੱਲ, ਜਿਵੇਂ ਮੰਨ ਲਓ ਤੁਸੀਂ ਇਧਰੋਂ ਜਾ ਰਹੇ ਹੋ, ਮੰਨ ਲਓ ਆ ਇੱਕ ਸਰਕਟ ਤੁਹਾਡਾ ਇੱਕ ਸਮਝ ਲਓ ਫਲੋ ਹੋ ਰਿਹਾ, ਜਾਂ ਮੰਨ ਲਓ ਆ ਰੋਡ ਹੈ, ਇੱਕ ਰੋਡ ਤੇ ਬੰਦੇ ਜਾ ਰਹੇ, ਐ ਜਾ ਰਿਹਾ, ਟ੍ਰੈਫਿਕ ਜਾ ਰਿਹਾ ਇਧਰ ਨੂੰ, ਠੀਕ ਹੈ? ਤੇ ਇਹਦੇ ਪੈਰਲਲ ਇੱਕ ਹੋਰ ਰੋਡ ਹੈ, ਇਸ ਰੋਡ ਦੇ ਵਿੱਚ ਵੀ ਟ੍ਰੈਫਿਕ ਜਾ ਰਿਹਾ। ਇਸ ਤਰ੍ਹਾਂ ਸੋਚਣਾ ਹੈ ਦਿਮਾਗ ਦੇ ਵਿੱਚ ਕਿ ਉੱਪਰੋਂ ਜਾ ਰਹੇ ਆ, ਨੀਚੇ ਵੀ ਜਾ ਰਹੇ। ਇਸ ਤਰ੍ਹਾਂ ਅਸੀਂ ਕੀ ਕਰਦੇ ਹਾਂ, ਅਸੀਂ ਇਹਦੇ ਵਿੱਚ ਨਾ ਥੋੜੀ ਜਿਹੀ ਬ੍ਰੇਕ ਲਾਉਂਦੇ ਹਾਂ, ਇੱਥੇ ਲਾਉਂਦੇ ਹਾਂ, ਤੇ ਆਪਾਂ ਇਹਨਾਂ ਦੋਨਾਂ ਨੂੰ ਇੱਕ ਹੋਰ ਵਾਇਰ ਦੇ ਨਾਲ, ਇਸ ਤਰ੍ਹਾਂ ਰੋਡ ਬਣਾ ਦਿੰਦੇ, ਰੋਡ ਵਾਂਗੂ ਸੋਚੋ, ਬਾਅਦ ਚ ਵਾਇਰ ਸੋਚਾਂਗੇ, ਜੋੜ ਦਿੰਦੇ ਹਾਂ। ਆਹ ਜਿਹੜੀ ਚੀਜ਼ ਹੈ ਨਾ, ਇਹ ਹੈਗੀ ਆ ਬ੍ਰਿਜ। ਸੋ ਬ੍ਰਿਜ ਦਿਮਾਗ 'ਚ ਲੈ ਆਓ, ਪਹਿਲਾਂ ਤਾਂ ਸਮਝ ਲੱਗੀ ਬ੍ਰਿਜ ਕੀ ਹੁੰਦਾ ਹੈ? ਯੈਸ ਸਰ, ਯੈਸ ਬਸ ਇਹ ਸਮਝ ਲਓ ਕਿ ਆਹ ਜਿਹੜਾ ਟ੍ਰੈਫਿਕ ਹੈ, ਇਹ ਨਿਕਲਿਆ ਵੀ ਇੱਕੋ ਹੀ ਜਗ੍ਹਾ ਤੋਂ ਹੈ, ਠੀਕ ਹੈ? ਹਾਂਜੀ ਠੀਕ ਹੈ, ਯੈਸ ਸਰ, ਤੇ ਇਹਨੇ ਪਹੁੰਚਣਾ ਵੀ ਇੱਕੋ ਜਗ੍ਹਾ ਤੇ ਹੀ ਹੈ, ਬਸ ਦੋ ਰਸਤੇ ਲੈ ਗਏ, ਠੀਕ ਹੈ? ਹਾਂਜੀ ਆਹ ਬ੍ਰਿਜ ਹੈ। ਇਸ ਤਰ੍ਹਾਂ ਦੀ ਚੀਜ਼ ਨੂੰ ਜਦੋਂ ਤੁਸੀਂ ਦੇਖੋਗੇ, ਤੁਹਾਡੇ ਦਿਮਾਗ 'ਚ ਵੀਟਸਟੋਨ ਬ੍ਰਿਜ ਪ੍ਰਿੰਸੀਪਲ ਆ ਜਾਏਗੀ। ਹੁਣ ਜੇ ਆਪਾਂ ਇਸ ਨੂੰ ਇਸ ਤਰ੍ਹਾਂ ਨਾ ਦੇਖੀਏ, ਬਲਕਿ ਇਸ ਨੂੰ ਵਾਇਰ ਦੀ ਫਾਰਮ 'ਚ ਦੇਖੀਏ, ਤਾਂ ਸਾਨੂੰ ਪਤਾ ਹੈ ਕਿ ਫਿਰ ਵਾਇਰ ਦੀ ਫਾਰਮ 'ਚ ਆਪਾਂ ਇਹਨੂੰ ਇਹ ਦੇਖਾਂਗੇ, ਇਸ ਜਗ੍ਹਾ ਤੇ ਇੱਕ ਆ ਵਾਇਰ ਹੈ, ਮੰਨ ਲਓ ਇੱਥੇ ਆਪਾਂ ਕੈਪੈਸਿਟਰ ਲਾ ਲਈ, ਇੱਥੇ ਰੈਜ਼ਿਸਟਰ ਵੀ ਲੱਗ ਸਕਦਾ ਹੈ। ਅਗਲੇ ਚੈਪਟਰ 'ਚ ਰੈਜ਼ਿਸਟੈਂਸ ਲਾ ਦੇਵਾਂਗੇ, ਇੱਥੇ ਆਪਾਂ ਕੈਪੈਸਿਟਰ ਦੀ ਗੱਲ ਕਰਦੇ ਹਾਂ। ਇੱਥੇ ਵੀ ਕੈਪੈਸਿਟਰ ਲੱਗਿਆ ਹੈ, ਇੱਥੇ ਵੀ ਕੈਪੈਸਿਟਰ ਲੱਗਿਆ ਹੈ। ਹੁਣ ਜੇ ਇੱਕ ਜਗ੍ਹਾ ਤੇ ਜਾ ਕੇ ਡਿਵਾਈਡ ਹੋ ਰਿਹਾ ਟ੍ਰੈਫਿਕ, ਤੇ ਬਾਅਦ ਜਾਂ ਇਕੱਠਾ ਹੋ ਰਿਹਾ, ਤਾਂ ਤੁਹਾਨੂੰ ਪਤਾ ਇੱਕ ਤਰ੍ਹਾਂ ਦਾ ਇਹ ਪੈਰਲਲ ਸਰਕਟ ਬਣਦਾ ਹੈ ਨਾ, ਇਸ ਤਰ੍ਹਾਂ ਦਾ। ਯੈਸ ਸਰ, ਯਾਨੀ ਇੱਥੋਂ ਟੋਟਲ ਚਾਰਜ ਮੰਨ ਲਓ Q ਐਂਟਰ ਕਰ ਰਿਹਾ, ਇੱਧਰ ਮੰਨ ਲਓ Q1 ਜਾ ਰਿਹਾ, ਇੱਧਰ ਮੰਨ ਲਓ Q2 ਜਾ ਰਿਹਾ, ਤੇ ਇੱਧਰ ਫਿਰ Q1 ਇੱਧਰ ਨਿਕਲ ਜਾਏਗਾ, Q2 ਇੱਧਰ ਨਿਕਲ ਜਾਏਗਾ, ਸਭ ਕੁਝ ਸੁਖੀ ਸਾਂਦੀ ਹੋ ਜਾਏਗਾ। ਇਹਦੇ ਲਈ ਤੁਹਾਨੂੰ ਕੁਝ ਵੀਟਸਟੋਨ ਬ੍ਰਿਜ ਦੀ ਲੋੜ ਨਹੀਂ। ਸਮਝ ਲੱਗੀ ਗੱਲ? ਯੈਸ ਸਰ, ਪਰ ਪ੍ਰੋਬਲਮ ਕੀ ਹੈ, ਆਪਾਂ ਜਿਹੜਾ ਇਸ ਕੈਪੈਸਿਟਰ ਤੇ ਇਸ ਕੈਪੈਸਿਟਰ ਵਿਚਕਾਰ ਆਹ ਵਾਲਾ ਪੁਆਇੰਟ ਲਿਆ ਨਾ, ਤੇ ਆਹ ਵਾਲਾ ਪੁਆਇੰਟ ਲਿਆ ਨੀਚੇ ਵਾਲਾ, ਇਹਨਾਂ ਦੋਨਾਂ ਨੂੰ ਇੱਕ ਹੋਰ ਤਾਰ ਨਾਲ ਜੋੜ ਦਿੰਦੇ ਆ, ਉਹਦੇ ਵਿੱਚ ਵੀ ਕੋਈ ਕੈਪੈਸਿਟਰ ਲਗਾ ਦਿੰਦੇ ਆ, ਮੰਨ ਲਓ C।
ਤੇ ਇਹਨਾਂ ਦੀ ਵੀ ਕੋਈ ਨਾ ਕੋਈ ਵੈਲਿਊਜ਼ ਨੇ। ਮੰਨ ਲੈਂਦੇ ਆ C1, ਇਹਨੂੰ ਮੰਨ ਲੈਂਦੇ ਆ C2, ਇਹਨੂੰ ਮੰਨ ਲੈਂਦੇ ਆ C3, ਇਹਨੂੰ ਮੰਨ ਲੈਂਦੇ ਆ C4। ਆਹ ਜਿਹੜੀ ਰੈੱਡ ਕਲਰ ਦੀ ਮੈਂ ਵਾਇਰ ਵਿੱਚ ਬਣਾਈ ਹੈ ਨਾ, ਇਹਨੂੰ ਬੋਲਦੇ ਆ ਬ੍ਰਿਜ ਵਾਇਰ, ਸਮਝ ਲਓ। ਇਹ ਕੀ ਆ? ਬ੍ਰਿਜ ਵਾਇਰ ਹੋ ਗਈ, ਸਮਝ ਲਓ। ਪਤਾ ਨਹੀਂ ਇਹਨੂੰ ਬੋਲਦੇ ਵੀ ਆ ਕਿ ਨਹੀਂ, ਮੈਂ ਬੋਲਦਾ ਰਹਿਣਾ, ਮਤਲਬ ਪਤਾ ਨਹੀਂ, ਹੋ ਸਕਦਾ ਕਿਤਾਬ 'ਚ ਕਿਸੇ ਨਾ ਵੀ ਬੋਲਣ। ਆਪਾਂ ਬ੍ਰਿਜ ਵਾਇਰ ਬੋਲ ਦਿੰਦੇ ਆ। ਸਮਝ ਲੱਗੀ ਗੱਲ? ਯੈਸ ਸਰ। ਇਹ ਇੱਕ ਬ੍ਰਿਜ ਹੈ। ਇਹਦੇ ਵਿੱਚ ਆ ਜਿਹੜਾ ਪੁਆਇੰਟ ਹੈ ਨਾ, ਇਸ ਪੁਆਇੰਟ ਦਾ ਨਾਮ ਰੱਖ ਦਿੰਦੇ ਆ ਆਪਾਂ A, ਇਸ ਪੁਆਇੰਟ ਦਾ ਨਾਮ ਰੱਖ ਦਿੰਦੇ ਆ B, ਇਹਦਾ ਨਾਮ ਰੱਖ ਦਿੰਦੇ ਆ C ਨਾ ਰੱਖੋ D, ਇਹਦਾ ਨਾਮ ਰੱਖ ਦਿੰਦੇ ਆ E। ਬੇਸਿਕਲੀ B ਤੇ E ਦੇ ਵਿੱਚ ਜਿਹੜੀ ਬ੍ਰਿਜ ਵਾਇਰ ਲਾਇਆ, ਬ੍ਰਿਜ ਵਿੱਚ ਟ੍ਰੈਫਿਕ ਹੋਏਗਾ ਕਿ ਨਹੀਂ। ਹੁਣ ਜਿਵੇਂ ਇੱਥੇ ਤਾਂ ਕੁਝ ਵੀ ਹੋ ਸਕਦਾ, ਇੱਥੇ ਤਾਂ ਲੋਕੀ ਇੱਧਰ ਵੀ ਆਉਣ ਲੱਗ ਜਾਣਗੇ ਜਾਂ ਜੋ ਵੀ ਬਣੇ, ਉਹ ਅਲੱਗ ਹੈ। ਪਰ ਆਪਾਂ ਸਰਕਟ ਚ ਆ ਗਏ। ਸਰਕਟ ਦੀ ਕਿਸੇ ਇੱਕ ਵਾਇਰ ਵਿੱਚ ਸਿਰਫ ਇੱਕ ਦਿਸ਼ਾ ਦੇ ਵਿੱਚ ਹੀ ਚਾਰਜ ਫਲੋ ਕਰ ਸਕਦਾ। ਇਹ ਨਹੀਂ ਕਿ ਇੱਧਰੋਂ ਜਾ ਵੀ ਰਿਹਾ ਪੋਜ਼ਿਟਿਵ ਤੇ ਆ ਵੀ ਰਿਹਾ ਪੋਜ਼ਿਟਿਵ, ਇਹ ਨਹੀਂ ਹੋ ਸਕਦਾ ਨਾ, ਇੱਕ ਹੀ ਦਿਸ਼ਾ ਚ ਹੋ ਸਕਦਾ ਹੈ। ਉਹ ਡਿਸਾਈਡ ਹੁੰਦਾ ਹੈ ਪੋਟੈਂਸ਼ੀਅਲ ਦੇ ਨਾਲ। ਅਗਰ ਇੱਥੇ B ਪੁਆਇੰਟ ਦਾ ਪੋਟੈਂਸ਼ੀਅਲ ਜ਼ਿਆਦਾ ਹੈ, E ਦਾ ਘੱਟ ਹੈ, ਤਾਂ ਜਿਹੜਾ ਚਾਰਜ ਦਾ ਫਲੋ ਹੋਏਗਾ ਉਹ ਹਿਮਾਨੀ ਕਿਸ ਤਰ੍ਹਾਂ ਹੋਏਗਾ? ਉੱਪਰੋਂ ਨੀਚੇ ਨੂੰ ਹੋਏਗਾ ਨਾ। ਯੈਸ ਸਰ। ਤਾਂ ਉੱਪਰਲੀ ਆਹ ਵਾਲੀ ਪਲੇਟ ਪੋਜ਼ਿਟਿਵ ਆ ਜਾਏਗੀ, ਆ ਨੈਗੇਟਿਵ, ਤੇ ਜਿਹੜਾ ਚਾਰਜ ਦਾ ਫਲੋ ਨੀਚੇ ਹੋਏਗਾ, ਮੰਨ ਲਓ ਉਸ ਦਾ ਨਾਮ ਆਪਾਂ ਰੱਖ ਦਿੰਦੇ ਆ Q ਆਫ ਦਾ ਬ੍ਰਿਜ, ਹੈ ਨਾ, ਬ੍ਰਿਜ ਵਾਇਰ ਵਾਲਾ ਚਾਰਜ। ਤਾਂ ਇੱਧਰ ਕਿੰਨਾ ਕਰੰਟ ਆਏਗਾ, ਸੌਰੀ ਚਾਰਜ ਆਏਗਾ? Q1 minus QB। QB। ਫਿਰ ਆ ਜਿਹੜਾ QB, ਇਹਨੂੰ ਨੀਚੇ ਆ ਲੈਣ ਦੋ, ਇਧਰੋਂ ਫਿਰ Q2 ਨੂੰ ਨੀਚੇ ਆ ਲੈਣ ਦੋ, ਤੇ Q2 ਤੇ QB ਮਿਲ ਜਾਣਗੇ ਤਾਂ ਇੱਧਰ ਕਿੰਨਾ ਜਾਏਗਾ? Q2 plus QB ਨਾ। ਯੈਸ ਸਰ। ਫਿਰ Q2 plus QB ਇੱਥੇ ਨਿਕਲ ਆਏਗਾ, Q1 minus QB ਇੱਥੇ ਆ ਜਾਏਗਾ। ਜੋ ਦੋਨੋਂ ਨੂੰ ਜੋੜੋਗੇ ਤਾਂ QB ਕੱਟੇਗਾ, Q1 plus Q2 ਕੀ ਬਣ ਜਾਏਗਾ ਫਿਰ? क्यों? क्योंकि Q ਤਾਂ ਟੁੱਟਿਆ ਸੀ, Q1 Q2। ਆ ਪ੍ਰੋਬਲਮ ਆਈ ਕਿ ਬ੍ਰਿਜ ਵਾਇਰ ਵਿੱਚ ਵੀ ਚਾਰਜ ਆਇਆ। ਅਗਰ E ਦੇ ਉੱਪਰ ਜ਼ਿਆਦਾ ਹੁੰਦਾ ਪੋਟੈਂਸ਼ੀਅਲ, B ਤੇ ਘੱਟ ਹੁੰਦਾ, ਤਾਂ ਨੀਚੇ ਉੱਪਰ ਜਾਣਾ ਸੀ। ਯੈਸ ਸਰ। ਤਾਂ ਇਹਦੀ ਪਲੇਟ ਨੀਚੇ ਵਾਲੀ ਪੋਜ਼ਿਟਿਵ ਹੋ ਜਾਣੀ ਸੀ, ਉੱਪਰਲੀ ਨੈਗੇਟਿਵ ਹੋ ਜਾਣੀ ਸੀ। ਯੈਸ ਸਰ। ਤੇ ਫਿਰ ਇੱਥੋਂ QB ਉੱਪਰ ਜਾਣਾ ਸੀ, ਇੱਥੇ ਆਣਾ ਸੀ Q2 minus QB, ਇੱਥੇ ਆਣਾ ਸੀ Q1 plus QB, ਹੈ ਨਾ। ਹਾਂਜੀ। ਮੁੜ ਕੇ ਸਾਰੇ ਇਕੱਠੇ ਹੋ ਕੇ ਫਿਰ ਉਹੀ ਹੋ ਜਾਣਾ ਸੀ। ਹਾਂਜੀ ਯੋਗੇਸ਼। ਸਰ ਹੁਣ ਇਧਰੋਂ A ਪੁਆਇੰਟ ਤੇ ਚਾਰਜ ਆ ਰਿਹਾ ਤੇ ਦੋਨਾਂ ਤੇ ਚਾਰਜ ਇਕੁਅਲੀ ਡਿਸਟ੍ਰੀਬਿਊਟ ਹੋਏਗਾ ਕਿਉਂਕਿ ਪੈਰਲਲ ਨਹੀਂ ਭਰਾਵਾ, ਕਿਉਂ ਜ਼ਰੂਰੀ ਇੱਕ ਵਾਰ C1 ਹੈ ਉੱਪਰ, ਨੀਚੇ C3 ਹੈ, ਪਤਾ ਨਹੀਂ C1 ਤੇ C3 ਕੀ ਵੈਲਿਊ ਹੋਣ, ਆਪਾਂ ਨੂੰ ਕੀ ਪਤਾ ਕਿਉਂ ਇਕੁਅਲੀ ਡਿਸਟ੍ਰੀਬਿਊਟ ਹੋਏਗਾ। ਫਿਰ ਆਪਾਂ ਚਾਰਜ ਦੀ ਵੋਲਟੇਜ ਫਾਰਮੂਲੇ ਕਿਉਂ ਕਰ ਰਹੇ ਸੀ? ਆਪਾਂ ਵੰਡ ਦਿੰਦੇ ਸਿੱਧਾ ਹੀ 3 ਵਾਰ। ਚਾਰਜ ਦੀ ਵੋਲਟੇਜ ਹੈ, ਵੋਲਟੇਜ ਵੀ ਇਕੁਅਲੀ ਡਿਸਟ੍ਰੀਬਿਊਟ ਕਿਉਂ ਹੋਏਗਾ? ਕੋਈ ਲੋਡ ਨਹੀਂ ਹੈ ਨਾ। ਤੈਨੂੰ ਇਹ ਤਾਂ ਤੈਨੂੰ ਸੀਰੀਜ਼ ਪੈਰਲਲ ਵੀ ਨਹੀਂ ਪਤਾ। ਤੂੰ ਦੱਸ ਨਾ, ਇਹ 5 ਦੇ 5 ਕੈਪੈਸਿਟਰ ਆਪਸ ਵਿੱਚ ਸੀਰੀਜ਼ ਨੇ ਕਿ ਪੈਰਲਲ ਚ ਨੇ? ਕੋਈ ਸਿਸਟਮ ਬਣੇਗਾ ਹੀ। ਹਾਂਜੀ ਅੱਲਾ ਸਰ C1 ਤੇ C3 ਦੇਖੀਏ। ਇੱਕ ਮਿੰਟ ਬਲਜੀਤ। ਹਾਂ ਬੋਲ ਬਲਜੀਤ ਬੋਲੋ। ਬਲਜੀਤ। ਸਰ ਹਾਂਜੀ ਬਲਜੀਤ, ਆਵਾਜ਼ ਨਹੀਂ ਆ ਰਹੀ, ਹਜੇ ਵੀ ਨਹੀਂ ਆ ਰਹੀ। ਮਾਈਕ ਦੇਖੋ, ਸੈੱਟ ਕਰੋ। ਚਲੋ ਹਾਂ योगेश, तू दस की कह रहा थी? सर वोल्टेज डिवाइड हो जाएगा। अब C1 ਤੇ C3 ਤਾਂ ਪੈਰਲਲ ਚ ਨੇ। C1 ਤੇ C2 ਪੈਰਲਲ ਚ ਨੇ। ਸਰ C1 ਤੇ C3 ਕਿਵੇਂ ਪੈਰਲਲ ਚ ਨੇ ਭਰਾਵਾ? ਤੈਨੂੰ ਕੀ ਪਤਾ ਕਿ ਆ ਦੋਨੋਂ ਪੈਰਲਲ ਚ ਤਾਂ ਹੁੰਦੇ ਨਾ ਜੇ ਇਹਨਾਂ ਦਾ ਦੂਜਾ ਪੁਆਇੰਟ ਵੀ ਪੋਟੈਂਸ਼ੀਅਲ ਸੇਮ ਹੁੰਦਾ। ਹੁਣ ਆ ਦਾ ਦੋਨੋਂ ਪੋਟੈਂਸ਼ੀਅਲ ਤੂੰ ਮੰਨ ਰਿਹਾ ਕਿ ਆ ਦੋਨੋਂ ਚ ਸੇਮ ਪੋਟੈਂਸ਼ੀਅਲ ਤੇ ਹੈਗੇ ਨੇ, ਹਨਾ। ਆ ਗੱਲ ਠੀਕ ਹੈ ਤੇਰੀ, ਠੀਕ ਹੈ। ਆ ਨੈਗੇਟਿਵ ਵਾਲਾ ਤੇ ਇਹਦਾ ਪੋਟੈਂਸ਼ੀਅਲ ਸੇਮ ਹੈ। ਇਹ ਦੋਨੋਂ ਕੀ ਇੱਕ ਤਾਰ ਨਾਲ ਜੁੜੇ ਹੋਏ ਨੇ। ਇੱਧਰ ਦੇਖ, ਇੱਧਰ ਤਾਂ ਵਿੱਚ ਵਾਇਰ ਆ ਗਈ, ਕੈਪੈਸਿਟਰ ਨਹੀਂ ਆ ਗਿਆ ਸੀ ਵਿੱਚ। ਹਾਂਜੀ ਸਰ ਜੇ ਇਸ ਤਰ੍ਹਾਂ ਹੁੰਦਾ ਕਿ ਆ ਸਮਝੋ ਧਿਆਨ ਨਾਲ, ਛੋਟੀ ਗੱਲਾਂ ਹੈਗੀਆਂ ਪਰ ਸਮਝਣ ਵਾਲੀਆਂ। C1 ਹੈ ਤੇ ਇੱਧਰ C3 ਹੈ, ਤੇ ਤੂੰ ਇਹਨਾਂ ਨੂੰ ਐ ਕਰਕੇ ਐ ਵਾਇਰ ਨਾਲ ਜੋੜ ਦਿੰਦਾ, ਹਨਾ। ਹਾਂਜੀ ਫਿਰ ਤੂੰ ਕਹਿੰਦਾ ਇਹ ਦੋਨੋਂ ਪੈਰਲਲ ਚ। ਸਰ ਹਾਂਜੀ ਸਰ ਸਾਨੂੰ ਕਿੱਦਾਂ ਪਤਾ ਲੱਗੂਗਾ ਚਾਰ ਸਰ ਉੱਤੇ ਨੂੰ ਥੱਲੇ ਫਲੋ ਕਰਨਾ, ਥੱਲੇ ਉੱਤੇ ਨੂੰ ਫਲੋ ਕਰਨਾ? ਇਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਸਾਨੂੰ ਪਤਾ ਲੱਗਣਾ ਹੀ ਨਹੀਂ ਇਸ ਤਰ੍ਹਾਂ। ਠੀਕ ਹੈ ਗੱਲ? ਕਿੱਦਾਂ ਪਤਾ ਲੱਗ ਜੂ? ਤੈਨੂੰ ਕੀ ਪਤਾ C1 ਕਿੰਨਾ, C2 ਕਿੰਨਾ, C3 ਕਿੰਨਾ ਸੀ? ਉਹ ਦੱਸਿਆ ਮੈਂ? ਨਹੀਂ ਦੱਸਿਆ ਨਾ। ਨਹੀਂ। ਫਿਰ ਆਪਾਂ ਨੂੰ ਕਿਦੋਂ ਹਾਂਜੀ ਪਤਾ ਲੱਗ ਜੂਗਾ? ਆਪਾਂ ਨੂੰ ਪਤਾ ਲੱਗ ਹੀ ਨਹੀਂ ਸਕਦਾ। ਆਹੀ ਤਾਂ ਗੱਲ ਹੈਗੀ ਆ। ਆਪਾਂ ਨੂੰ ਆ ਵੀ ਪਤਾ ਹੋਣਾ ਚਾਹੀਦਾ ਕਿ ਕੀ ਪਤਾ ਲੱਗ ਸਕਦਾ, ਕੀ ਨਹੀਂ ਪਤਾ ਲੱਗਦਾ। ਨਹੀਂ ਪਤਾ ਲੱਗ ਸਕਦਾ।
ਮੈਨੂੰ ਨਹੀਂ ਪਤਾ A B ਜ਼ਿਆਦਾ ਕੀ, ਮੈਂ ਤਾਂ ਦੱਸ ਰਿਹਾ ਕਿ ਜੇ B ਜ਼ਿਆਦਾ ਹੋਇਆ ਕਰੰਟ ਸਕੀਮ ਇਦਾਂ ਬਣੂਗੀ, ਜੇ E ਜ਼ਿਆਦਾ ਹੋਇਆ ਪੋਟੈਂਸ਼ੀਅਲ ਤਾਂ ਕਰੰਟ ਸਕੀਮ ਇਦਾਂ ਬਣੂਗੀ। ਮੈਂ ਤਾਂ ਸਿਰਫ ਆ ਦੱਸਿਆ, ਮੈਂ ਤਾਂ ਕੁਝ ਕੀਤਾ ਹੀ ਨਹੀਂ ਹੋਰ। ਸਮਝ ਲੱਗੀ ਗੱਲ? ਹਾਂਜੀ ਸਰ। ਕੁਝ ਖਾਸ ਕੰਡੀਸ਼ਨਸ ਦੇ ਵਿੱਚ ਕੀ ਹੁੰਦਾ ਆ ਕਿ ਜੇ ਆ ਵੀ ਤਾਂ ਦੇਖੋ ਜੇ B ਜ਼ਿਆਦਾ ਹੋਇਆ E ਨਾਲੋਂ ਤਾਂ ਤੁਹਾਨੂੰ ਮੈਂ ਦੱਸਦਾ ਸਕੀਮ ਕੀ ਬਣੂਗੀ, ਜੇ B ਘੱਟ ਹੋਇਆ E ਨਾਲੋਂ ਤਾਂ ਵੀ ਦੱਸਦਾ ਕੀ ਹੋਊਗੀ। ਪਰ ਇਹ ਦੋਨੋਂ ਸਕੀਮ ਸਾਡੇ ਕਿਸੇ ਕੰਮ ਦੀਆਂ ਨੇ, ਇੱਥੇ ਤਾਂ KVL ਲਾ ਕੇ ਕੰਮ ਕਰਨਾ ਪੈਣਾ ਹਨਾ। ਯੈਸ ਸਰ। ਹਾਂਜੀ ਸਰ। ਪਰ ਬਹੁਤ ਇੰਪੋਰਟੈਂਟ ਗੱਲ ਹੈ ਕਿ ਜੇ ਤੁਹਾਡਾ ਪੋਟੈਂਸ਼ੀਅਲ ਐਟ B ਤੇ ਪੋਟੈਂਸ਼ੀਅਲ ਐਟ E ਬਰਾਬਰ ਹੋ ਗਿਆ ਤਾਂ ਬੜੀ ਕਮਾਲ ਦੀ ਗੱਲ ਹੋ ਜਾਏਗੀ। ਤਾਂ ਆਪਾਂ ਇਹਨੂੰ ਕਹਾਂਗੇ VB ਤੇ V ਬਰਾਬਰ, ਫਿਰ ਇਹ 'ਚ ਚਾਰਜ ਜਾਏਗਾ C ਵਿੱਚੋਂ? ਨੋ ਸਰ। No, sir. ਫਿਰ ਤੁਸੀਂ ਇਹ ਸੋਚੋ ਇਹ ਹੈ ਹੀ ਨਹੀਂ, ਜੇ ਚਾਰਜ ਇਹ 'ਚ ਗਿਆ ਹੀ ਨਹੀਂ, ਫਿਰ ਜਿਹੜਾ ਚਾਰਜ ਉੱਪਰੋਂ Q1 ਨਿਕਲਿਆ ਨਾ ਉਹ ਸਿੱਧਾ ਹੀ ਨਿਕਲ ਗਿਆ Q1, ਜਿਹੜਾ Q2 ਨੀਚੇ ਨਿਕਲਿਆ ਉਹ ਸਿੱਧਾ ਹੀ ਨਿਕਲ ਗਿਆ Q2, QB ਦੀ ਕੋਈ ਲੋੜ ਹੀ ਨਹੀਂ। ਫਿਰ ਉੱਪਰਲੇ ਦੋਨੋਂ ਕੀ ਹੋ ਗਿਆ ਆਪਸ 'ਚ ਸੀਰੀਜ਼, ਆਪਸ 'ਚ ਪੈਰਲਲ। ਯੋਗੇਸ਼ ਵਾਲੀ ਗੱਲ ਵੀ ਠੀਕ ਹੋ ਜਾਏਗੀ ਫਿਰ, ਕਿਉਂਕਿ ਫਿਰ ਯੋਗੇਸ਼ ਦੇ ਹਿਸਾਬ ਨਾਲ ਫਿਰ B ਤੇ D ਦਾ E ਦਾ ਪੋਟੈਂਸ਼ੀਅਲ ਸੇਮ ਹੋ ਗਿਆ, ਤਾਂ ਹੀ ਤਾਂ ਚਾਰਜ ਨਹੀਂ ਗਿਆ ਨਾ ਇਹ 'ਚ। ਹਾਂਜੀ पोटेंशियल सेम हो गया तो आ दोनों आपस में पैरेलल, आ दोनों आपस में पैरेलल, आपस में दोनों सीरीज, फिर आगे सर जी की गल, फिर दोनों गल्लां सही हो जाएंगी। समझ लगी गल योगेश? ਹਾਂਜੀ ਸਰ। योगेश ਹਾਂਜੀ ਸਰ। पर ये होएगा कदों? उदों जदों VB ते VE बराबर होणगे। समझ लगी गल? ਹਾਂਜੀ सर। ਜਦੋਂ VB ਤੇ V ਬਰਾਬਰ ਹੋਣਗੇ ਤਾਂ ਹੀ ਇਹ ਚੈਪਟਰ ਪੜਾ ਰਹੇ ਹਾਂ, ਤਾਂ ਹੀ ਵਿਟਸਟੋਨ ਬ੍ਰਿਜ ਪ੍ਰਿੰਸੀਪਲ ਪੜਾ ਰਹੇ ਹਾਂ। ਇਹਦਾ ਮਤਲਬ ਹੀ ਤਾਂ ਬਣੇਗਾ ਜਦੋਂ ਆ ਹੋਊਗਾ, ਫਿਰ ਆਪਾਂ ਕਹਾਂਗੇ ਇਟ ਇਜ਼ ਅ ਬੈਲੈਂਸਡ ਵਿਟਸਟੋਨ ਬ੍ਰਿਜ। ਸਮਝ ਲੱਗੀ ਗੱਲ ਕਿ ਨਹੀਂ ਦੋਸਤੋ? ਯੈਸ ਸਰ। ਸੋ ਹੁਣ ਆਪਾਂ ਇਹਦੀ ਕੰਡੀਸ਼ਨ ਵੀ ਫਾਈਂਡ ਕਰਦੇ ਹਾਂ। ਮੈਂ ਸਟੇਟਮੈਂਟ ਦੇ ਦਿੰਦਾ ਤੁਹਾਨੂੰ ਇਹਦੀ ਸਟੇਟਮੈਂਟ। ਇਹਦੀ ਸਟੇਟਮੈਂਟ ਇਹ ਹੈ, ਇਸ ਪ੍ਰਿੰਸੀਪਲ ਦੀ ਸਟੇਟਮੈਂਟ ਹੁੰਦੀ ਨਾ ਪ੍ਰਿੰਸੀਪਲ ਦੀ, ਤੇ ਆ ਮੰਨ ਲਓ ਇਸ ਤਰ੍ਹਾਂ ਕਰਕੇ ਆ ਸਰਕਟ ਬਣਾਇਆ, ਮੰਨ ਲਓ ਆ C1 ਹੈ, ਆ ਮੰਨ ਲਓ C2 ਹੈ, ਆ ਮੰਨ ਲਓ C3 ਹੈ, ਤੇ ਆ ਮੰਨ ਲਓ C4 ਹੈ, ਤੇ ਇਹਦੇ ਵਿੱਚ ਆਪਾਂ ਇੱਕ ਕੈਪੈਸਿਟਰ ਲਾ ਦਿੰਨੇ ਆ C ਲਾ ਦਿੰਨੇ ਆ ਮੰਨ ਲਓ, ਠੀਕ ਹੈ। ਇਹਨੂੰ ਕਹਿ ਦਿੰਦੇ ਆ B, ਇਹਨੂੰ ਕਹਿੰਦੇ ਆ E, ਇਹਨੂੰ ਕਹਿ ਦਿੰਦੇ ਆ D, ਇਹਨੂੰ ਕਹਿ ਦਿੰਦੇ ਆ A। ਤੇ ਆਪਣੀ ਸਟੇਟਮੈਂਟ ਇਹੀ ਹੈ, ਫॉर ਜਾਂ ਇਹ ਸਮਝ ਲਓ ਕਿ ਫॉर ਅ balanced Wheatstone bridge that is, अगर पोटेंशियल एट B ਤੇ पोटेंशियल एट E ਬਰਾਬਰ ਹੋਣ, ਹੈ ਨਾ, ਸਾਨੂੰ ਕੀ ਹੋਣਾ ਚਾਹੀਦਾ? ਇਹਦੀ ਕੰਡੀਸ਼ਨ ਕੀ ਹੋਣੀ ਚਾਹੀਦੀ ਹੈ? C1 ਬਟਾ C2 ਦੀ ਵੈਲਿਊ C3 ਬਟਾ C4 ਦੇ ਬਰਾਬਰ ਹੋਣੀ ਚਾਹੀਦੀ ਹੈ। ਆ ਬੜੀ ਇੰਪੋਰਟੈਂਟ ਕੰਡੀਸ਼ਨ ਹੈ ਕਿ ਜੇ ਉਹ ਦੋਨੋਂ ਪੋਟੈਂਸ਼ੀਅਲ ਬਰਾਬਰ ਤੁਸੀਂ ਕਰਦੇ ਹੋ ਤਾਂ ਤਾਂ ਹੀ ਬਰਾਬਰ ਹੋਣਗੇ, ਤਾਂ ਹੀ ਤੁਸੀਂ ਤਾਂ C ਨੂੰ ਰਿਮੂਵ ਕਰ ਦੋਗੇ ਤੁਸੀਂ ਬਾਅਦ ਵਿੱਚ। ਪਰ ਅਗਰ ਆ ਚੀਜ਼ ਸੈਟੀਸਫਾਈ ਹੋਏਗੀ ਤਾਂ, ਹੁਣ ਆ ਤੁਸੀਂ ਇਹ ਕਹੋਗੇ ਹਵਾ 'ਚ ਹੀ ਆ ਗਈ ਗੱਲ, ਹੈ ਨਾ, ਅਚਾਨਕ ਹੀ ਨਿਕਲ ਕੇ ਆ ਗਈ ਗੱਲ। ਅਚਾਨਕ ਨਹੀਂ ਆਈ, ਆਪਾਂ ਇਹਨੂੰ ਪ੍ਰੂਵ ਕਰਦੇ, ਪ੍ਰੂਫ ਕਰਕੇ ਦਿਖਾ ਦਿੰਦੇ ਹਾਂ, ਠੀਕ ਹੈ ਗੱਲ? ਯੈਸ ਸਰ। ਆਪਾਂ ਪ੍ਰੂਵ ਕਰ ਲਈ, ਮੈਂ ਇਹ ਮੰਨ ਕੇ ਚੱਲਦਾ, ਮੰਨ ਲਓ ਹਾਲੇ Wheatstone bridge ਬੈਲੈਂਸ ਨਹੀਂ ਹੈਗਾ, ਜੇ ਨਹੀਂ ਹੈਗਾ ਤਾਂ ਫਿਰ ਇੱਕ ਸਕੀਮ ਬਣਾ ਲੈਂਦੇ ਆ, ਹਨਾ। ਅੱਛਾ ਜੇ ਨਹੀਂ ਹੈਗਾ ਬੈਲੈਂਸਡ ਤਾਂ ਆਪਾਂ ਮੰਨ ਲਈ ਆਪਣੇ ਵੱਲੋਂ ਕੋਈ ਇੱਕ ਨੂੰ ਜ਼ਿਆਦਾ ਮੰਨ ਲਓ, ਇੱਕ ਨੂੰ ਘੱਟ, ਤੁਸੀਂ ਆਪਣੀ ਮਰਜ਼ੀ ਨਾਲ ਮੰਨ ਲਓ, ਕੋਈ ਫਰਕ ਹੀ ਨਹੀਂ ਪੈਂਦਾ ਇਹਦੇ ਨਾਲ। ਮੰਨ ਲਓ Q ਚਾਰਜ ਇੱਥੇ ਆਇਆ, ਇੱਥੇ ਚਾਰਜ ਗਿਆ ਮੰਨ ਲਓ Q1, ਇੱਥੇ ਚਾਰਜ ਗਿਆ ਮੰਨ ਲਓ Q2, ਇੱਥੇ ਤੱਕ ਆਇਆ Q1, ਇੱਥੇ ਤੱਕ ਪਹੁੰਚ ਗਿਆ Q2। ਹੁਣ ਤੁਹਾਨੂੰ ਪਤਾ ਕਿ ਇਹਦਾ ਇਧਰਲਾ ਪੋਜ਼ਿਟਿਵ, ਇਧਰਲਾ ਨੈਗੇਟਿਵ, ਇਧਰਲਾ ਪੋਜ਼ਿਟਿਵ, ਇਧਰਲਾ ਨੈਗੇਟਿਵ। ਤੁਸੀਂ ਮੈਨੂੰ ਹੁਣ ਦੱਸੋ, ਤੁਸੀਂ ਜਿਵੇਂ ਕਹੋਗੇ ਮੈਂ ਉਹੀ ਜਿਹੀ ਸਕੀਮ ਬਣਾ ਦੂੰਗਾ, ਤੁਹਾਨੂੰ ਪਤਾ ਫਰਕ ਤਾਂ ਕੋਈ ਪੈਂਦਾ ਨਹੀਂ ਹੈ। ਦੱਸੋ B ਤੋਂ E ਲੈ ਕੇ ਜਾਵਾਂ ਕਿ E ਤੋਂ B ਲੈ ਕੇ, ਤੁਹਾਡੀ ਮਰਜ਼ੀ, ਤੁਸੀਂ ਆਪਣੇ ਆਪ ਦੂਜਾ ਕਰਕੇ ਦੇਖ ਲਿਓ ਕਰੇ। ਦੱਸੋ ਕੀ ਕਰਾਂ? E ਤੋਂ B ਲੈ ਜਾਓ। E ਤੋਂ B ਲੈ ਜਾਂਦੇ, ਚਲੋ E ਤੋਂ B ਐ ਲੈ ਕੇ ਜਾਣਾ ਉੱਪਰ ਨੂੰ। ਜੇ ਮੈਂ ਇਸ ਚਾਰਜ ਨੂੰ ਕਹਿ ਦਿੰਦਾ ਵਾ Q ਡੈਸ਼ ਕਹਿ ਦੇਵਾਂ, ਹਾਂਜੀ Q ਡੈਸ਼ ਕਹਿ ਦਿੰਦੇ ਆ। ਜੇ Q ਡੈਸ਼ ਗਿਆ ਤਾਂ ਇੱਧਰ ਕਿੰਨਾ ਗਿਆ ਫਿਰ? Q2 minus Q dash। Q ਡੈਸ਼, Q ਡੈਸ਼, ਤੇ ਫਿਰ Q ਡੈਸ਼ ਜਦੋਂ ਇੱਧਰ ਗਿਆ ਤਾਂ ਇੱਧਰਲਾ ਨਿਚਲਾ ਪੋਜ਼ਿਟਿਵ ਤੇ ਇੱਧਰਲਾ ਨੈਗੇਟਿਵ ਹੋਇਆ ਨਾ। ਹਾਂਜੀ। ਇੱਧਰ ਕੀ ਬਣਿਆ? Q1 plus Q dash।
प्लस क्यू डैश ते इधरला पॉजिटिव ते इधरला नेगेटिव होया, इधरला पॉजिटिव इधरला नेगेटिव होया ते दोनों मिल के की बने क्यू कैपिटल क्यू क्यू बन गए है ना। हाँ ਆਪਾਂ जी ਮੰਨ ਲਿਆ ਕਿ ਮੰਨ ਲਓ ਕੋਈ ਬੈਟਰੀ ਲਗਾਈ ਇਹਦੇ ਕ੍ਰਾਸ ਕਿਹੜੇ ਪੁਆਇੰਟ ਤੇ ਕ੍ਰਾਸ ਲਗਾਣੀ ਯਾਦ ਰੱਖਿਓ ਇਹਦੇ ਕ੍ਰਾਸ ਲਗਾਣੀ ਹੈ ਹਨਾ हाँ ਇਮੇਜਿਨਰੀ जी ਠੀਕ ਹੈ। ਤਾਂ ਆਪਾਂ ਜੋ ਕੁਝ ਵੀ ਹੋਇਆ ਹੋਇਆ ਆਪਾਂ ਇਹ ਕਰਦੇ KVL ਲਗਾਣੇ KVL लगाने इन लूप कोई मर्जी दो लूप्स ਤੇ ਲਗਾ ਲਓ ਆ ਪਹਿਲੇ ਇਧਰ ਲਗਾ ਲਓ ਫਿਰ ਇਧਰ ਲਗਾ ਲਓ ਪਹਿਲਾਂ ਤੁਸੀਂ ਕੀ ਲਗਾ ਲਓ ਇਧਰ ਲਗਾ ਲਓ A ਤੋਂ ਲੈ ਕੇ B ਜਾਓ B ਤੋਂ E ਆ ਜਾਓ E ਤੋਂ ਫਿਰ A ਆ ਜਾਓ ਠੀਕ ਹੈ ਗੱਲ। ठीक है सर मुझे A तो B जा रहे हो रास्ते च पहला पॉजिटिव आया तो क्या होगा माइनस Q1 बाय C1 फिर उधरों आ रहे हैं तो प्लस Q डैश बाय C फिर प्लस Q2 बाय C3 C3 बराबर है 0 0 सौखा है हो गया काम। चलो एक और KVL लगाइए फिर KVL लगाओ हम दूसरी रूप से लगा लो ऑन किमें लगा लिए दसो दसो B D E B D E B लगा लेने है ना हाँ जी B तो D गया Q1 प्लस Q डैश बाय C2 विद नेगेटिव साइन हाँ जी फिर आएगा प्लस Q2 माइनस Q डैश बाय C4 विद पॉजिटिव साइन फिर नेगेटिव आएगा। दसो आ गल समझ लगी। यस सर आ दो कंडीशंस हो गई ਤੁਹਾਡੀਆਂ दो ਇਕੁਏਸ਼ਨਾਂ ਆ ਗਈਆਂ। ਤੁਸੀਂ ਮੈਨੂੰ ਹੁਣ ਸਿੰਪਲ ਜੀ ਗੱਲ ਦੱਸੋ ਆਪਾਂ ਇਹ ਦੇਖਣਾ ਚਾਹੁੰਦੇ ਆ ਵੀਟਸਟੋਨ ਵਿੱਚ ਬੈਲੈਂਸ ਕਦੋਂ ਹੋਏਗਾ ਹਨਾ। ਤੁਸੀਂ ਮੈਨੂੰ ਦੱਸੋ ਵੀਟਸਟੋਨ ਵਿੱਚ ਬੈਲੈਂਸ ਹੋਣ ਲਈ ਕਿਹੜਾ ਚਾਰਜ ਜ਼ੀਰੋ ਹੋਣਾ ਚਾਹੀਦਾ ਹੈ ਤੁਹਾਨੂੰ Q1 Q2 ਕਿ Q डैश Q dash हाँ अपन पता है फॉर ब्रिज टू बी बैलेंस फॉर अ बैलेंस्ड ब्रिज जो ਤੁਹਾਡੀ ਜ਼ਰੂਰਤ ਹੈ ਇੱਥੇ ਪੜ੍ਹਨੀ ਪੈਣੀ ਨਾ ਤੁਹਾਨੂੰ फॉर अ बैलेंस्ड ब्रिज Q डैश इज इक्वल टू 0 ਇਹਦਾ ਪ੍ਰੂਫ ਇੱਥੇ ਨਾ ਤੁਸੀਂ ਲਿਖ ਲਿਓ ਆਪਣੇ ਨੋਟਸ ਵਿੱਚ ਪਰ ਸਕੂਲ ਐਗਜ਼ਾਮ ਲਈ ਇਹਦਾ ਜ਼ਰੂਰੀ ਨਹੀਂ ਹੈ ਕਰੰਟ ਇਲੈਕਟ੍ਰਿਸਿਟੀ ਜ਼ਰੂਰੀ ਹੈ ਉੱਥੇ ਕਰੰਟ ਦੇ ਫਾਰਮ 'ਚ ਕਰ ਲਾਂਗੇ ਆਪਾਂ ਇਹ ਵਾਲਾ ਤਾਂ ਵੈਸੇ ਸਮਝਾ ਰਿਹਾ Q डैश ਨੂੰ 0 ਪੁੱਟ ਕਰੋਗੇ ਤਾਂ ਪਹਿਲੀ ਇਕੁਏਸ਼ਨ ਜਿਹੜੀ ਆਈ ਹੈ ਉਹ ਕੀ ਬਣੇਗੀ Q डैश 0 ਤਾਂ ਖਤਮ फर्स्ट भी खत्म तो ਤੁਹਾਡੀ Q1 by C1 बराबर है Q2 by C3 आ जाएगी हाँ जी एन स्टार कह दो फिर Q डैश H भी 0 होगी तो आ खत्म आ भी 0 आ पूरी टर्म खत्म Q2 by C4 बराबर आ जाएगी Q1 by C2 इधर आ जाएगा ना है कि नहीं समझ लगी गल हाँ जी यस सर बता दोनों रेशियो ਨੂੰ डिवाइड करो देखो ਕੀ ਆਏਗਾ ਇਹਨਾਂ ਜੇ ਆਪਾਂ ਸਟਾਰ ਨੂੰ ਦੂਜੇ ਡਬਲ ਸਟਾਰ ਨਾਲ ਡਿਵਾਈਡ ਕਰੀਏ ਇਹ ਆ ਜਾਏਗਾ Q1 by C1 by Q1 by C2 is equal to Q2 by C3 is equal to Q2 by C4 ਤੇ ਜੇ ਤੁਸੀਂ Q1 Q2 ਕੈਨਸਲ ਕਰ ਦੋਗੇ ਉਹ ਆ ਜਾਏਗਾ C2 by C1 is equal to C4 by C3 या फिर ज्यादा सौखा C1 by C2 is equal to C3 by C4 and this is the condition for a balanced Wheatstone bridge। समझ लगी गल आई कह रहा सी मैं क्लियर होई गल कि नहीं यस सर ਹੁਣ ਤੁਸੀਂ ਇਹਨੂੰ ਪਛਾਣ ਕਿਵੇਂ ਸਕਦੇ ਹੋ ਬੜੇ ਆਰਾਮ ਨਾਲ ਦੇਖੋ ਮੰਨ ਲਓ ਤੁਹਾਨੂੰ ਇੱਕ ਸਰਕਟ ਹੈ ਦੇਖੋ ਸਰਕਟ ਹੈ ਮੰਨ ਲਓ ਆ ਸਰਕਟ ਆ ਗਿਆ ਇਹਨਾਂ ਨੇ ਕਿਹਾ A ਤੇ B ਵਿੱਚ ਤੁਸੀਂ ਇਕੁਇਵਲੈਂਟ ਕੈਪੈਸਿਟੈਂਸ ਦੱਸੋ ਇੱਥੇ ਕੈਪੈਸਿਟੈਂਸ ਹੈਗੀ ਹੈ ਮੰਨ ਲਓ 2 ਮਾਈਕਰੋਫੈਰਡ ਤੇ ਇੱਥੇ ਹੈਗੀ ਹੈ ਮੰਨ ਲਓ 4 ਮਾਈਕਰੋਫੈਰਡ ਇੱਥੇ ਹੈਗੀ ਹੈ ਮੰਨ ਲਓ 6 ਮਾਈਕਰੋਫੈਰਡ ਇੱਥੇ ਹੈਗੀ ਹੈ ਮੰਨ ਲਓ 12 ਮਾਈਕਰੋਫੈਰਡ ਤੇ ਇੱਥੇ ਹੈਗੀ ਹੈ ਮੰਨ ਲਓ 5 ਮਾਈਕਰੋਫੈਰਡ ਤੇ ਤੁਹਾਨੂੰ ਕਿਹਾ ਗਿਆ ਫਾਈਂਡ ਇਕੁਇਵਲੈਂਟ ਕੈਪੈਸਿਟੈਂਸ ਬਿਟਵੀਨ A ਐਂਡ B ਬੱਚੇ ਬਿਲਕੁਲ ਇਹ ਜੇ ਸੀਰੀਜ਼ ਪੈਰਲਲ ਦੇਖਣ ਲੱਗੇ ਕਮਲੇ ਹੋ ਜਾਣਗੇ ਕਿਉਂਕਿ ਸੀਰੀਜ਼ ਪੈਰਲਲ ਆਣਾ ਹੀ ਕੋਈ ਨਹੀਂ ਨਾ ਕੋਈ ਸੀਰੀਜ਼ ਨਾ ਦੂਜੇ ਨਾਲ ਨਾ ਪੈਰਲਲ ਦੇਖ ਲਓ ਕਰਕੇ ਹੈ ਹੀ ਨਹੀਂ ਹਨਾ हाँ जी ਨਾ ਸੀਰੀਜ਼ ਵਾਲੀ ਗੱਲ ਬਣ ਰਹੀ ਹੈ ਨਾ ਪੈਰਲਲ ਵਾਲੀ ਗੱਲ ਬਣੀ ਆ 2 4 ਦੇ ਨਾਲ ਸੀਰੀਜ਼ ਥੋੜੀ ਆ ਵਿਚਕਾਰ ਆਵੇ ਤਾਂ ਨਿਕਲ ਗਿਆ ਬ੍ਰਿਜ ਹਨਾ यस ਤਾਂ सर ਸੀਰੀਜ਼ ਹੁੰਦਾ ਜੇ ਉਹ ਚ ਕਰੰਟ ਪਾਸ ਕਰਦਾ ਸਾਹਮਣੇ ਹੁਣ ਤੁਸੀਂ ਸੋਚ ਕੇ ਦੇਖੋ ਇਧਰ C1 ਤੁਹਾਡਾ ਹੈ 2 ਹਨਾ यस सर C2 ਹੈਗਾ 4 2/4 ਕਿੰਨਾ ਆਇਆ 1/2 ਆ ਗਿਆ हाँ जी ਤੇ ਨੀਚੇ ਦੇਖੋ ਕੀ ਆ 6/12 ਉਹ ਕਿੰਨਾ ਆਇਆ 1/2 ਇਹਦਾ ਮਤਲਬ ਕੀ ਹੈ Wheatstone bridge बन गया बैलेंस्ड बन गया ना
ਹਾਂਜੀ ਵੀਟਸਟੋਨ ਬ੍ਰਿਜ ਤਾਂ ਹੈ ਬੈਲੈਂਸਡ ਵੀਟਸਟੋਨ ਬ੍ਰਿਜ ਹੈ ਨਾ। ਤਾਂ ਤੁਸੀਂ ਇਸ Yes. ਸਵਾਲ ਦਾ ਹੱਲ ਕਰਨ ਲਈ ਕੀ ਕਰੋਗੇ? ਤੁਸੀਂ ਕੁਝ ਨਹੀਂ ਕਰੋਗੇ, 2 ਤੇ 4 ਨੂੰ ਸੀਰੀਜ਼ ਚ ਲਗਾਓਗੇ ਸਿੱਧਾ ਹੀ, ਹਨਾ, ਤੇ ਵਿਚਕਾਰਲਾ 5 ਭੁੱਲ ਜਾਓਗੇ। 2 ਤੇ 4 ਸੀਰੀਜ਼ ਚ ਲੱਗੇ, ਕਿੰਨੇ 2 ਚੌਕੇ 8/6, ਹਨਾ। ਯੈਸ ਸਰ 6 ਤੇ 12 ਸੀਰੀਜ਼ ਚ 12 72/18, ਹਨਾ। ਯੈਸ ਸਰ ਤੇ ਆ ਦੋਨੋਂ ਤੁਹਾਡੇ ਉਹ ਚ ਆ ਗਏ ਤੇ ਟੋਟਲ ਕੀ ਆਏਗਾ 4 + 4/3 16/3 ਮਾਈਕਰੋਫੈਰਡ ਆਂਸਰ। ਸਮਝ ਲੱਗੀ ਗੱਲ? ਹਾਂਜੀ ਸੋ ਤੁਹਾਨੂੰ ਤੁਸੀਂ ਦੇਖਣਾ ਕਿ ਬੈਲੈਂਸਡ ਹੈ ਕਿ ਨਹੀਂ। ਬਾਈ ਆ 5 ਹੈ ਕਿ 7 ਹੈ ਕਿ 8 ਹੈ, ਇਹਦੇ ਨਾਲ ਬੇਸਿਕਲੀ ਕੋਈ ਫਰਕ ਨਹੀਂ ਪੈ ਰਿਹਾ, ਕਿਉਂਕਿ ਉਹਦੇ ਵਿੱਚ ਕੋਈ 4 ਜਾ ਹੀ ਨਹੀਂ ਸਕਦਾ, ਹਨਾ। ਤੇ ਜੇ ਜਾ ਹੀ ਨਹੀਂ ਸਕਦਾ ਤਾਂ ਇਹਨੂੰ ਭੁੱਲ ਜਾਓ। ਵਿੱਚੋਂ ਇੱਕ ਤਾਰ ਹਟਾ ਦੇਣਾ, ਸਰਕਟ ਦੇਖੋ ਕਿੰਨਾ ਸਿੰਪਲ ਬਣ ਗਿਆ। ਨਹੀਂ ਹੁਣ ਦਿਖ ਰਿਹਾ ਨਾ ਸੀਰੀਜ਼ ਉੱਪਰਲੇ ਦੋਨੋਂ ਨਿਕਲੇ ਦੋਨੋਂ ਸੀਰੀਜ਼, ਯੈਸ ਸਰ ਤੁਹਾਨੂੰ ਭੁੱਲ ਕੇ ਇਮੇਜਿਨ ਕਰੋ। ਹੁਣ ਜਿਵੇਂ ਜੇ ਮੰਨ ਲਓ ਇੱਥੇ 4 ਦੀ ਬਜਾਏ ਜੇ ਇੱਥੇ 5 ਹੋ ਜਾਂਦਾ, ਇੱਥੇ 4 ਦੀ ਬਜਾਏ, ਬਸ ਪੈ ਗਿਆ ਪੰਗਾ। ਫਿਰ ਇਹ ਬੈਲੈਂਸ ਨਹੀਂ ਹੈ, ਕਿਉਂਕਿ 2/5 6/12 ਬਰਾਬਰ ਨਹੀਂ ਹੁੰਦੇ। ਯਾਨੀ ਇਸ ਵਿਚਕਾਰਲੀ ਵਾਇਰ 'ਚ ਵੀ ਚਾਰਜ ਜਾਏਗਾ, ਯਾਨੀ ਤੁਹਾਡਾ ਵੀਟਸਟੋਨ ਬ੍ਰਿਜ ਬੈਲੈਂਸ ਜਿਹੜਾ ਉਹਦਾ ਮੈਥਡ ਹੈ ਉਹ ਖਤਮ ਹੋ ਗਿਆ, ਉਹ ਨਹੀਂ ਯੂਜ਼ ਹੋਏਗਾ, ਉਹ ਨਹੀਂ ਯੂਜ਼ ਹੋਏਗਾ। ਇਹਦਾ ਮਤਲਬ ਤੁਹਾਨੂੰ KVL ਲਗਾ ਲਗੂ ਕੇ ਇਹ ਸਾਰਾ ਕੁਝ ਕਰਨਾ ਪੈਣਾ। ਯੂ ਕਾਂਟ ਡੂ ਐਨੀਥਿੰਗ ਵਿਦ ਦਿਸ। ਸਮਝ ਲੱਗੀ ਗੱਲ? ਯੈਸ ਸਰ ਪਤਾ ਲੱਗ ਰਹੀ ਗੱਲ ਬਲਜੀਤ? ਹਾਂਜੀ ਸਮਝ ਲੱਗ ਰਹੀ ਗੱਲ? ਹਾਂਜੀ ਸਰ। ਜਿਵੇਂ ਕਿ ਦੇਖੋ, ਜਸਟ ਮੈਂ ਤੁਹਾਨੂੰ ਟ੍ਰੇਲਰ ਹੀ ਦਿਖਾ ਰਿਹਾ, ਬਾਕੀ ਤਾਂ ਤੁਸੀਂ ਇਹ ਕਰਨਾ ਹੀ ਆ। ਆ ਦੇਖੋ ਇੱਧਰ, ਹੁਣ ਤੁਸੀਂ ਆਹ ਵਾਲਾ ਸਵਾਲ ਦੇਖਿਓ। ਇਹ ਚ ਉਹਨਾਂ ਨੇ ਕੀ ਕਿਹਾ, ਫਾਈਂਡ ਦਾ ਇਕੁਇਵਲੈਂਟ ਕੈਪੈਸਿਟੈਂਸ ਬਿਟਵੀਨ ਦਾ ਇੰਡੀਕੇਟਡ ਪੁਆਇੰਟਸ। ਇਕੁਇਵਲੈਂਟ ਕੈਪੈਸਿਟੈਂਸ ਸੋਚੋ ਇਹਦੇ ਵਿੱਚ ਕੀ ਹੈ। ਇਹਦੇ ਵਿੱਚ ਇਹ ਪੂਰਾ ਵੀਟਸਟੋਨ ਬ੍ਰਿਜ ਨਹੀਂ ਹੈਗਾ। ਜਿਵੇਂ ਵੀਟਸਟੋਨ ਬ੍ਰਿਜ ਵਾਲਾ ਸਟਰਕਚਰ ਸਿਰਫ ਉੱਪਰ ਹੈ, ਸੋਚ ਕੇ ਦੇਖੋ, ਸਿਰਫ ਇਹ ਹੈ ਵੀਟਸਟੋਨ ਬ੍ਰਿਜ ਵਾਲਾ ਸਟਰਕਚਰ, ਹੈ ਨਾ ਕਿ ਨਹੀਂ? ਯੈਸ ਸਰ ਯੈਸ ਆ ਦੇਖੋ 2/4 ਤੇ 4/8, मतलब आ वाली वायर च जाएगा करंट 5 बाई के फिर नो नो सर सर एनु पुल जो बस। फिर ये बेसिकली आ रहेगी 2 4 4 8 ते आ 4 चार और सुखा हो गया कि नहीं? यस सर यस सर सो जे बैलेंस्ड व्हीटस्टोन ब्रिज ਤੁਸੀਂ ਪਛਾਣ ਲਿਆ, ਬਸ ਹੋ ਗਿਆ ਕੰਮ, ਫਿਰ ਕੋਈ ਚੱਕਰ ਹੀ ਨਹੀਂ। ਸੋ व्हीटस्टोन ब्रिज ਜਿਹੜਾ ਤੁਹਾਡਾ ਨਾ ਕਈ ਤਰ੍ਹਾਂ ਹੋ ਸਕਦਾ ਹੈ, ਜ਼ਰੂਰ ਨਹੀਂ ਕਿ ਉਹ ਉਸੇ ਸ਼ੇਪ ਚ ਹੋਗਾ ਜਿਸ ਸ਼ੇਪ ਚ ਮੈਂ ਦੱਸਿਆ ਤੁਹਾਨੂੰ ਹੁਣੀ। ਜਿਵੇਂ ਕਿ ਐਵੇਂ ਹੋ ਸਕਦਾ ਕਿ ਇਸ ਤਰ੍ਹਾਂ। ਅੱਛਾ ਜਿਵੇਂ ਦੇਖੋ, ਮੰਨ ਲਓ ਮੈਂ ਇੱਥੇ ਲਗਾਵਾਂ, ਦੇਖੋ व्हीटस्टोन ब्रिज बैलेंस ਨਾ ਵੀ ਹੋਵੇ ਤਾਂ ਵੀ ਉਹ व्हीटस्टोन ब्रिज ਹੁੰਦਾ ਹੈ, ਬਸ ਉਹ ਅਨਬੈਲੈਂਸ ਹੁੰਦਾ ਹੈ, ਹਨਾ। ਜੇ ਮੈਂ ਹਾਂਜੀ फिर अनबैलेंस का नहीं कम हैगा कोई? ਹਾਂ ਕੰਮ ਨਹੀਂ ਹੈਗਾ ਕੋਈ ਆਪਣੇ, ਫਿਰ ਕਿਸੇ ਆਪਾਂ ਤੋਂ KVL ਲਗਾ ਕੇ ਧੱਕੇ ਖਾਣੇ ਪੈਣੇ ਆ। यस ਇੱਥੋਂ ਇਹ व्हीटस्टोन ब्रिज ਹੈਗਾ ਜੇ ਆਪਾਂ ਇਸ ਤਰ੍ਹਾਂ ਲਗਾਣੇ। ਹਿਮਾਨੀ ਮੈਨੂੰ ਇਹ ਦੱਸੋ, ਜੇ ਬੈਟਰੀ ਐ ਲਗਾ ਦਈਏ, ਇਸ ਤਰ੍ਹਾਂ ਲਗਾ ਦਈਏ, ਫਿਰ ਹੈਗਾ व्हीटस्टोन ब्रिज? हाँ जी सर ਤਾਂ ਵੀ ਹੈਗਾ। ਕਿਵੇਂ ਹੈਗਾ ਦੱਸਣਾ, ਫਿਰ ਬ੍ਰਿਜ ਵਾਇਰ ਕਿਹੜੀ ਹੈ? सर तीन पैरेलल है ਫਿਰ ਤਾਂ ਆ ਇੱਥੋਂ ਦੇਖ, ਇਧਰੋਂ ਚਾਰਜ ਨਿਕਲੂਗਾ, ਜੇ ਇੱਥੋਂ ਐਂਟਰ ਕਰਨਾ ਹੋਗਾ ਚਾਰਜ 3 ਹਿੱਸਿਆਂ 'ਚ ਵੰਡਿਆ ਜਾਊਗਾ, ਅਲੱਗ-ਅਲੱਗ ਡਿਸਟ੍ਰੀਬਿਊਸ਼ਨ। ਇਧਰੋਂ ਜਿਹੜਾ ਗਿਆ ਉਹ ਇੱਧਰ ਆ ਜਾਊਗਾ, ਇਧਰੋਂ ਸਿੱਧਾ ਇੱਧਰ ਆ ਜਾਊਗਾ, ਇਧਰੋਂ ਇੱਧਰ ਆ ਜਾਊਗਾ, ਤੇ ਆਪਸ 'ਚ ਵੰਡੇ ਜਾਣਗੇ। ਤੇ ਬੇਸਿਕਲੀ ਆ ਦੋਨੋਂ ਆਪਸ ਕੀ ਹੋਣਗੇ? ਸੀਰੀਜ਼ 'ਚ। ਆ ਦੋਨੋਂ ਸੀਰੀਜ਼ 'ਚ, ਆ ਦੋਨੋਂ ਤੇ ਆ ਵਾਲਾ ਆਪਸ 'ਚ ਪੈਰਲਲ। ਫਿਰ ਕਾਹਦਾ ਰਹਿ ਗਿਆ ਵਿਸ਼ਨੂੰ ਵਿੱਚ? ਮੈਨੂੰ ਲੱਗੇ ਤੁਸੀਂ ਵਿਚਾਲੇ ਵਾਲਾ ਕੈਪੈਸਿਟਰ ਚੱਕ ਕੇ ਬਾਹਰ ਰੱਖਤਾ ਹੈ। ਨਾ ਕੈਪੈਸਿਟਰ ਨਹੀਂ ਰੱਖਿਆ, ਬੈਟਰੀ ਵੱਖਰੀ ਲਾਈ ਹੈ। हाँ जी सर ठीक है। ਹੁਣ ਜੇ ਇਹਦੇ ਵਿੱਚ ਹੀ ਕੋਈ ਬੰਦਾ ਕਹਿ ਦੇਵੇ ਕਿ ਵੀ ਤੁਸੀਂ ਇਹਦੇ ਵਿੱਚ ਦੱਸੋ ਆਹ ਵਾਲੇ ਪੁਆਇੰਟ A ਤੇ ਆਹ ਵਾਲੇ ਪੁਆਇੰਟ B 'ਚ ਦੱਸੋ, ਤੇ ਫਿਰ ਬੰਦਾ ਕੋਈ 2/4 ਉਹ ਬਾਈ ਗਲਤ ਹੋਇਆ ਨਾ, ਫਿਰ ਇਹ व्हीटस्टोन ਵਿੱਚ ਨਹੀਂ ਹੈਗਾ ਹੁਣੇ, ਠੀਕ ਹੈ। हाँ जी ਉਹ ਇਹਨਾਂ ਵਿੱਚ व्हीटस्टोन ਵਿੱਚ ਹੈਗਾ। ਸੋ ਧਿਆਨ ਰੱਖਣਾ ਕਿ ਇੱਥੋਂ ਜਿੱਥੋਂ ਵੀ ਕਰਨਾ ਉੱਥੋਂ ਜਿਹੜਾ ਚਾਰਜ ਜਾ ਰਿਹਾ ਹੋਵੇ ਪੂਰੀ ਵਾਇਰ ਦੇ ਵਿੱਚ, ਨੀਚੋਂ ਵੀ ਜਾ ਰਿਹਾ ਹੋਵੇ, ਤੇ ਉਹਦੇ ਵਿਚਕਾਰ ਇੱਕ ਬ੍ਰਿਜ ਵਾਇਰ ਹੋਣੀ ਚਾਹੀਦੀ ਹੈ ਜਿਹੜੀ ਉਹਨਾਂ ਦੋਨਾਂ ਨੂੰ ਕਨੈਕਟ ਕਰੇ ਵਿਚਕਾਰ।
ਸਮਝ ਲੱਗੀ ਗੱਲ? ਹਾਂਜੀ ਸਰ, ਹਾਂਜੀ। ਸੋ ਇਹ ਇੱਕ ਚੰਗਾ ਹੋਇਆ ਕਿ ਅੱਜ ਆਪਾਂ ਡਿਸਕਸ਼ਨ ਵੀ ਹੋਗੀ ਤੇ ਆਪਣੀ ਇੱਕ ਨਵਾਂ ਚੀਜ਼ ਵੀਟਸਟੋਨ ਵਿੱਚ ਵੀ ਕਰ ਲਿਆ। ਹੁਣ ਕੱਲ ਨੂੰ ਮੈਂ ਤੁਹਾਨੂੰ ਕੁਝ ਕੁਐਸਚਨਸ ਇਹਦੇ ਰਿਲੇਟਡ ਤੇ ਕੁਝ ਹੋਰ ਚੀਜ਼ਾਂ, ਸਵਿਚ ਕੋਈ ਬੰਦ ਕਰਦੇ ਆ, ਆਫ ਕਰਦੇ ਆ, ਔਨ ਕਰਦੇ ਆ ਤਾਂ ਉਹਦੇ ਨਾਲ ਸਰਕਟ ਚ ਕਿੰਨਾ ਚਾਰਜ ਫਲੋ ਕਰਦਾ ਆ, ਬੇਸਿਕ ਜੀਆਂ ਗੱਲਾਂ ਇਹ ਹੈਗੀਆਂ। ਤੇ ਵੀਟਸਟੋਨ ਵਿੱਚ ਹੈਗਾ ਕੁਐਸਚਨਸ ਹੀ ਨੇ ਹੁਣ ਆਪਾਂ ਜਿਹੜੇ ਜ਼ਿਆਦਾ ਡਿਸਕਸ ਕਰਨੇ ਆ। ਇੱਕ ਤਰ੍ਹਾਂ ਥਿਓਰੇਟਿਕਲੀ ਛੋਟਾ ਜਿਹਾ ਇੱਕ ਟੌਪਿਕ ਰਹੇਗਾ ਡਾਈ ਇਲੈਕਟ੍ਰਿਕਸ ਦਾ, ਠੀਕ ਹੈ। ਹੋ ਸਕਦਾ ਆਪਣਾ 1 ਜਾਂ 2 ਲੈਕਚਰ ਦੇ ਵਿੱਚ ਆਪਣਾ ਸਾਰਾ ਇਹ ਖਤਮ ਹੋ ਜਾਣਾ। ਫਿਰ ਨਾਲ ਦੇ ਨਾਲ ਹੁਣ ਤੁਸੀਂ ਯਾਦ ਰੱਖੋ, ਹੁਣ 15 ਤੋਂ ਬਾਅਦ 16ਵੇਂ ਕੁਐਸਚਨ ਤੋਂ ਸ਼ੁਰੂ ਕਰ ਦਿਓ HC ਵਰਮਾ ਕਰਨੀ, ਉਹ ਤੁਹਾਨੂੰ ਕਰਨੀ ਪੈਣੀ ਹੈ। ਮੈਡੀਕਲ ਵਾਲਿਆਂ ਨੂੰ ਵੀ ਕਰਨੀ ਪੈਣੀ ਜੇ ਤੁਸੀਂ ਕੈਪੈਸਿਟਰਸ ਤੇ ਸਹੀ ਤਰ੍ਹਾਂ ਸਮਝਣੇ ਤਾਂ। ਹਾਂਜੀ ਗੁਰਕੀਰਤ। ਸਰ ਆ ਬ੍ਰਿਜ ਵਾਇਰ ਦੇ ਵਿੱਚ ਕੈਪੈਸਿਟਰ ਹੋਣਾ ਜ਼ਰੂਰੀ ਹੈ? ਜੇ ਇਕੱਲੀ ਵਾਇਰ ਹੀ ਹੁੰਦੀ ਤਾਂ ਵੀ ਆਪਾਂ ਇਹ ਲਾਅ ਲਗਾ ਸਕਦੇ ਸੀ? ਜੇ ਇਕੱਲੀ ਵਾਇਰ ਹੀ ਹੁੰਦੀ ਤਾਂ ਵੈਸੇ ਹੀ ਪੋਟੈਂਸ਼ੀਅਲ ਬਰਾਬਰ ਹੋ ਜਾਣੇ ਤੁਹਾਨੂੰ, ਫਿਰ ਬ੍ਰਿਜ ਤਾਂ ਫਿਰ ਕਾਹਦਾ ਬ੍ਰਿਜ ਰਹਿ ਗਿਆ ਫਿਰ ਤਾਂ। ਜੇ ਇਕੱਲੀ ਵਾਇਰ ਦੀ ਪੋਟੈਂਸ਼ੀਅਲ ਦੋਨੋਂ ਪੁਆਇੰਟ ਦਾ ਫਿਰ ਤਾਂ ਵੈਸੇ ਹੀ ਬਰਾਬਰ ਹੋ ਜਾਣਾ ਸੀ। ਹਾਂਜੀ ਸਰ, ਠੀਕ ਆਪਾਂ ਕੱਲ ਕੀਤੀ ਗੱਲ ਵਿੱਚ ਕੁਝ ਹੈ ਤਾਂ ਆਪਾਂ ਸੋਚਾਂਗੇ ਵੀ ਬੈਲੈਂਸਡ ਹੈ ਕਿ ਨਹੀਂ ਹੈ। ਓਕੇ ਸਰ, ਠੀਕ ਹੈ। ਬਾਕੀ ਗੁਰਕੀਰਤ ਤੇਰਾ ਕੁਐਸਚਨ ਬੜਾ ਵਧੀਆ ਲਿਖਿਆ ਸੀ ਤੂੰ, ਜਿਹੜਾ ਸ਼ੇਅਰ ਕੀਤਾ ਸੀ ਗਰੁੱਪ 'ਚ। ਇਸ ਤਰ੍ਹਾਂ ਹੀ ਡਿਟੇਲ 'ਚ ਆਪਾਂ ਹਰ ਇੱਕ ਚੀਜ਼ ਕੈਲਕੂਲੇਟ ਕਰਦੇ, ਬਹੁਤ ਵਧੀਆ ਕੀਤਾ। ਪਰ ਇੱਕ ਜਿਹੜੀ ਸ਼ਾਰਟਕਟ ਵਾਲੀ ਗੱਲ ਮੈਂ ਅੱਜ ਸਮਝਾਈ ਉਹ ਸਮਝ ਲੱਗ ਗਈ ਨਾ ਸਾਰੀ? ਹਾਂਜੀ ਸਰ, ਲੱਗ ਗਈ। ਹਾਂ, ਤਾਂ ਕਿ ਤੇਜ਼ ਹੋਵੇ ਕੰਮ ਤੇਰਾ। ਠੀਕ ਹੈ, ਓਕੇ ਸਰ, ਥੈਂਕ ਯੂ। ਓਕੇ ਜੀ, ਥੈਂਕ ਯੂ। ਥੈਂਕ ਯੂ ਸਰ।